ਸਵਾਗਤ ਹੈ ਜੀ ਤੁਹਾਡਾ ਰੇਡੀਓ ਵਿਰਸਾਂਝ 107 FM ਪ੍ਰੋਗਰਾਮ ਪੱਖ ਦੇ ਮਸਲੇ ਵਿੱਚ। ਐਤਵਾਰ ਹੈ ਜੀ, ਅੱਜ 7 ਅਪ੍ਰੈਲ ਤੇ ਸਮਾਂ ਨਿਊਜ਼ੀਲੈਂਡ ਦੇ ਵਿੱਚ ਸਾਡੇ ਕੋਲ ਹੋਇਆ 1:05। ਜਿਹੜਾ ਅਪ੍ਰੈਲ ਮਹੀਨਾ ਹੋਣ ਕਰਕੇ ਅੱਜ ਕੱਲ ਘੜੀਆਂ 1 ਘੰਟਾ ਪਿੱਛੇ ਹੋ ਜਾਂਦੀਆਂ ਹੋਈਆਂ ਸਾਡੀਆਂ, ਜਿਸ ਕਰਕੇ ਜਿਹੜਾ ਬਾਕੀਆਂ ਮੁਲਕਾਂ ਦੇ ਨਾਲ ਸਾਡਾ ਟਾਈਮ ਆ, ਹੁਣ ਇੰਡੀਆ ਦੇ ਨਾਲ ਜਿਹੜਾ ਟਾਈਮ ਦਾ ਡਿਫਰੈਂਸ 7.5 ਘੰਟੇ ਦਾ ਸੀ, ਉਹ 6.5 ਘੰਟੇ ਦਾ ਰਹਿ ਗਿਆ ਜੀ। ਠੀਕ ਹੈ, ਤੇ ਪ੍ਰੋਗਰਾਮ ਪਹਿਲਾਂ ਨਾਲੋਂ 1 ਘੰਟਾ ਲੇਟ ਹੋਣਾ ਹੈ। ਠੀਕ ਹੈ, ਤੇ ਮੈਂ ਫੇਸਬੁੱਕ ਤੇ ਜਿਹੜਾ ਟਾਈਮ ਪਾਇਆ ਸੀਗਾ, ਮੈਂ ਉਹ ਨਿਊਜ਼ੀਲੈਂਡ ਦੇ ਟਾਈਮ ਦੇ ਨਾਲ ਇੰਡੀਆ ਦਾ ਟਾਈਮ ਪੰਜਾਬ ਦਾ ਸਮਾਂ ਪਾ ਦਿੰਦਾ ਹੁੰਦਾ, ਪਰ ਫਿਰ ਵੀ ਵੀਰਾਂ ਨੂੰ ਕੁਛ ਨੂੰ ਭੁਲੇਖਾ ਜਿਹੜਾ ਓਬਵੀਅਸ ਪੈਣਾ ਸੀਗਾ, ਤੇ ਉਹਨਾਂ ਤੋਂ ਖਿਮਾ ਦੀ ਜਾ ਚੁੱਕੇ ਆ ਜਿਹੜੇ ਇੰਡੀਆ ਦੇ 5:30 ਵਜੇ ਰੇਡੀਓ ਲਾ ਕੇ ਬੈਠੇ ਹੋਣੇ ਆ। ਤੇ ਉੱਥੇ ਮੈਂ 6:30 ਦਾ ਟਾਈਮ ਲਿਖ ਦਿੱਤਾ ਸੀ ਇਦਾਂ ਫੇਸਬੁੱਕ ਤੇ, ਪਰ ਉਹ ਓਬਵੀਅਸ ਆ ਵੀ ਕਈ ਵਾਰੀ ਅਗਲਾ ਨਿਊਜ਼ੀਲੈਂਡ ਦਾ ਟਾਈਮ ਦੇਖ ਕੇ ਬਾਕੀ ਜਿਹੜਾ ਨਹੀਂ ਦੇਖਦਾ। ਠੀਕ ਆ, ਕੋਈ ਨਹੀਂ ਜੀ, ਅਸੀਂ ਅੱਗੇ ਤੋਂ ਅਕਤੂਬਰ ਦੇ ਵਿੱਚ ਫਿਰ ਜਾ ਕੇ ਟਾਈਮ ਬਦਲਣਾ ਹੈ, ਜਦੋਂ ਅਗਲੀ ਵਾਰ ਹੋਇਆ ਅਸੀਂ ਖਿਆਲ ਰੱਖਾਂਗੇ। ਪਹਿਲਾਂ ਦੱਸ ਦਿਆਂਗੇ। ਕੱਲ ਵੀ ਸਾਡੇ ਬਸ ਗਰਜੰਟੇ ਦੀ ਗੱਲ ਕਰਕੇ ਬਿਜ਼ੀ ਰਹਿ ਗਿਆ ਸੀ, ਗੱਲ ਨਿਕਲੀ ਨਹੀਂ ਜਾਣੀ, ਇਸ ਕਰਕੇ ਉਹ ਵੈਸੇ ਵੀ ਮੈਂ ਕੱਲ ਪੋਸਟ ਪਾਈ ਸੀ, ਕਪੂਰ ਕਹਿੰਦਾ ਵੀ ਸੰਸਾਰ ਮੂਰਖਾਂ ਨੂੰ ਮੁਆਫ ਕਰ ਦਿੰਦਾ ਆ, ਠੀਕ ਹੈ, ਸਿਆਣਿਆਂ ਨੂੰ ਕਦੇ ਨਹੀਂ ਕਰਦਾ। ਬਿਲਕੁਲ ਬਿਲਕੁਲ ਠੀਕ ਹੈ, ਤੇ ਜਿਹੜੀ ਮੂਰਖਤਾ ਆ ਤੁਸੀਂ ਕਰਨੀ ਆ, ਮੂਰਖ ਬਣ ਕੇ ਕਰ ਲਓ ਤਾਂ ਮੌਜ ਰਹਿੰਦੀ। ਸੁਵਿਧਾ ਬਹੁਤ ਆ, ਮੂਰਖ ਨੂੰ ਸੁਵਿਧਾ ਬਹੁਤ ਹੁੰਦੀ ਆ। ਤੁਸੀਂ ਆਲੇ ਦੁਆਲੇ ਆਪਣੇ ਪਰਿਵਾਰਾਂ ਵਿੱਚ ਦੇਖ ਲਓ, ਕੰਮਾਂ ਦੇ ਉੱਤੇ ਦੇਖ ਲਓ, ਜਦੋਂ ਨਾ ਤਾਂ ਹੀ ਉਹ ਕਹਿੰਦੇ ਆ ਵੀ ਜੇ ਤੁਸੀਂ ਸਿਆਣੇ ਬਣਨਾ ਨਾ ਤੇ ਖਤਰੇ ਬਾਕੀ ਤਾਂ ਹੈਗੇ ਹੀ ਆ, ਆਹ ਖਤਰਾ ਬਹੁਤ ਵੱਡਾ ਆ ਤੁਹਾਡਾ। ਬਿਲਕੁਲ, ਕਿਉਂਕਿ ਜ਼ਿੰਮੇਵਾਰੀ ਬਣ ਜਾਣੀ ਆ। ਫਿਰ ਤੁਸੀਂ ਇਹ ਨਾ ਸੋਚਿਓ ਵੀ ਤੁਸੀਂ ਬਹਾਨਾ ਕੋਈ ਬਣਾ ਕੇ ਸਾਰ ਲਓਗੇ ਤੁਸੀਂ। ਠੀਕ ਆ, ਤੁਸੀਂ ਆਲੇ ਦੁਆਲੇ ਆਪਣੇ ਦੇਖੋ, ਜਿਹੜੇ ਬੰਦੇ ਜ਼ਿੰਮੇਵਾਰ ਹੁੰਦੇ ਆ ਨਾ, ਤੁਸੀਂ ਉਹਨਾਂ ਤੋਂ ਵੱਧ ਆਸ ਲਾ ਕੇ ਬੈਠੇ ਹੁੰਦੇ। ਏਦਾਂ ਹੀ ਹੁੰਦੀ ਹੈ, ਬਿਲਕੁਲ, ਹਨਾ। ਆਪ ਨੂੰ ਜੇ ਤੁਹਾਨੂੰ ਲੱਗਦਾ ਹੋਵੇ ਨਾ ਵੀ ਕਿਸੇ ਕੋਲੋਂ ਚੇਤਾ ਭੁੱਲ ਜਾਣਾ ਆ, ਤੇ ਤੁਸੀਂ ਅਗਲੇ ਤੋਂ ਆਸ ਕਰਦੇ ਹੁੰਦੇ ਆ ਵੀ ਤੈਨੂੰ ਤਾਂ ਰੱਖਣਾ ਚਾਹੀਦਾ ਸੀ। ਬਿਲਕੁਲ, ਤੈਨੂੰ ਤਾਂ ਭੁੱਲ ਜ਼ਿੰਮੇਵਾਰ ਆ, ਤੂੰ ਤਾਂ ਜ਼ਿੰਮੇਵਾਰ ਆ। ਬਿਲਕੁਲ ਠੀਕ ਹੈ, ਤੇ ਤੁਸੀਂ ਇਹ ਨਾ ਅਸੀਂ ਕਰੀਏ ਵੀ ਅਸੀਂ ਸਿਆਣੇ ਵੀ ਬਣਨਾ ਆ, ਅਕਲ ਵੀ ਲੈਣੀ ਆ, ਠੀਕ ਹੈ, ਤੇ ਮੂਰਖਾਂ ਦੀ ਗਿਣਤੀ 'ਚ ਨਹੀਂ ਆਉਣਾ, ਤਾਂ ਫਿਰ ਅਸੀਂ ਏਦਾਂ ਵਿਹਲੇ ਵੀ ਰਹਿਣਾ ਆ ਵੀ ਅਸੀਂ ਆਪਣੀ ਮਰਜ਼ੀ ਦੇ ਨਾਲ ਜੋ ਮਰਜ਼ੀ ਕਰੀਏ, ਏਦਾਂ ਨਹੀਂ ਹੋਣਾ। ਠੀਕ ਹੈ, ਤੁਹਾਡੀ ਪਹਿਲੀ ਗੱਲ ਤਾਂ ਇਹ ਹੁੰਦੀ ਆ ਵੀ ਜਦੋਂ ਤੁਸੀਂ ਸਿਆਣੇ ਬਣਨ ਲੱਗਦੇ ਆ ਨਾ, ਜਦੋਂ ਬੁੱਧੀ ਵਿਕਾਸ ਕਰਨਾ ਸ਼ੁਰੂ ਕਰਦੀ ਆ, ਉਦੋਂ ਤੁਹਾਡਾ ਆਪਣਾ ਆਪਾ ਜਿਹੜਾ ਆ ਉਹ ਵਿਹਲਾ ਰਹਿ ਨਹੀਂ ਸਕਦਾ, ਉਹ ਕੰਮ ਚੋਰ ਰਹਿ ਨਹੀਂ ਸਕਦਾ, ਉਹ ਬਹਾਨੇਬਾਜ਼ ਨਹੀਂ ਰਹਿ ਸਕਦਾ। ਠੀਕ ਹੈ, ਉਹਨੂੰ ਜ਼ਿੰਦਗੀ ਦਾ ਜਿਹੜਾ ਜੀਣ ਦਾ ਸਵਾਦ ਹੈ ਆਪਣਾ, ਜਿਹੜੀ ਮੋਟੀਵੇਸ਼ਨ ਹੈ ਉਹਦੀ, ਉਹ ਜਲਣੇ ਵਿੱਚ, ਸੜਨੇ ਵਿੱਚ, ਕੁਰਬਾਨ ਹੋਣ ਵਿੱਚ, ਤਿਆਗ ਕਰਨੇ ਵਿੱਚ, ਉਹਦੇ ਵਿੱਚ ਆਉਂਦੀ ਹੈ, ਉਹਨੂੰ ਉਹਦੇ ਵਿੱਚੋਂ ਸਵਾਦ ਉਹਦੇ ਚ ਆਉਂਦਾ। ਬਿਲਕੁਲ ਠੀਕ ਹੈ, ਉਹ ਖਤਰੇ ਮੁੱਲ ਲੈਣ ਤੋਂ ਬਿਨਾਂ ਰਹਿ ਨਹੀਂ ਸਕਦਾ। ਠੀਕ ਹੈ, ਆਪਣੇ ਆਪ ਦੇ ਵਿੱਚ ਉਹ ਉਸੇ ਗੱਲ ਦੀ ਬਾਕੀਆਂ ਨੂੰ ਸਮਝ ਨਹੀਂ ਆਉਂਦੀ। ਜਦੋਂ ਉਸ ਗੁਰੂ ਪਾਤਸ਼ਾਹ ਨੂੰ ਦੇਖਦੇ ਆ, ਬੰਦਾ ਦੇਖ ਕੇ ਕਹਿੰਦਾ ਵੀ ਇਹਨਾਂ ਨੂੰ ਕੀ ਮਿਲਦਾ ਹੋਊਗਾ, ਏਦਾਂ ਸਾਹਮਣੇ ਦੀਦਾ ਆ ਐਡੀ ਸਲਤਨਤ ਆ, ਉਹਦੇ ਨਾਲ ਟੱਕਰ ਲੈ ਕੇ ਕੀ ਮਿਲੂਗਾ ਇਹਨਾਂ ਨੂੰ। ਠੀਕ ਹੈ, ਬਸ ਉਹ ਮਿਲਣਾ ਇਹੀ ਆ ਵੀ ਜਿੱਦਾਂ ਇੱਕ ਬੰਦਾ ਜਿਹੜਾ ਗਾਉਣੇ ਵਾਲੇ ਦੇਖ ਕੇ, ਫਿਲਮਾਂ ਦੇਖ ਕੇ, ਕੁੜੀਆਂ ਮਗਰ ਘੁੰਮ ਕੇ ਆਪਣੀ ਜ਼ਿੰਦਗੀ ਗਾਉਣੇ ਗਾ ਕੇ, ਹਨਾ, ਉਹਦੇ ਵਿੱਚੋਂ ਰਸ ਲੈ ਰਿਹਾ ਆ, ਹਨਾ, ਉਹਦਾ ਉਹ ਖਾਤਾ ਆ, ਇੱਕ ਉਹਦੀ ਬਾਉਂਡਰੀ ਆ, ਹਨਾ, ਉਹਦੇ ਵਿੱਚ ਕੰਫਰਟੇਬਲ ਆ। ਉਹਨੂੰ ਜੇ ਉੱਥੇ ਨਾ ਲੈ ਕੇ ਜਾਓ, ਉਹਨੂੰ ਜੇ ਕੁਛ ਕਰਨੇ ਵਾਲੇ ਨੂੰ ਤੁਸੀਂ ਕਹੋ ਗੁਰਦੁਆਰੇ ਬੈਠ ਕੇ ਕੀਰਤਨ ਸੁਣ ਘੰਟਾ, ਉਹ ਸੁਣ ਨਹੀਂ ਸਕਦਾ। ਨਹੀਂ ਠੀਕ ਹੈ, ਇਦਾਂ ਹੀ ਆ ਬਸ ਵੀ ਜਿਹੜਾ ਬੰਦਾ ਇਸ ਪਾਸੇ ਨੂੰ ਤੁਰ ਪੈਂਦਾ ਆ, ਉਹਨੂੰ ਹੋਰ ਕਿਸੇ ਪਾਸੇ ਤਸੱਲੀ ਨਹੀਂ ਆਉਂਦੀ। ਬਿਲਕੁਲ ਆਪਣੇ ਆਪ ਦੇ ਵਿੱਚ। ਠੀਕ ਹੈ, ਤੇ ਜਿਹੜਾ ਨਾ ਸਮਾਜ ਆ ਸਾਡਾ, ਜਿਹੜੀ ਸੁਸਾਇਟੀ ਸਾਡੀ ਸੋਹਣੀ ਆ, ਉਹ ਕੁਛ ਇੱਕ ਗਿਣਤੀ ਦੇ ਉਹਨਾਂ ਲੋਕਾਂ ਕਰਕੇ ਆ ਜਿਹੜੇ ਇਦਾਂ ਕੇਅਰ ਕਰਕੇ ਜੀਂਦੇ ਆ। ਬਿਲਕੁਲ, ਕਮਲਿਆਂ ਦੀ ਜਿਹੜੀ ਤੁਸੀਂ ਗੱਲ ਕਰਦੇ ਹੋ, ਸਾਨੂੰ ਤਾਂ ਵੈਸੇ ਵੀ ਬਹੁਤ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਹੈ। ਸਾਡੇ ਤਾਂ ਆਮ ਮਸ਼ਹੂਰ ਆ, ਕੋਈ ਬੰਦਾ ਕੋਈ ਕੰਮ ਕਰ ਦਿੰਦਾ, ਨਹੀਂ ਛੱਡੋ ਜੀ ਇਹ ਤਾਂ ਕਮਲਾ ਆ, ਏਦਾਂ ਥੋੜੀ ਚੱਲ ਸਾਰੇ ਜਣੇ। ਜੇ ਕੰਮ ਹੋ ਗਿਆ ਜ਼ਿੰਮੇਵਾਰੀ ਤਾਂ ਲੈਣੀ ਪੈਣੀ ਨੇ ਤੁਹਾਨੂੰ। ਕਮਲਾ ਆ ਫਿਰ ਉਹ ਆਪਣੇ ਜਿਹੜਾ ਉਹਦਾ ਦਾਇਰਾ ਹੈ ਨਾ, ਉਹਦੇ ਅੰਦਰ ਰਵੇ। ਫਿਰ ਜਿੰਨਾ ਕਮਲ ਉਹਨੂੰ ਕੁੱਟਣਾ ਆ, ਆਪਣੇ ਘਰ ਦੇ ਵਿੱਚ, ਆਪਣੇ ਆਲੇ ਦੁਆਲੇ ਉੱਥੇ ਕੁੱਟੇ, ਉਦਾਂ ਕਰੇ। ਹਾਂ ਬਿਲਕੁਲ, ਦੂਜਾ ਸ਼ੀਸ਼ ਥੋੜੀ ਭੰਨਣੇ ਆ ਕਮਲ, ਦੂਜੇ ਦੇ ਜਾ ਕੇ ਨਹੀਂ ਕਰ ਸਕਦਾ। ਤੇ ਉਹ ਕੱਲ ਵੈਸੇ ਵੀ ਕੱਲ ਜਦੋਂ ਗੱਲ ਹੁੰਦੀ ਸੀ ਨਾ, ਹੁਣ ਬਹੁਤ ਸਾਰੇ ਵੀਰਾਂ ਦੇ ਸੁਝਾਅ ਆਏ ਆ, ਜਾਣੀ ਦਰਜਨਾਂ ਸੁਝਾਅ ਆਏ ਆ
ਵੀ ਏਦਾਂ ਕਹਿਣਾ ਸੀ ਉਹਨੂੰ ਆਹ ਜਵਾਬ ਦੇਣਾ ਸੀ, ਆਹ ਦੇਣਾ ਸੀ, ਠੀਕ ਹੈ, ਵੀ ਉਹਨੂੰ ਹੁਣ ਫੋਨ ਨਹੀਂ ਚੱਕਣਾ ਚਾਹੀਦਾ, ਛੇਤੀ ਫੋਨ ਕੱਟ ਦੇਣਾ ਸੀ, ਟਾਈਮ ਜ਼ਿਆਦਾ 28 ਮਿੰਟ ਜ਼ਿਆਦਾ ਲਾਇਆ ਟਾਈਮ, ਉਹ ਤਾਂ ਕੋਈ ਸ਼ੱਕ ਨਹੀਂ ਹੈ। ਪਰ ਮੈਂ ਹੋਰ ਐਂਗਲ ਤੋਂ ਦੇਖਦਾ ਹੁੰਨਾ ਜਾਣੀ ਏਦਾਂ, ਠੀਕ ਹੈ, ਵੀ ਸਾਨੂੰ ਇਹਨਾਂ ਬੰਦਿਆਂ ਨੂੰ ਜੇ ਅਸੀਂ ਨਾ ਟਾਈਮ ਨਹੀਂ ਦਿਆਂਗੇ, ਹਨਾ, ਸਾਨੂੰ ਉਨੀ ਗੱਲ ਇਹਨਾਂ ਦੇ ਬਾਰੇ ਸਮਝਾਉਣ ਲਈ ਆਪ ਜ਼ਿਆਦਾ ਮਿਹਨਤ ਕਰਨੀ ਪੈਣੀ ਆ। ਬਿਲਕੁਲ ਬਿਲਕੁਲ, ਉਹ ਤਾਂ ਹੈਗਾ ਹੀ ਹੈ। ਤੇ ਜੇ ਅਸੀਂ ਉਹਨਾਂ ਨੂੰ ਟਾਈਮ ਦੇ ਦਿੰਨੇ ਆ, ਆਪਣਾ ਦੱਸ ਤੇ ਸਾਨੂੰ 3-4 ਪ੍ਰੋਗਰਾਮਾਂ ਦੇ ਵਿੱਚ ਜਿਹੜੀ ਇਹਨਾਂ ਬਾਰੇ ਮਿਹਨਤ ਕਰਨੀ ਪੈਣੀ ਆ, ਉਹ ਲੋਕਾਂ ਨੂੰ ਆਪਣੇ ਆਪ ਪਤਾ ਲੱਗਣ ਲੱਗ ਪੈਣੀ। ਠੀਕ ਹੈ, ਬਿਲਕੁਲ ਬਿਲਕੁਲ। ਹੁਣ ਜੇ ਉਹਦੀ ਕੱਲੀ ਸਟੇਟਮੈਂਟ, ਦੂਜੀ ਗੱਲ ਇਹ ਹੁੰਦੀ ਜਦੋਂ ਤੁਸੀਂ ਦੁਬਾਰਾ ਪ੍ਰੋਗਰਾਮ ਸੁਣਦੇ ਆ, ਹਨਾ, ਉਦੋਂ ਤੁਸੀਂ ਉਸ ਜਿਹੜਾ ਪ੍ਰੋਸੈਸ ਦੇ ਵਿੱਚ ਹੀ ਜਦੋਂ ਗੱਲ ਚੱਲ ਰਹੀ ਆ, ਇੱਥੇ ਜਦੋਂ ਅਸੀਂ ਲੰਘਦੇ ਆ, ਉਹ ਸਿਚੁਏਸ਼ਨ ਹੋਰ ਹੁੰਦੀ ਆ। ਜਦੋਂ ਤੁਸੀਂ ਬਾਅਦ ਜਿਹੜਾ ਬੰਦਾ ਘਰ ਬੈਠ ਕੇ ਸੁਣ ਰਿਹਾ ਆ, ਉਹਦੀ ਪੋਜੀਸ਼ਨ ਹੋ ਰਿਹਾ, ਬਿਲਕੁਲ ਉਹ ਵੱਖਰੇ ਐਂਗਲ ਤੋਂ ਦੇਖ ਸਕਦਾ ਉਹ। ਐਗਜ਼ੈਕਟਲੀ, ਠੀਕ ਹੈ। ਹੁਣ ਜਦੋਂ ਨਾ ਅਸੀਂ ਇਦਾਂ ਕਲਪਨਾ ਕਰਦੇ ਆ, ਜਦੋਂ ਤਸੱਵਰ ਕਰਦੇ ਆ ਕਿਸੇ ਘਟਨਾ ਬਾਰੇ, ਕਿਸੇ ਕਨਵਰਸੇਸ਼ਨ ਬਾਰੇ, ਉਦੋਂ ਅਸੀਂ ਇਦਾਂ ਕਰਦੇ ਆ ਵੀ ਉਹਦੀ ਆਹ ਸਟੇਟਮੈਂਟ ਆ, ਇਹਦਾ ਆਹ ਆਈਡੀਅਲੀ ਆਹ ਜਵਾਬ ਆ, ਉਹਦੀ ਆਹ ਆ, ਇਹਦਾ ਆ ਆ, ਤੇ ਹੁਣ ਉਹਨੇ ਇਹ ਗੱਲਾਂ ਕਹੀਆਂ, ਆਹ ਸਵਾਲ ਉਹਨੂੰ ਕਰਨਾ ਬਣਦਾ, ਆਹ ਸਵਾਲ ਕਰੀਏ, ਹਨਾ। ਹੁਣ ਉਹ ਤਾਂ ਪੋਸੀਬਲ ਹੋ ਸਕਦਾ ਹੁੰਦਾ ਜੇ ਤੁਹਾਡੀ ਕਨਵਰਸੇਸ਼ਨ ਵਿੱਚ, ਵਿਚਾਰ ਵਟਾਂਦਰੇ ਵਿੱਚ ਕੋਈ ਰੈਫਰੀ ਬੈਠਾ ਹੋਵੇ, ਠੀਕ ਹੈ, ਮੰਨ ਲਓ ਕੋਰਟ ਕੇਸ ਚੱਲ ਰਿਹਾ ਹੈ, ਠੀਕ ਹੈ, ਉੱਥੇ ਜਿਹੜਾ ਮੈਂਬਰ ਹੁੰਦਾ, ਉਹ ਜੱਜ ਹੁੰਦਾ ਜਿਹੜਾ, ਉਹ ਸਮਾਂ ਦਿੰਦਾ, ਉਹ ਠੀਕ ਹੈ, ਪਹਿਲਾਂ ਇੱਕ ਨੂੰ ਕਹਿੰਦਾ ਸਟੇਟਮੈਂਟ ਦੇ ਆਪਣੀ, ਫਿਰ ਦੂਜੇ ਨੂੰ ਕਹਿੰਦਾ ਵੀ ਹੁਣ ਇਸ ਸਟੇਟਮੈਂਟ ਤੇ ਆਧਾਰਿਤ ਕੋਈ ਸਵਾਲ ਪੁੱਛ ਲਾ ਜੇ ਪੁੱਛਣਾ ਤਾਂ, ਠੀਕ ਹੈ, ਠੀਕ ਹੈ, ਫਿਰ ਦੂਜੀ ਤੇ ਸਟੇਟਮੈਂਟ ਦਿੰਦੀ ਆ, ਫਿਰ ਉਹਨੂੰ ਕਹਿੰਦਾ ਵੀ ਤੂੰ ਸਵਾਲ ਪੁੱਛ ਲਾ ਕੋ ਪੁੱਛਣਾ, ਠੀਕ ਹੈ। ਉਸ ਵੇਲੇ ਜਦੋਂ ਕੋਈ ਇੱਕ ਧਿਰ ਜਿਹੜੀ ਸਵਾਲ ਕਰ ਰਹੀ ਆ, ਜੇ ਜਵਾਬ ਦੇਣੇ ਵਾਲਾ ਵਿੱਚ ਟੋਕਦਾ ਹੈ ਤਾਂ ਉਹ ਅਗਲਾ ਜਿਹੜਾ ਰੈਫਰੀ ਆ ਉਹ ਰੋਕ ਦਿੰਦਾ ਉਹਨੂੰ, ਵੀ ਨਹੀਂ ਤੂੰ ਬੋਲ ਹਟਿਆ, ਹੁਣ ਚੁੱਪ ਰਹਿ, ਹੁਣ ਉਹਨੂੰ ਸਵਾਲ ਕਰਨ ਦੇ ਪਹਿਲਾਂ ਫਿਰ ਜਵਾਬ ਨਹੀਂ, ਠੀਕ ਹੈ। ਹੁਣ ਜਿੱਥੇ ਇੱਥੇ ਗੱਲ ਆ ਨਾ, ਅਜੇ ਸਾਨੂੰ ਸਮਾਂ ਲੱਗਣਾ ਉੱਥੇ ਤੱਕ ਪਹੁੰਚਣ ਲਈ, ਬਿਲਕੁਲ ਕਰਨੇ ਲਈ। ਜੇ ਅਸੀਂ ਇਹਨਾਂ ਦੇ ਮੋਹਰੇ ਫਟਾਫਟ ਏਦਾਂ ਬਛੜ ਕਰ ਦਿੰਨੇ ਨਾ, ਆਪਣੇ ਜਿਹੜਾ ਅਮਨੀਸ਼ਨ ਆ ਤੁਹਾਡਾ, ਜਿਹੜੇ ਤੁਹਾਡੇ ਬੁਲਟ ਪੁਆਇੰਟ ਆ, ਉਹ ਸਾਰੇ ਸਿੱਟ ਦਿੰਨੇ ਦਾ, ਸਾਰੇ ਪੱਤੇ ਖਿਲਾਰ ਦਿੰਨੇ ਆ ਏਦਾਂ ਦੀ ਗੱਲ ਦੇ ਉੱਤੇ, ਕਿਉਂ ਮੰਨਣਾ ਤਾਂ ਉਹਨੇ ਹੈ ਹੀ ਨਹੀਂ। ਮੈਂ ਵੀ ਗੱਲ ਕਰਨ ਲੱਗਾ ਸੀ, ਤੁਸੀਂ ਕੁਝ ਵੀ ਕਰ ਲਓ, ਨਹੀਂ ਮੰਨਣਾ ਅਗਲੇ। 3 ਗੱਲਾਂ ਨੇ, ਜਾਂ ਤੇ ਇੱਕ ਬੰਦੇ ਨੂੰ ਜਿੰਨੀ ਤੁਸੀਂ ਗੱਲ ਕੀਤੀ ਹੈ ਨਾ, ਜੇ ਉਹ ਬੰਦੇ ਨੂੰ ਨਹੀਂ ਸਮਝ ਆਈ, ਉਸ ਤੋਂ ਬਾਅਦ ਨਹੀਂ ਸਮਝ ਆ ਸਕਦੀ ਉਹਨੂੰ, ਜਾਂ ਤੇ ਉਹ ਮੰਨੂਗਾ, ਜਾਂ ਤੇ ਉਹ ਪਹਿਲੀ ਘਰੋਂ ਤੈਅ ਕਰਕੇ ਆਇਆ ਮੈਂ ਨਹੀਂ ਮੰਨਣਾ, ਜੋ ਮਰਜ਼ੀ ਕਰਨਾ, ਕੁਛ ਨਾ ਕੁਛ ਕੁਐਸਚਨ ਕੱਢੂਗਾ, ਜਾਂ ਹਜੇ ਤੀਜਾ ਵੀ ਹੈਗਾ ਜਿਹਦਾ ਹਜੇ ਉਨਾ ਕੁ ਲੈਵਲ ਨਹੀਂ ਹੋਇਆ ਜਿਹਨੂੰ ਸਮਝ ਆ ਸਕੇ ਗੱਲ। 3 ਚੀਜ਼ਾਂ ਨੇ, ਉਹ ਤੁਸੀਂ ਆਪ ਡਿਸਾਈਡ ਕਰ ਲਓ ਹੁਣ ਕਿੰਨੀ, ਜਿਹਨੂੰ ਸਮਝ ਆਣੀ ਚਾਹੀਦੀ, ਜਿੰਨੀ ਤੁਸੀਂ ਗੱਲ ਐਕਸਪਲੇਨ ਕਰ ਦਿੱਤੀ ਸੀ ਕੱਲ, ਬਿਲਕੁਲ ਅੱਗੇ ਵੀ ਆਲਰੇਡੀ 1.5 ਸਾਲ ਹੋ ਗਿਆ, ਉਹਨੂੰ ਸਮਝ ਆ ਜਾਣੀ ਚਾਹੀਦੀ ਸੀ ਹਜੇ ਤੱਕ, ਜਿਹੜੀ ਤੁਸੀਂ ਕੱਲ ਉਹਨੂੰ ਉਹਦੀ ਕਾਲ 'ਚ ਵੀ ਜਿੰਨੀ ਤੁਸੀਂ ਗੱਲ ਕੀਤੀ ਸਿੰਪਲ ਸੀਗੀ, ਬਿਲਕੁਲ ਕੋਈ ਵੱਡੀ ਗੱਲ ਨਹੀਂ ਸੀਗੀ, ਜਿਹਨੂੰ ਸਮਝ ਆਣੀ ਚਾਹੀਦੀ ਸੀ ਸਮਝ ਆ ਗਈ। ਹੁਣ ਤਾਂ 2 ਗੱਲਾਂ ਨੇ ਉਹਦੀਆਂ, ਜਾਂ ਤੇ ਉਹਦਾ ਹਜੇ ਤੱਕ ਵਿਕਾਸ ਨਹੀਂ ਹੋਇਆ, ਉਹਨਾਂ ਕੁ ਲੈਵਲ ਬਣਿਆ ਨਹੀਂ, ਜੇ ਚਲੋ ਮੰਨ ਲਿਆ ਕਿ ਹਾਂ ਨਹੀਂ ਮੈਂ ਸਿਆਣਾ, ਦੂਜੀ ਗੱਲ ਹੈ ਕਿ ਮੰਨਣਾ, ਉਹਨੇ ਮੰਨਣਾ ਚਾਹੁੰਦਾ ਨਹੀਂ, ਸਮਝਣਾ ਨਹੀਂ ਚਾਹੁੰਦਾ, ਨਹੀਂ ਸਮਝਣਾ ਨਹੀਂ ਚਾਹੁੰਦਾ, ਮੰਨਣਾ ਨਹੀਂ ਚਾਹੁੰਦਾ, ਉਹਨੇ ਮੰਨਣੀ ਨਹੀਂ, ਸਮਝ ਬੇਸ਼ੱਕ ਉਹਨੂੰ ਆ ਗਈ, ਉਹਨਾਂ ਕੁਛ ਨਾ ਕੁਛ ਅੱਗੇ ਤਰਕ, ਕੁਛ ਨਾ ਕੁਛ ਅੱਗੇ ਲਾਣਾ ਹੀ ਹੈ ਨਾ, ਹਾਂ ਕੱਢਣ ਵਾਸਤੇ ਕਿ ਨਹੀਂ ਮੈਂ ਸਹਿਮਤ ਨਹੀਂ। ਨਾਲੇ ਸਭ ਤੋਂ ਵੱਡੀ ਗੱਲ, ਆਪਾਂ ਸਹਿਮਤ ਕਿਉਂ ਕਰਨਾ ਚਾਹੁੰਦੇ ਹਾਂ ਕਿਸੇ ਨੂੰ, ਉਹ ਸਭ ਤੋਂ ਪਲੇਟਫਾਰਮ ਦਾ ਜਿਹੜਾ ਗੱਲ ਆ ਉਹ ਹੈ ਕਿ ਤੁਸੀਂ ਆਪਣੀ ਗੱਲ, ਅਸੀਂ ਕਰਤੀ ਹੈ ਰੇਡੀਓ ਤੋਂ ਗੱਲ ਕਰਤੀ ਹੈ, ਉਹ ਆਪਣੀ ਦੱਸ ਦਵੇ ਆ ਕੇ, ਠੀਕ ਹੈ ਨਾ। ਜਿਹਨੂੰ ਸਮਝ ਆਣੀ ਹੋਏਗੀ ਸਮਝ ਆ ਜਾਏਗੀ। ਕਿ ਆਪਾਂ ਕਲਾਸ 'ਚ ਵੀ ਕਈ ਵਾਰੀ ਬੈਠੀ ਦਾ, ਜਦੋਂ ਉਹਦੇ ਤੇ ਟੀਚਰ ਕਹਿੰਦਾ ਨਹੀਂ ਮੇਰੇ ਕੋਲ ਹੈਗਾ ਨਹੀਂ ਕੁਛ, ਜਦੋਂ ਤੁਸੀਂ ਕਹਿੰਦੇ ਹੋ ਕਿ ਹਾਂ ਮੈਨੂੰ ਕਈਆਂ ਨੇ ਕਿਹਾ ਕਿ ਹਾਂ ਇੱਦਾਂ ਕਹਿਣਾ ਚਾਹੀਦਾ ਸੀ, ਟੀਚਰ ਕਈ ਵਾਰੀ ਕਹਿ ਦਿੰਦਾ ਕਿ ਮੇਰੇ ਕੋਲ ਹੋਰ ਕੁਛ ਨਹੀਂ ਹੈਗਾ ਇਹਦੇ ਬਾਅਦ, ਬਸ ਜੋ ਮੈਂ ਕਹਿਣਾ ਚਾਹੁੰਦਾ ਸੀਗਾ, ਤੁਹਾਨੂੰ ਅਗਰ ਸਮਝ ਨਹੀਂ ਆਇਆ, ਇਟ ਵਿਲ ਟੇਕ ਟਾਈਮ, ਤੁਸੀਂ ਘਰ ਜਾਓ ਦੁਬਾਰਾ ਉਹਨੂੰ ਕਰਿਓ, ਫਿਰ ਉਹਦੇ ਬਾਅਦ ਇੱਕ ਵਾਰੀ ਹੁਣ ਤੁਹਾਨੂੰ ਹੋਰ ਪ੍ਰੈਸ਼ਰ ਪਾਈ ਜਾਊਂਗਾ, ਨਹੀਂ ਸਮਝ ਆਣੀ ਤੁਹਾਨੂੰ, ਫਿਰ ਵੀ ਘਰੇ ਜਾਓਗੇ ਦੁਬਾਰਾ ਆਪਣੇ ਆਪ ਨੂੰ ਜਦੋਂ ਤੁਸੀਂ ਸੈਲਫ ਟਾਕ ਕਰੋਗੇ ਸਮਝੋਗੇ, ਜੇ ਫਿਰ ਵੀ ਨਹੀਂ ਸਮਝ ਆਇਆ ਫਿਰ ਮੈਨੂੰ ਪੁੱਛਿਓ, ਨਹੀਂ ਤਾਂ ਪੋਸੀਬਲੀ ਤੁਹਾਨੂੰ ਸਮਝ ਆ ਜਾਊਗਾ। ਏਦਾਂ ਹੈ, ਟਾਈਮ ਦੇਣਾ ਪੈਂਦਾ ਉਹਦੇ ਲਈ ਹੁੰਦਾ ਜਿਹੜਾ ਸਮਝਣਾ ਚਾਹੁੰਦਾ ਆ, ਰਾਈਟ, ਠੀਕ ਹੈ, ਉਹਦੇ ਲਈ ਹੁੰਦਾ, ਰਾਈਟ, ਬਿਲਕੁਲ। ਦੂਜੀ ਗੱਲ ਇਹ ਆ ਜਿਨ੍ਹਾਂ ਦੇ ਅੰਦਰ ਉਹ ਗੱਲ ਸਮਝਣ ਦੀ ਸ਼ਮਤਾ ਹੈਗੀ ਆ, ਉਹਨਾਂ ਦੇ ਲਈ ਆ, ਠੀਕ ਹੈ। ਹੁਣ ਉਹ ਤਾਂ ਉਹ ਦੇਖੋ, ਉਹਨੂੰ ਇਹ ਵੀ ਨਹੀਂ ਸਮਝ ਆ ਰਹੀ ਸੀ ਜਦੋਂ ਕਹਿ ਰਿਹਾ ਸੀ ਨਾ ਵੀ ਜਿਹੜਾ ਗੁਰੂ ਆ, ਰਾਈਟ, ਜਦੋਂ ਮੈਂ ਉਹਨੂੰ ਕਿਹਾ ਵੀ ਗੁਰੂ, ਜਿਹੜੀ ਪੰਕਤੀ ਉਹਨੇ ਸੁਣਾਈ ਸੀ, ਗਿਆਨ ਕਾ ਬੰਦਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ, ਠੀਕ ਹੈ ਨਾ। ਹੁਣ ਉਹ ਪੰਕਤੀ ਹੈਗੀ ਪਹਿਲੇ ਪਾਤਸ਼ਾਹ ਦੀ,
ਹਨਾ। ਤੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਕਿਹਾ, ਜਿਹੜੀ ਉਹਦੀ ਹੋਂਦ ਬਣੀ ਉਹ 5ਵੇਂ ਪਾਤਸ਼ਾਹ ਦੇ ਟਾਈਮ, ਤੇ ਗੁਰਗੱਦੀ ਦਿੱਤੀ ਗਈ 10ਵੇਂ ਪਾਤਸ਼ਾਹ ਦੇ ਟਾਈਮ, ਬਿਲਕੁਲ ਹਨਾ। ਹੁਣ ਜਾਣੀ ਜਦੋਂ ਇਹ ਕਹਿੰਦੇ ਆ ਵੀ 10ਵੇਂ ਪਾਤਸ਼ਾਹ ਜਿੱਦਾਂ ਭਾਈ ਲਹਿਣਾ ਜੀ ਸੀਗੇ, ਜਦੋਂ ਗੁਰੂ ਨਾਨਕ ਦੇਵ ਜੀ ਆਪ ਜੋਤੀ ਜੋਤ ਸਮਾਜ ਆਖਰੀ ਸਮਾਂ ਆਇਆ ਨਾ, ਉਦੋਂ ਉਹਨੇ ਕਿਹਾ ਭਈ ਜਿਹੜੀ ਜੋਤ ਆ ਹੁਣ ਉਹ ਭਾਈ ਲਹਿਣਾ ਜੀ ਵਿੱਚ ਆ, ਤੇ ਗੁਰੂ ਅੰਗਦ ਦੇਵ ਜੀ ਗੁਰੂ ਹੋਣਗੇ, ਠੀਕ ਹੈ ਹਨਾ। ਹੁਣ ਉਹਨਾਂ ਬਾਰੇ ਅਸੀਂ ਆਰਗੂ ਕਰ ਸਕਦੇ ਹਾਂ, ਦੂਜੇ ਤੀਜੇ ਚੌਥੇ ਪੰਜਵੇਂ ਛੇਵੇਂ ਸੱਤਵੇਂ ਪਾਤਸ਼ਾਹ ਬਾਰੇ, ਭਈ ਜੀ ਨਹੀਂ ਇਹ ਪੋਸੀਬਲ ਆ ਵੀ ਗੁਰੂ ਸਾਹਿਬ ਨੇ ਆਪਣੇ ਜੋਤੀ ਜੋਤ ਸਮਾਉਣ ਤੋਂ ਕੁਛ ਦਿਨ ਪਹਿਲਾਂ ਕਹਿਤਾ ਹੋਵੇ, ਵੀ ਆਪਣੇ ਹੁੰਦਿਆਂ ਆਪ ਹੁਣ ਗੁਰੂ ਨਾਨਕ ਦੇਵ ਜੀ ਬਾਰੇ ਕਿਹਾ ਵੀ ਜਾਂਦਾ ਵੀ 1 ਮਹੀਨਾ ਰਹੇ ਆ ਉਹ, ਠੀਕ ਹੈ, ਵੀ ਆਪ ਜਿੱਦਾਂ ਸੰਗਤ ਮੱਥਾ ਟੇਕਦੀ ਸੀ ਗੁਰੂ ਅੰਗਦ ਦੇਵ ਜੀ ਨੂੰ, ਉਦਾਂ ਹੀ ਆਪ ਵੀ ਟੇਕਦੇ ਰਹੇ ਆ, ਠੀਕ ਹੈ। ਉਹ ਜਦੋਂ ਕਿਹਾ ਨਾ ਵੀ ਬਾਬਾ ਜਿਹੜਾ ਉਹ ਆਪੇ ਭਾਈ ਗੁਰਦਾਸ ਜੀ ਨੇ ਕਿਹਾ ਵੀ ਗੁਰ ਚੇਲੇ ਰਹਿਰਾਸ ਕੀ, ਉਹਦੀ ਵਿਆਖਿਆ ਕਰਦੇ ਸਾਡੇ ਸਿਆਣੇ ਕਥਾਕਾਰ ਵੀ ਇਹ ਗੱਲ ਕਹਿੰਦੇ ਆ, ਉਹ ਆਰਗੂ ਕੀਤਾ ਜਾ ਸਕਦਾ, ਠੀਕ ਹੈ, ਮੰਨ ਲਈਏ ਵੀ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਨੂੰ ਆਪਣੇ ਜੀਂਦੇ ਜੀ ਗੁਰੂ ਥਾਪ ਕੇ, ਠੀਕ ਹੈ, ਜੋ ਪ੍ਰੋਟੋਕਾਲ ਸੀ ਉਹ ਆਪ ਕਰਕੇ ਲੋਕਾਂ ਨੂੰ ਸਮਝਾ ਦਿੱਤਾ ਵੀ ਏਦਾਂ ਕਰਨੀ ਆ ਗੁਰੂ ਦੇ ਨਾਲ, ਏਦਾਂ ਪ੍ਰਕਰਮਾ ਕਰਨੀ ਆ ਗੁਰੂ ਦੀ, ਏਦਾਂ ਮੱਥਾ ਟੇਕਣਾ ਆ, ਮੰਨ ਲਈਏ ਆਪਾਂ, ਠੀਕ ਹੈ ਹਨਾ। ਹੁਣ ਹਾਲਾਂਕਿ ਗੱਲ ਉੱਥੇ ਬਣਦੀ ਨਹੀਂ, ਕਿਉਂਕਿ ਗੁਰੂ ਸਾਹਿਬ ਦਾ ਬਾਕੀਆਂ ਨੂੰ ਭਾਈ ਕਹਿੰਦੇ ਆ, ਬਿਲਕੁਲ ਠੀਕ ਹੈ, ਚਲੋ ਮੰਨ ਲਓ ਏਦਾਂ ਹੀ ਦੂਜੇ ਪਾਤਸ਼ਾਹ ਨੇ ਕਰ ਦਿੱਤੀ ਹੋਵੇ, ਪਰ ਜਦੋਂ 8ਵੇਂ ਪਾਤਸ਼ਾਹ ਦੇ ਬਾਰੇ ਇਤਿਹਾਸ ਕਹਿੰਦਾ ਆ ਵੀ ਉਹ ਕਹਿੰਦੇ ਬਾਬਾ ਬਕਾਲੇ, ਉਹਨੇ ਤਾਂ ਇਹ ਵੀ ਨਹੀਂ ਦੱਸਿਆ ਵੀ ਤੇਗ ਬਹਾਦਰ ਬਕਾਲੇ, ਨਹੀਂ ਦੱਸਿਆ, ਠੀਕ ਹੈ ਨਾ। ਤੇ ਇਹ ਵੀ ਨਹੀਂ ਹੋਇਆ ਵੀ ਹੁਣ ਅੰਗਦ ਤੋਂ ਲਹਿਣੇ ਤੋਂ ਅੰਗਦ ਬਣਦੇ ਆ, ਹਨਾ, ਅਮਰਦਾਸ ਤੋਂ ਗੁਰੂ ਅਮਰਦਾਸ ਬਣਦੇ ਆ, ਭਾਈ ਜੇਠਾ ਤੋਂ ਗੁਰੂ ਰਾਮਦਾਸ ਬਣਦੇ ਆ, ਹਨਾ। ਤੇਗ ਬਹਾਦਰ ਦਾ ਨਾਮ ਵੀ ਨਹੀਂ ਬਦਲਿਆ ਜਾਂਦਾ, ਉਹ ਨਾਂ 6ਵੇਂ ਪਾਤਸ਼ਾਹ ਨੇ ਦਿੱਤਾ ਆ, ਉਹੀ ਰਹਿੰਦਾ। ਹੁਣ ਉਹਨੇ ਇੰਨੀ ਗੱਲ ਕਹਿ ਦਿੱਤੀ 8ਵੇਂ ਪਾਤਸ਼ਾਹ ਨੇ ਵੀ ਬਾਬਾ ਬਕਾਲੇ, ਠੀਕ ਹੈ। ਉਹ ਤੋਂ ਬਾਅਦ ਹੋਣਾ ਕੀ ਆ, ਕੀ ਕਰਨਾ ਆ, ਉਹ ਤਾਂ ਸਿੱਖਾਂ ਨੇ ਤੈਅ ਕੀਤਾ ਨਾ, ਬਿਲਕੁਲ। ਗੁਰੂ ਨੂੰ ਕਿੱਦਾਂ, ਗੁਰੂ ਸਾਹਿਬ ਨੇ ਆਪ ਥੋੜਾ ਕਿਹਾ ਹੋਊਗਾ ਵੀ ਅੱਛਾ ਹੁਣ ਮੈਂ ਤਖਤ ਤੇ ਬੈਠਿਆ ਕਰੂੰਗਾ ਤੇ ਤੁਸੀਂ ਏਦਾਂ ਮੱਥਾ ਟੇਕਿਆ ਕਰੋ ਮੈਨੂੰ, ਨਹੀਂ ਨਾ, ਹੋ ਗਿਆ। ਹੁਣ ਜਦੋਂ 10ਵੇਂ ਪਾਤਸ਼ਾਹ ਜੋਤੀ ਜੋਤ ਸਮਾਉਂਦੇ ਆ, ਹਨਾ, ਅਸੀਂ ਇਹ ਵੀ ਸਾਡੇ ਇਤਿਹਾਸਕਾਰ ਕਹਿੰਦੇ ਆ ਵੀ ਆਸ ਨਹੀਂ ਸੀਗੀ, ਵੀ ਜਦੋਂ ਪਠਾਣਾ ਨੇ ਜਾ ਕੇ ਵਾਰ ਕੀਤਾ ਨਾ, ਜਿਹੜੇ ਜ਼ਖਮ ਸੀ ਠੀਕ ਹੋ ਗਏ ਸੀ, ਠੀਕ ਹੈ, ਮੁੜ ਕੇ ਕਿਤੇ ਤੀਰ ਉਹਨੇ ਚਲਾਇਆ, ਕਮਾਨ ਖਿੱਚੀ ਆ, ਉਹਦੇ ਨਾਲ ਜ਼ਖਮ ਫੇਰਸ ਗਿਆ, ਠੀਕ ਹੈ, ਜਿਹਦੇ ਕਰਕੇ ਉਹਨਾਂ ਦੀ ਡੈਥ ਹੋ ਗਈ। ਹੁਣ ਅਚਾਨਕ ਡੈਥ ਹੋਈ ਆ, ਜਿਹਦਾ 5ਵੇਂ ਪਾਤਸ਼ਾਹ ਆ, ਉਹਨਾਂ ਦੇ ਬਾਰੇ ਉਹਨਾਂ ਨੂੰ ਪਤਾ ਆ, ਪਹਿਲਾਂ ਸੱਦਾ ਆ ਗਿਆ ਆ, ਉਹ ਤਿਆਰੀ ਦੇ ਵਿੱਚ ਗਏ ਆ, 9ਵੇਂ ਪਾਤਸ਼ਾਹ ਤਿਆਰੀ ਦੇ ਵਿੱਚ ਗਏ ਆ, ਹਨਾ। ਹੁਣ 9ਵੇਂ ਪਾਤਸ਼ਾਹ ਜਾਣ ਲੱਗੇ ਸਾਰਾ ਕੁਝ ਸਮਝਾ ਕੇ ਗਏ ਹੋਣਗੇ, ਪਰ 10ਵੇਂ ਪਾਤਸ਼ਾਹ ਦੀ ਤਾਂ ਮੌਤ ਅਚਾਨਕ ਹੋਈ ਆ, ਸਡਨਲੀ ਆ, ਹਨਾ, ਠੀਕ ਹੈ। ਹੁਣ ਉਸ ਵੇਲੇ ਅਚਾਨਕ ਜਦੋਂ ਉਹਨੇ ਦੇਖਿਆ ਆਖਰੀ ਸਮਾਂ, ਤੇ ਉਹ ਕਹਿੰਦੇ ਵੀ ਆਤਮਾ ਗ੍ਰੰਥ ਵਿੱਚ ਤੇ ਸਰੀਰ ਪੰਥ ਵਿੱਚ, ਜਿਹੜਾ ਇਹ ਕਹਿੰਦੇ ਆ ਸਾਨੂੰ, ਹਨਾ। ਉਦੋਂ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਲੁੱਕ ਆਫਟਰ ਆ, ਜੋ ਰੱਖਣਾ ਆ, ਕਿੱਦਾਂ ਪ੍ਰਕਾਸ਼ ਕਰਨਾ, ਉਹ ਕਦੋਂ ਸਾਡੇ ਚ ਆਇਆ, ਬਿਲਕੁਲ, ਜਿਹੜੀ ਅੱਜ ਦਾ ਗੁਰੂ ਬਣਾ ਕੇ ਪੇਸ਼ ਕੀਤਾ, ਹਾਂਜੀ, ਅਸੀਂ ਰੱਖਿਆ ਜਿੰਨਾ। ਉਹ ਹੁਣ ਉੱਥੇ ਮਸਲਾ ਜਦੋਂ ਇਹ ਗੱਲ ਕਰਦੇ ਆ, ਫਿਰ ਦੋ ਟੁਕ ਦੇਖੋ ਜੀ, ਇਹ ਕਹਿੰਦੇ ਗੁਰੂ ਗ੍ਰੰਥ ਸਾਹਿਬ ਗੁਰੂ ਨਹੀਂ ਹੈਗਾ, ਇਹ ਤਾਂ ਗਿਆਨ ਗੁਰੂ ਮੰਨਦੇ ਆ, ਚੱਕੋ ਗੁਰੂ ਗ੍ਰੰਥ ਸਾਹਿਬ ਇੱਥੋਂ, ਠੀਕ ਹੈ, ਹਨਾ। ਇਹ ਕਹਿੰਦੇ ਆ ਪੰਥ ਇਦਾਂ ਨਹੀਂ। ਹੁਣ ਅਸੀਂ, ਮੈਂ ਇਹਨੂੰ ਵੀ ਗਰਜੰਟ ਨੂੰ ਵੀ ਗੱਲ ਪੁੱਛਦਾ ਸੀ ਨਾ ਵੀ ਤੂੰ ਦੱਸ ਪੰਥ ਦੀ ਪਰਿਭਾਸ਼ਾ ਕੀ ਆ, ਕਹਿੰਦਾ ਜਿਹੜੇ ਵਿਸ਼ਵਾਸ ਰੱਖਦੇ ਸਾਰੇ, ਮਤਲਬ ਸਾਰੇ, ਜੇ ਹੁਣ ਵਿਸ਼ਵਾਸ ਤਾਂ ਬਹੁਤ ਬੰਦੇ ਆ ਰੱਖਦੇ, ਉਹ ਜਿਹੜੇ ਇੱਥੇ ਨਿਊਜ਼ੀਲੈਂਡ ਤੋਂ ਮੈਂ 50 ਬੰਦੇ ਖੜੇ ਕਰ ਦਿੰਦਾ ਜਿਹੜੇ ਵਿਸ਼ਵਾਸ ਰੱਖਦੇ ਆ, ਉਹਨਾਂ ਚੋਂ 5 ਇਕੱਠੇ ਹੋ ਕੇ ਕਹਿਣ ਪਏ ਅਸੀਂ ਬਾਦਲ ਨੂੰ ਛੇਕਣਾ, ਧੁੰਮੇ ਨੂੰ ਛੇਕਣਾ, ਹੋ ਸਕਦਾ ਏਦਾਂ? ਨਹੀਂ ਨਾ। ਤੇ ਛੇਕਣ ਦਾ ਅਧਿਕਾਰ ਕਿਹਦੇ ਕੋਲੇ ਆ? ਪਤਾ ਹੀ ਆ, ਉਹ ਜਿਹੜੇ ਉਹਨਾਂ ਦੇ ਗੁਲਾਮ ਹੋ ਕੇ ਬੈਠੇ ਆ। ਹੁਣ ਪੰਥ ਉਹ ਆ, ਫਿਰ ਕਿਹੜਾ ਆ, ਇੱਕੋ ਹੀ ਆ ਕਿ ਦੋ ਆ? ਮਾਨ ਕਹਿੰਦਾ ਨਹੀਂ ਅਸੀਂ ਨਹੀਂ ਮੰਨਦੇ, ਇਹਨਾਂ ਨੂੰ ਸਾਡਾ ਆਪਣਾ ਆ, ਉਹ ਆਪ ਛੇਕਾ ਛਕਾਈ ਸ਼ੁਰੂ ਕਰ ਦਿੱਤੀ ਉਹਦੀ। ਅੱਗੇ ਇੱਕ ਥੋੜਾ ਸੀ ਸੰਤਾ ਵਿਪਤਾ ਇਹ ਪਈ ਉਹ ਆ ਵੀ ਇਸ ਤਰ੍ਹਾਂ ਛੇਕਣਾ ਠੀਕ ਨਹੀਂ ਹੈਗਾ, ਤੇ ਤੁਸੀਂ ਇੱਕ ਤੁਹਾਡਾ ਬਰਾਬਰ ਉਹਨਾਂ ਦੇ ਹੋਰ ਕਰ ਦਿੱਤਾ। ਉਹਦੀ ਪਰਿਭਾਸ਼ਾ ਕੋਈ ਨਹੀਂ ਤੁਹਾਡੇ ਕੋਲ, ਹਨਾ। ਖੁੱਲੇ ਜਿਹੇ ਸ਼ਬਦ ਤੁਸੀਂ ਲਿਆ ਕੇ ਸਾਡੇ ਤੇ ਮੜੀ ਜਾਂਦੇ ਆ, ਜਾਨੀ ਇਸ ਪਾਸਿਓਂ, ਹਨਾ। ਹੁਣ ਉਹ ਚੀਜ਼ ਜਿਹੜੀ ਆ, ਸਵਾਲ ਤਾਂ ਇਹ ਆ ਵੀ ਅੱਜ ਦੀ ਜਿਹੜੀ ਗੁਰਦੁਆਰਿਆਂ ਦੀ ਰੂਪ ਰੇਖਾ ਆ, ਇਹ ਕਿੱਦਾਂ ਆਈ ਆ ਸਾਡੇ ਕੋਲ, ਕਿੱਥੋਂ ਸਫ਼ਰ ਕਰਕੇ ਪਹੁੰਚੀ ਆ, ਕੀ ਇਹਦਾ ਗੁਰੂ ਨਾਨਕ ਪਾਤਸ਼ਾਹ ਦਾ ਜਾਂ 9ਵਾਂ ਪਾਤਸ਼ਾਹੀਆਂ ਦੀ ਵਿਚਾਰਧਾਰਾ ਨਾਲ ਕੋਈ ਲੈਣਾ ਦੇਣਾ ਹੈ? ਉਹਦੇ ਜਵਾਬ ਲਈ ਤੁਸੀਂ ਕਹਿ ਦਿੰਦੇ ਆ ਵੀ ਨਹੀਂ ਜੀ, ਜਿੱਦਾਂ ਗਰਜੰਟ ਕੱਲ ਕਹਿੰਦਾ ਸੀਗਾ ਵੀ ਗੁਰੂ ਜਿਹੜਾ ਸ਼ਬਦ ਆ ਗੁਰਬਾਣੀ ਚ ਤਾਂ ਜਿਹੜਾ ਮਰਜ਼ੀ ਅਰਥਾਂ ਚ ਆਇਆ ਹੋਵੇ, ਵੀ ਇਹ ਤਾਂ ਇੱਕ ਪਰੰਪਰਾ ਆ। ਵੀ ਰਾਜਸਥਾਨ ਵਿੱਚ ਹੁਣ ਵੀ ਕਹਿੰਦਾ ਟੀਚਰ ਨੂੰ ਗੁਰੂ ਕਹਿੰਦੇ ਆ,
ਹਨਾ। ਜੇ ਟੀਚਰ ਨੂੰ ਗੁਰੂ ਕਹਿੰਦੇ ਆ, ਮੰਨ ਲਓ ਇੱਕ ਤੁਹਾਡਾ ਕੋਚ ਆ, ਸੌਕਰ ਸਿਖਾਉਂਦਾ ਆ, ਉਹਨੂੰ ਗੁਰੂ ਕਹਿੰਦੇ ਆ, ਗੁਰੂ ਹੋ ਗਿਆ। ਠੀਕ ਹੈ। ਇੱਕ ਦੇ ਕੋਲ ਤੁਸੀਂ ਮੈਥ ਪੜ੍ਹਦੇ ਆ, ਉਹਨੂੰ ਗੁਰੂ ਕਹਿੰਦੇ ਆ। ਇੱਕ ਦੇ ਕੋਲ ਤੁਸੀਂ ਜਿਮਨਾਸਟਿਕ ਸਿੱਖਣ ਗਏ ਆ, ਕਿਸੇ ਕੋਲੋਂ ਤੁਸੀਂ ਘੋੜਸਵਾਰੀ, ਤੀਰ ਕਮਾਨ ਸਿੱਖਣ ਗਏ ਆ, ਉਹ ਗੁਰੂ ਹੋ ਗਿਆ ਤੁਹਾਡਾ, ਹਨਾ। 4-5 ਗੁਰੂ ਹੋ ਗਿਆ ਤੁਹਾਡੇ। ਠੀਕ ਹੈ। ਤੇ ਇਦਾਂ ਹੀ ਤੁਸੀਂ ਜਿਹੜਾ ਗੁਰਬਾਣੀ ਦਾ ਗਿਆਨ ਆ ਉਹ ਲੈਣ ਆ ਗਿਆ ਗੁਰੂ ਗ੍ਰੰਥ ਸਾਹਿਬ ਕੋਲੋਂ, ਤੇ ਉਹ ਵੀ ਗੁਰੂ ਹੋ ਗਿਆ। ਠੀਕ ਹੈ ਨਾ। ਹੁਣ ਗਰਜੰਟ ਹੁਣਾਂ ਦੇ ਮੁਤਾਬਕ, ਟਕਸਾਲੀਆਂ ਦੇ ਮੁਤਾਬਕ ਗੁਰੂ ਗ੍ਰੰਥ ਸਾਹਿਬ ਦੀ ਅਹਿਮੀਅਤ ਕਿੰਨੀ ਕੁ ਹੈ? ਜਿੰਨੀ ਕਿ ਇੱਕ ਸੌਕਰ ਸਿਖਾਉਣੇ ਵਾਲੀ। ਬਿਲਕੁਲ ਬਿਲਕੁਲ। ਮੈਡੀਟੇਸ਼ਨ ਪੜਾਉਣੇ ਤਾਂ ਇਦਾਂ ਹੀ ਬਣਦਾ ਹੀ ਆ, ਹਨਾ। ਹੁਣ ਜਿਹੜਾ ਤੁਹਾਡਾ ਕੋਚ ਆ, ਜਿਹੜਾ ਤੁਹਾਡਾ ਟੀਚਰ ਪੜ੍ਹਾ ਰਿਹਾ ਆ, ਉਹਨੂੰ ਕਿੰਨੀ ਕੁ ਵਾਰ ਤੁਸੀਂ ਏਦਾਂ ਪ੍ਰਕਾਸ਼ ਤਖਤ ਦੇ ਉੱਤੇ ਕਰਕੇ ਤਾਂ ਉਹਦੀਆਂ ਪਰਿਕਰਮਾ ਕੀਤੀਆਂ ਤੇ ਮੱਥੇ ਟੇਕਿਆ? ਨਹੀਂ। ਉਹ ਆਪਣੇ ਜਾਲ ਚ ਆਪੇ ਫਸ ਰਹੇ ਆ, ਔਰ ਅੱਗੇ ਜਾ ਕੇ ਬੜਾ ਮਹਿੰਗਾ ਪੈਣਾ ਉਹਨਾਂ ਨੂੰ। ਠੀਕ ਹੈ। ਜਿਹੜਾ ਉਹਨੇ ਹਰ ਜਣਾ ਖਣਾ ਇਦਾਂ ਖੜਾ ਕਰ ਦਿੱਤਾ ਨਾ ਵਿਆਖਿਆ ਕਰਨਾ। ਹੁਣ ਮੇਰੀ ਗੱਲ ਨੂੰ ਉਹਨੂੰ ਇਦਾਂ ਉਹਨੂੰ ਜਾ ਕੇ ਉੱਥੇ ਪਾਇਆ, ਕਹਿੰਦਾ ਜੀ ਇਹ ਕਹਿੰਦਾ ਮੈਨੂੰ ਤਾਂ ਜੇ ਪੜ੍ਹਨਾ ਪੈਣਾ। ਮੈਂ ਕਿਉਂ ਸਟੇਟਮੈਂਟ ਦੇ, ਮੈਂ ਅਥਾਰਟੀ ਹਾਂ ਕੋਈ? ਮੈਂ ਕਿਉਂ ਸਟੇਟਮੈਂਟ ਦੇ ਦਿਆਂ? ਮੈਂ ਤਾਂ ਤੈਨੂੰ ਕਹਿ ਰਿਹਾ ਅਸੀਂ ਤਾਂ ਵਿਚਾਰ ਕਰ ਰਹੇ ਹਾਂ, ਤੇ ਨਾਲੇ ਸਾਡੀ ਪਰਿਭਾਸ਼ਾ ਸੁਣ ਕਿਉਂ ਰਿਹਾ ਤੂੰ? ਤੈਨੂੰ ਕਿਉਂ ਲੱਗਾ ਵੀ ਅਸੀਂ ਪਰਿਭਾਸ਼ਾ ਅਸੀਂ ਕਹੀਏ ਤਾਂ ਤੂੰ ਉਹਦੇ ਤਾਂ ਇੱਕੋ ਹੀ ਗੱਲ ਆ, ਤੂੰ ਸਾਡੀ ਗੱਲ ਨੂੰ ਫੜ ਕੇ ਤੂੰ ਇਹ ਕਹਿਣਾ ਦੇਖੋ ਆ ਕਹਿੰਦੇ ਆ, ਜਦੋਂ ਤੁਸੀਂ ਕਹਿਣਾ ਹੀ ਗਲਤ ਆ ਅਸੀਂ ਕਿਉਂ ਕਹੀਏ ਵੀ ਆਈ ਨੋ? ਬਿਲਕੁਲ ਬਿਲਕੁਲ। ਮੈਨੂੰ ਸੌਖਾ ਹੈ ਕਹਿਣਾ ਵੀ ਆਈ ਡੋਂਟ ਨੋ। ਬਿਲਕੁਲ। ਹਾਂ, ਮੈਨੂੰ ਨਹੀਂ ਪਤਾ। ਨਾਲੇ ਉਹ ਤਾਂ ਕਮਲਾ ਆ, ਆਪ ਕਹਿ ਗਿਆ, ਇਹ ਨਹੀਂ ਮੰਨਦਾ। ਉਹ ਤੁਹਾਡੀ ਗੱਲ ਕੱਟਣ ਵਾਸਤੇ ਉਹ ਕਹਿ ਗਿਆ ਕਿ ਜਿਹੜਾ ਗੁਰੂ ਆਇਆ ਗੁਰੂ ਗ੍ਰੰਥ ਸਾਹਿਬ ਪ੍ਰਸ਼ੰਸਾ ਵਾਸਤੇ ਹੈ, ਇਹ ਨਹੀਂ। ਉਹੀ ਗੱਲ ਹੈ, ਅਥਾਰਟੀ ਨੂੰ ਪੁੱਛ ਲਵੇ ਜਾ ਕੇ, ਜਿਸ ਦਿਨ ਉਹ ਕਹਿਣਗੇ ਨਾ ਫਿਰ ਮੰਨ ਲਾਂਗੇ ਪ੍ਰਸ਼ੰਸਾ ਆ, ਫਿਰ ਪਤਾ ਲੱਗੂਗਾ ਕਿੱਦਾਂ। ਇਹ ਤਾਂ ਇਹਦਾ ਕਹਿ ਗਿਆ ਆਪਣੀ ਗੱਲ ਕਰਨ ਨੂੰ ਭਾਰ ਪਾਉਣ ਵਾਸਤੇ। ਨਹੀਂ, ਫਿਰ ਜਦੋਂ ਸਾਨੂੰ ਵੀ ਪਤਾ ਨਾ ਵੀ ਜਿਹੜੀਆਂ ਗੱਲਾਂ ਕਰਦੇ ਆ ਇਹ ਅਥਾਰਟੀ ਨਹੀਂ ਹੈਗੇ, ਜਿੱਦਣ ਕੋਈ ਜ਼ਿੰਮੇਵਾਰ ਬੰਦਾ ਆਊਗਾ ਉਹਦੇ ਨਾਲ ਅਸੀਂ ਪੁਆਇੰਟ ਟੂ ਪੁਆਇੰਟ ਗੱਲ ਕਰ ਲਾਂਗੇ। ਇਹਨਾਂ ਦੇ ਨਾਲ ਸਾਨੂੰ ਕੋਈ ਬੈਨੀਫਿਟ। ਨਾਲੇ ਇਹਨਾਂ ਨੂੰ ਇਹ ਵੀ, ਗੁਰਜੰਟ ਸਿੰਘ ਨੂੰ ਇਹ ਵੀ ਗੱਲ ਪਤਾ ਲੱਗ ਜਾਣੀ ਚਾਹੀਦੀ ਹੈ, ਜਿਹੜੀ ਪ੍ਰਸ਼ੰਸਾ ਵਾਲੀ ਗੱਲ ਹੈ ਨਾ ਉਹ ਸਾਡੇ ਬੈਨੀਫਿਟ ਚ ਜਾਊਗੀ ਜਿਸ ਦਿਨ ਤੁਹਾਡੀ ਅਥਾਰਟੀਆਂ ਨੇ ਮੰਨ ਲਈ। ਇਹ ਹੋਣਾ ਚਾਹੀਦਾ ਇਹਨਾਂ ਨੂੰ। ਉਸ ਤੇ ਅੱਗੇ ਗਾਂ ਗੱਲ ਚੱਲੂਗੀ। ਤੁਸੀਂ ਇਹ ਵੀ ਨਹੀਂ ਮੰਨ ਸਕਦੇ, ਤੁਸੀਂ ਉਹ ਅਥਾਰਟੀ ਜਿਸ ਦਿਨ ਤੂੰ ਮੈਨੂੰ ਕਹੋ ਆ ਕੇ ਕਹਿ ਦੇਵੇ ਹਾਂ ਪ੍ਰਸ਼ੰਸਾ ਵਾਸਤੇ ਲਿਖਿਆ ਜਾਂ ਬਾਕੀ ਖੰਡ ਕੀਰਤਨੀ ਟਕਸਾਲੀਆਂ ਨੂੰ, ਫਿਰ ਗੱਲ ਬਣੂਗੀ ਜਾ ਕੇ, ਉਹ ਵੀ ਸਾਡੇ ਫਾਇਦੇ ਚ ਜਾਊਗੀ। ਬਾਅਦ ਚ ਸੋਚ ਲੈਣ ਜਰਾ ਨਾ ਜੀ। ਉਹ ਸਾਡੇ ਨਾਲ ਇੱਕ ਸਰੋਤੇ ਆ, ਪਹਿਲਾਂ ਉਹਨਾਂ ਦੀ ਗੱਲ ਸੁਣ ਲਈਏ। ਸਵਾਗਤ ਹੈ ਜੀ ਤੁਹਾਡਾ। ਹਾਂਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂ, ਗੁਰੂ ਫਤਿਹ ਜੀ। ਹਾਂਜੀ, ਗੁਰਜੰਟ ਸਿੰਘ ਜੀ ਬੋਲ ਰਹੇ ਆ ਜੀ, ਤੁਹਾਡੇ ਵਿਚਾਰ ਸੁਣ ਰਹੇ ਸੀ ਹੁਣੇ। ਯਾਰ ਤੂੰ ਇੰਨਾ ਢੀਠ ਆ, ਕੱਲ ਤੂੰ ਇੱਥੇ ਗੱਲਾਂ ਕਿੱਦਾਂ ਦੀਆਂ ਕਰਦਾ ਗਿਆ, ਪੋਸਟ ਤੂੰ ਕਿੱਦਾਂ ਦੀ ਪਾ ਦਿੱਤੀ, ਹੁਣ ਤੂੰ ਫੇਰ ਫੋਨ ਕਰ ਲਿਆ। ਉਹ ਮੈਂ ਦੇਖਿਆ ਜੀ ਤੁਸੀਂ ਨਾ ਜੋ ਗੱਲਾਂ ਕਰ ਰਹੇ ਹੋ ਥੋੜੀਆਂ ਟੇਢੀਆਂ ਗੱਲਾਂ ਕਰ ਰਹੇ ਹੋ। ਮੈਂ ਕਿਹਾ ਤੇਰੇ ਦੁਆਲੇ ਛਿੱਤਰ ਨਾ ਫੜੇ ਬੰਦਾ, ਤੂੰ ਗੱਲਾਂ ਟੇਢੀਆਂ ਕਰਦਾ, ਤੂੰ ਐਡਾ ਢੀਠ ਬੰਦਾ। ਕੱਲ ਤੂੰ ਬੋਲਦਾ ਕੀ ਗਿਆ? ਨਾਲ ਕੋਈ ਗੱਲ ਨਹੀਂ, ਛੇਤਰ ਵੀ ਫੇਰ ਲਿਓ, ਮੈਂ ਕਿਹੜਾ ਮੁੱਕਰਦਾ। ਨਹੀਂ ਤੁਸੀਂ ਮੈਨੂੰ ਇੱਕ ਨਹੀਂ ਸਮਝ ਆਉਂਦੀ, ਐਡੇ ਕਮੀਨੇ ਬੰਦੇ ਤੁਸੀਂ ਏਦਾਂ ਪੰਥ ਦੇ ਦਾਅਵੇਦਾਰ ਕਿੱਦਾਂ ਬਣੇ ਹੋ? ਉਹ ਮੈਂ ਕਾਹਨੂੰ ਦਾਅਵੇਦਾਰ ਆ ਜੀ, ਮੈਂ ਤਾਂ ਪੰਥ ਦਾ, ਮੈਂ ਤਾਂ ਕਿਹਾ ਸੀ ਮੇਰਾ ਗੁਰੂ ਘਰ ਦਾ ਕੁੱਤਾ ਆ ਜੀ, ਮੈਂ ਕਿੱਥੇ ਦਾਅਵੇਦਾਰ ਆ? ਜਾਣੀ ਇੰਨੇ ਕਮੀਨੇ ਆ ਤੁਸੀਂ, ਏਦਾਂ ਦੇ ਮੌਕੇ ਆ ਕੇ ਏਦਾਂ ਦੀਆਂ ਗੱਲਾਂ ਕਰਦੇ, ਕਿੱਡੇ ਦੋਗਲੇ ਜਾਣੀ, ਹਨਾ? ਕੋਈ ਔਗਣ ਹੈਗਾ ਜਿਹੜਾ ਤੁਹਾਡੇ 'ਚ ਨਹੀਂ? ਹਰਨੇਕ ਸਿੰਘ ਜੀ ਤੁਸੀਂ ਜੀ ਕਹਿਣ ਲੱਗਾ ਤੂੰ ਜਿਹੜੀ ਪੋਸਟ ਪਾਈ ਆ ਉਹਦੇ ਵਿੱਚ ਕੀ ਲਿਖਦਾ ਸੀ? ਤੂੰ ਕਿੰਨਾ ਡਰਾਮਾ ਹੈ ਜਿਹੜੀ ਪਹਿਲੇ ਜਿੱਦਣ ਉਹ ਗੱਲ ਸੁਣ, ਉਹ ਬਿਸ਼ਰਮਾ ਗੱਲ ਸੁਣ, ਜਿੱਦਣ ਤੂੰ ਅੰਮ੍ਰਿਤਪਾਲ ਦੀ ਉਹ ਖਬਰ ਸ਼ੇਅਰ ਕੀਤੀ ਆ, ਹਾਂਜੀ, ਉਦਣ ਮੇਰੇ ਬਾਰੇ ਕਿਹੜੇ ਸ਼ਬਦ ਵਰਤਦਾ ਸੀ ਤੂੰ? ਉਹ ਮੇਰੀ ਗੱਲ ਸੁਣੋ ਯਾਰ, ਤੁਹਾਨੂੰ ਜਰਾ ਵੀ ਅਣਖ ਨਹੀਂ ਤੁਹਾਡੇ 'ਚ, ਉਹ ਤੁਹਾਡੇ 'ਚ ਜਰਾ ਵੀ ਅਣਖ ਨਹੀਂ ਹੈਗੀ। ਤੁਸੀਂ ਜਿਹੜੀ ਜਿੱਦਾਂ ਜੋ ਤੇਰੇ ਅੰਦਰ ਆ ਉਹ ਭਾਸ਼ਾ 'ਚ ਗੱਲ ਕਰਦਾ, ਜੇ ਕਿਸੇ ਅਸਲੇ ਦਾ ਆ ਤਾਂ ਨਹੀਂ। ਦੇਖੋ ਗੱਲ ਸੁਣੋ, ਜਦੋਂ ਵਿਚਾਰ ਕੀਤੀ ਜਾਂਦੀ ਆ ਨਾ, ਵਿਚਾਰ ਆਪਸ ਵਿੱਚ ਫਿੱਟੇ ਮੂੰਹ ਤੁਹਾਡਾ, ਫਿੱਟੇ ਮੂੰਹ ਦੋਗ ਲਿਓ ਕਿ ਲੱਖ ਲਾਣ ਤੇ ਆ ਤੁਹਾਡੇ, ਚੱਪਣੀ ਲੈ ਕੇ ਨੱਕ ਡੋਬੋ। ਇਹੋ ਜਿਹੇ ਮਹਾਂਪੁਰਸ਼ ਹੋਏ, ਇਹੋ ਜਿਹੇ ਬ੍ਰਹਮ ਗਿਆਨੀ, ਇਹੋ ਜਿਹੇ ਯੋਧੇ ਹੋਏ ਤੁਹਾਡੇ। ਓਹੋ, ਉਹਨਾਂ ਨਾਲ ਤਾਂ ਗੱਲ ਰਿਲੇਟਡ ਕੋਈ ਹੈ ਉਹ ਨਹੀਂ। ਮੇਰੀ ਗੱਲ ਸੁਣ, ਜਿੱਦਾਂ ਦੀਆਂ ਡਿੰਗਾਂ ਤੂੰ ਮਾਰਦਾ ਉੱਥੇ ਆਪਣੇ ਫੇਸਬੁੱਕ ਤੇ, ਉਦਾਂ ਦੀਆਂ ਉਹ ਮਾਰਦੇ ਹੋਣੇ ਕਾਗਜ਼ੀ ਸ਼ੇਰ। ਬਸ ਉਹ ਮੈਂ ਤਾਂ ਕੁਝ ਕਿਹਾ ਹੀ ਨਹੀਂ ਹੁਣ ਤੁਹਾਨੂੰ, ਮੇਰੇ ਨਾਲ ਗੱਲ ਇਹੀ ਤਾਂ ਕਮੀਨਗੀ ਸਾਨੂੰ ਦੁਖਦੀ ਆ ਤੇ ਜਿਹੜੀ ਤੂੰ ਜਦੋਂ ਤੂੰ ਉੱਥੇ ਜਿਹੜਾ ਬਕਵਾਸ ਕਰਨਾ, ਤੇਰੀ ਮੈਂ ਕੱਲ ਫੋਟੋ ਦੇਖੀ ਆ, ਜਿਹੜਾ ਬੰਦਾ ਸਿਡਨੀ ਢੱਡਰੀਆਂ ਵਾਲਿਆਂ ਨੂੰ ਧਮਕੀ ਦੇ ਰਿਹਾ ਸੀ ਨਾ ਵੀਡੀਓ ਦੇ ਵਿੱਚ, ਹਾਂਜੀ, ਜਿਹੜਾ ਕਹਿੰਦਾ ਸੀ ਸੋਧਾ ਲਾਵਾਂਗੇ, ਹਾਂਜੀ, ਵੀ ਜਿੱਦਾਂ ਇਹਨਾਂ ਕੁੱਤਿਆਂ ਨੂੰ, ਗਰਜੰਟ ਤੇਰੇ ਵਰਗੇ ਕੁੱਤਿਆਂ ਨੂੰ ਇੰਨੀ ਅਕਲ ਨਹੀਂ ਆਈ ਵੀ ਜਦੋਂ ਇੰਦਰਾ ਗਾਂਧੀ ਦਾ ਹਾਲ ਹੋਇਆ ਨਾ, ਤੁਹਾਡੀਆਂ ਧੀਆਂ ਭੈਣਾਂ ਨਾਲ ਕੀ ਕੀਤਾ ਉਹਨੇ।
ਅਜੇ ਵੀ ਤੁਸੀਂ ਜਾਨੀ ਪੰਜਾਬ ਦੀਆਂ ਧੀਆਂ ਭੈਣਾਂ ਤੁਹਾਡੀਆਂ ਕੁਝ ਵੀ ਨਹੀਂ ਲੱਗਦੀਆਂ, ਕੱਲੀਆਂ ਅਸੀਂ ਨਹੀਂ ਕਹਿੰਦੇ ਵੀ ਸੋਧਾ ਲਾਵਾਂਗੇ, ਤੁਸੀਂ ਇਹ ਹਰਾਮਖੋਰੀ ਕਰਦੇ ਆ। ਧੀਆਂ ਭੈਣਾਂ ਜਾਨੀ ਜੋ ਸਿੱਖਾਂ ਦੀਆਂ ਧੀਆਂ ਭੈਣਾਂ ਨੇ ਉਹ ਤੁਹਾਡੀਆਂ ਨਹੀਂ ਕੱਲੀਆਂ। ਮੈਂ ਕਹਿੰਦਾ ਅਸੀਂ ਇਹ ਕਦੇ ਵੀ ਨਹੀਂ ਕਹਿੰਦੇ, ਅਸੀਂ ਉਹਨਾਂ ਬਾਰੇ ਸੋਚ ਕੇ ਕਹਿੰਦੇ ਆ ਵੀ ਲੜਨਾ ਨਹੀਂ ਚਾਹੀਦਾ, ਹਥਿਆਰ ਨਹੀਂ ਚੱਕਣੇ ਚਾਹੀਦੇ। ਮੇਰੀ ਸਟੇਟਮੈਂਟ ਦੇਖੀ ਆ ਕਦੇ ਵੀ ਮੈਂ ਇਹਨੂੰ ਮਾਰ ਦੂੰਗਾ ਇਹਨੂੰ ਮਾਰ ਦੂੰਗਾ? ਤੂੰ ਭਰਾਵਾ ਜਿਹੜੀ ਉੱਥੇ ਕੜੀ ਘੋਲਣ ਲੱਗਿਆ, ਤੂੰ ਇੱਥੇ ਕਰਨ ਕੀ ਆਇਆ? ਤੂੰ ਪਹਿਲੀ ਤਾਂ ਇਹ ਦੱਸ। ਐਡਾ ਹਾਂਜੀ ਮੈਂ ਇਹ ਕਰਨ ਆਇਆ ਕਿ ਤੁਸੀਂ ਹੁਣੇ ਗੱਲ ਕਰ ਰਹੇ ਸੀ ਕਿ ਗੁਰਜੰਟ ਸਿੰਘ ਆਮ ਜੋ ਆਪਣੇ ਗੁਰੂ ਆਪਾਂ ਕਹਿ ਦਿੰਦੇ ਆ ਕਿ ਕੋਈ ਟੀਚਰ ਆ ਕੋਈ ਕੋਚ ਆ ਉਹਨਾਂ ਨੂੰ ਗੁਰੂ ਕਹਿੰਦੇ, ਉਹਨਾਂ ਦੇ ਨਾਲ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੰਪੇਅਰ ਕਰ ਰਿਹਾ ਹੈ। ਤੂੰ ਕੱਲ ਇਹ ਸਟੇਟਮੈਂਟ ਦੇ ਕੇ ਗਿਆ ਵੀ ਰਾਜਸਥਾਨ ਵਾਲੇ ਪਾਸੇ ਉਧਰ ਅਜੇ ਵੀ ਉਹਨੂੰ ਗੁਰੂ ਕਹਿੰਦੇ ਆ। ਮੈਂ ਤੁਹਾਨੂੰ ਇਹ ਕਿਹਾ ਸੀ, ਮੈਂ ਰਾਜਸਥਾਨ ਤੋਂ ਨਹੀਂ ਯੂਜ਼ ਕੀਤਾ, ਮੈਂ ਤਾਂ ਪੰਜਾਬ ਦੀ ਵੀ ਗੱਲ ਕਹਿਣਾ ਕਿ ਆਪਾਂ ਟੀਚਰ ਨੂੰ ਵੀ ਆਪਣੇ ਨੂੰ ਜਿਹੜਾ ਸਕੂਲ ਵਾਲਾ ਹੁੰਦਾ ਜਾਂ ਕੋਈ ਕੋਚ ਹੁੰਦਾ ਆਪਣਾ ਕਿਸੇ ਗੇਮ ਵਾਲਾ, ਉਹਨਾਂ ਨੂੰ ਵੀ ਇੱਕ ਗੁਰੂ ਕਹਿ ਦਿੱਤਾ ਜਾਂਦਾ ਤੇ ਕਿਹਾ ਇਸ ਕਰਕੇ ਜਾਂਦਾ ਕਿਉਂਕਿ ਉਹ ਗਿਆਨ ਬਖਸ਼ਦੇ ਨੇ। ਜਾਨੀ ਗੁਰੂ ਉਹਨੂੰ ਕਿਹਾ ਜਾਂਦਾ ਜਿਹੜਾ ਗਿਆਨ ਬਖਸ਼ਦਾ, ਗਿਆਨ ਆਪਣੇ ਆਪ ਵਿੱਚ ਗੁਰੂ ਨਹੀਂ ਹੁੰਦਾ। ਉਹੀ ਤਾਂ ਭਰਾਵਾ ਗੱਲ ਆ ਵੀ ਜੇ ਗੁਰੂ ਗ੍ਰੰਥ ਸਾਹਿਬ ਦੀ ਇੰਨੀ ਅਹਿਮੀਅਤ ਹੈ ਤੁਹਾਡੇ ਲਈ ਤੇ ਦੇਖੋ ਗਿਆਨ ਬਖਸ਼ਦਾ ਆ ਜੋ ਉਸ ਨੂੰ ਅਸੀਂ ਗੁਰੂ ਕਹਿੰਦੇ ਆ। ਮੈਂ ਇਹ ਗੱਲ ਕਹੀ ਆ ਪਰ ਉੱਥੇ ਅਹਿਮੀਅਤ ਦੀ ਗੱਲ ਤੂੰ ਚੱਲ ਇੱਕ ਮਿੰਟ ਗੱਲ ਸੁਣ ਹਾਂਜੀ ਕੰਮ ਕਰ ਜਾ ਕੇ ਆਪਣਾ ਜੋ ਕਹਿਣਾ ਆਪਣੇ ਫੇਸਬੁੱਕ ਤੇ ਕਹਿ ਜਾ ਕੇ ਤੇਰੇ ਵਰਗੇ ਬੰਦੇ ਲਈ ਤੇਰੇ ਵਰਗੇ ਵਿਚਾਰ ਤੋਂ ਹਰਨੇਕ ਜੀ ਵਿਚਾਰ ਤੋਂ ਭੱਜ ਰਹੇ ਹੋ ਤੂੰ ਕਿਸ ਤੋਂ ਏਦਾਂ ਹੀ ਛਿੱਤਰ ਖਾ ਲੈਣੇ ਆ। ਜਾ ਕੇ ਜਿਹੜਾ ਕੰਮ ਕਰਦਾ ਕਰ ਲਾ, ਹੋਰ ਨਾ ਕੋਈ ਸੁਣੇ ਮੇਰੇ ਕੋਲੋਂ। ਭੱਜਦੇ ਭੁੱਜਦੇ ਕੰਮ ਕਰ ਜਾ ਕੇ ਆਪਣਾ ਉਹੀ ਗੱਲ ਤੂੰ ਹਾਹੀ ਸਟੇਟਮੈਂਟ ਦੇਣੀ ਆ। ਕੱਲ 28 ਮਿੰਟ ਲਾ ਕੇ ਵੀ ਤੂੰ ਹਾਹੀ ਦਿੱਤੀ ਆ। ਤੂੰ ਆਪਣੇ ਕਰ ਲੈ ਜੋ ਕਰਨਾ। ਜਿਹੜੀਆਂ ਨਸਲਾਂ ਤੁਸੀਂ ਤੁਹਾਡਾ ਪਤਾ ਨਹੀਂ ਹੈਗਾ, ਵਿਚਾਰ ਤੋਂ ਭੱਜ ਰਹੇ ਆ ਤੁਸੀਂ। ਅੱਛਾ ਇੱਕ ਮੈਂ ਦੇਖਿਆ ਵੀ ਇਹਨਾਂ ਦੇ ਵਿੱਚ ਇੰਨੀ ਕਮੀਨਗੀ ਭਰ ਕਿੱਦਾਂ ਲੈਂਦੇ ਆ। ਉਹ ਗੁਰਪ੍ਰੀਤ ਕੈਲੀਫੋਰਨੀਆ ਵਾਲਾ ਲਿਖਦੇ ਹੋ ਰਿਹਾ ਸਾਹਮਣੇ, ਉਹੀ ਗੱਲ ਹੈ ਨਾ, ਰਿਕਾਰਡਿੰਗ ਚੱਕਣੀ ਹੈ ਨਾ, ਰਿਕਾਰਡਿੰਗ ਚੱਕਣੀ ਹੈ ਅੱਗੇ ਭੇਜਣੀ ਹੈ। ਦੇਖੋ ਜੀ ਦਿਖਾ ਲੈਣਾ ਵੀ ਮੈਂ ਜੀ ਇਦਾਂ ਬੋਲਦਾ ਸੀ, ਉਹ ਇਦਾਂ ਬੋਲਦਾ ਸੀਗਾ, ਉਹ ਇਦਾਂ ਬੋਲਦਾ ਸੀ। ਜਿਹੜੇ ਤੋਂ ਫੇਸਬੁੱਕ ਤੇ ਬਕਵਾਸ ਕਰਦਾ ਉਹ ਨਹੀਂ ਦੇਖਦੇ ਲੋਕ। ਨਹੀਂ ਮੈਂ ਕੱਲ ਮੈਂ ਇਹਦੀ ਫੋਟੋ ਦੇਖੀ ਜਿਹੜਾ ਨਾ ਉੱਥੇ ਆਸਟ੍ਰੇਲੀਆ ਲੱਗਾ ਬੋਲਣ, ਉਹਦੇ ਨਾਲ ਇਹ ਚਾਰ ਜਣੇ ਖੜੇ ਆ ਜਾਣੇ, ਠੀਕ ਆ ਵੀ ਤੁਸੀਂ ਲੋਕਾਂ ਦੇ ਮਰਾ ਕੇ ਪੁੱਤ ਹਨਾ ਉੱਥੇ ਇੰਨਾ ਦੁਨੀਆ ਦੇ ਵਿੱਚ ਇੰਨਾ ਬੁਰਾ ਸਿੱਖਾਂ ਦਾ ਹਾਲ ਹੋਇਆ ਹਨਾ। ਆਹ ਨਾ ਇੱਕ ਜਾਗੋ ਵਾਲੇ ਗੀਤ ਲੱਗੇ ਆ ਨਵਾਂ ਕੱਢਣ ਹਨਾ, ਉਹ ਸੁਣ ਕੇ ਦੇਖਿਓ। ਇਹ ਸਾਰੀਆਂ ਨਸਲਾਂ ਇੱਕੋ ਜਿਹੀਆਂ ਹੀ ਆ ਜਾਣੀ। ਹੁਣ ਮੈਨੂੰ ਨਹੀਂ ਸੀ ਲੱਗਦਾ ਵੀ ਐਡਾ ਬੇਸ਼ਰਮ ਹੋਊਗਾ। ਨਹੀਂ ਜਿਹੜਾ ਤੂੰ ਬਾਅਦ ਚ ਲਿਖ ਲਿਆ ਉੱਥੇ, ਆਹੋ ਬਾਅਦ 5 ਮਿੰਟ ਦੇ ਬਾਅਦ ਇਹਨੇ ਪੋਸਟ ਪਾਤੀ ਸੀਗੀ, ਉਹਦੇ ਬਾਅਦ ਲਿਖ ਲਿਆ, ਤੇਰਾ ਬਣਦਾ ਹੀ ਨਹੀਂ ਸੀਗਾ, ਸ਼ਰਮ ਆ। ਹਾਲਾਂਕਿ ਮੈਂ ਉੱਥੇ ਕਿਹਾ ਇਹਨੂੰ, ਮੈਂ ਕਿਹਾ ਤੂੰ ਜਾ ਕੇ ਇਹ ਪਾਉਣੀ ਆ ਪੋਸਟ ਵੀ ਭੱਜ ਗਿਆ, ਡਰ ਗਿਆ, ਗੱਲ ਨਹੀਂ ਆਈ ਹਨਾ, ਜਿੱਦਾਂ ਉਹਨੂੰ ਤੇਜਪਾਲ ਨੇ ਕੀਤੀ ਸੀ ਵੀ ਤੂੰ ਜਾ ਹੁਣੇ ਪਾ ਲਾ ਜਾ ਕੇ। ਨਹੀਂ ਇਦਾਂ ਨਹੀਂ। ਫਿਰ ਦੱਸ ਤੁਸੀਂ ਆ ਸੁਣਿਓ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿੱਦਾਂ ਅੰਕਲ ਜੀ ਅੱਜ ਰਾਤ ਨੂੰ ਜਿਹੜੀ ਆਪਣੀ ਸੀਡੀ ਨਵੀਂ ਆ ਰਹੀ ਆ ਉਹਦੇ ਤੁਸੀਂ ਇੱਕ ਗੀਤ ਦੀ ਇੱਕ ਲਾਈਨ ਸੁਣਾਓਗੇ ਸਾਨੂੰ? ਠੀਕ ਹੈ। ਪੁੱਤਰਾ ਬਣ ਜਾ ਸ਼ੇਰ ਜੁਝਾਰੂ ਚੌਕੀ AK-47 ਨੂੰ, ਪੁੱਤਰਾ ਬਣ ਜਾ ਸ਼ੇਰ ਜੁਝਾਰੂ ਚੌਕੀ AK-47 ਨੂੰ। ਵੀ ਜਾਣੀ ਇਹ ਜਾਗੋ ਵਾਲੇ ਆ ਹਨਾ, ਆਪ ਬੈਠੇ ਇੰਗਲੈਂਡ ਹਨਾ। ਹੁਣ ਇਹ ਗਰਜੰਟ ਆ, ਆਪ ਤੂੰ ਇੱਥੇ ਖੇ ਖਾਣ ਬੈਠਾ, ਤੂੰ ਜਾ ਪੰਜਾਬ ਦੇ ਵਿੱਚ। ਆਸਟ੍ਰੇਲੀਆ ਵਾਲਾ ਜਿਹੜਾ ਆ ਤੂੰ ਜਾ ਕੇ ਦੇਖ ਲੈ ਸੌਦਾ ਲਾ ਕੇ ਬਣਦਾ ਕੀ ਆ। ਅੱਗੇ ਇੱਕ ਨੇ ਪੰਗਾ ਲਿਆ ਜਾਣੀ ਇੰਦਰਾ ਗਾਂਧੀ ਨਾਲ ਹਨਾ, ਫਿਰ ਤੁਸੀਂ ਕਹਿੰਦੇ ਤੁਹਾਡੀਆਂ ਕੁਛ ਨਹੀਂ ਲੱਗਦੀਆਂ, ਸਾਡੀਆਂ ਲੱਗਦੀਆਂ ਕਰਕੇ ਅਸੀਂ ਕਹਿੰਦੇ ਵੀ ਹਰਾਮਖੋਰੋ ਨਾ ਲਾਓ ਪੰਗੇ ਜਾ ਕੇ ਵੱਡਿਆਂ ਨਾਲ। ਸਾਡੀਆਂ ਨੂੰ ਅਗਲੇ ਥਾਣਿਆਂ 'ਚ ਨੰਗੀਆਂ ਕਰਦੇ ਆ ਲਿਜਾ ਕੇ। ਤੁਹਾਡਾ ਕੀ ਆ? ਤੁਸੀਂ ਛੱਡ ਛੜਾ ਕੇ ਆਪਣਾ ਸਾਰਾ ਦੇਸ਼ ਜੋ ਹੈਗਾ ਆਪਣੇ ਟੱਬਰ ਨਿਆਣੇ ਚੱਕੇ, ਤੁਸੀਂ ਹੁਣ ਲਾਭਸੂ ਦਾ ਸਾਰਾ ਟੱਬਰ ਅਮਰੀਕਾ ਦੇ ਵਿੱਚ ਬੈਠਾ, ਪੁੱਤ ਤਾਂ ਲੋਕਾਂ ਦੇ ਮਰ ਗਏ ਉੱਥੇ। ਬਿਲਕੁਲ ਹੈ ਕਿ ਨਹੀਂ? ਹੁਣ ਕਿਹੜਾ ਉੱਥੇ ਸੈਂਕੜੇ ਘਰ ਆ ਇਦਾਂ ਦੇ ਜਿਨ੍ਹਾਂ ਦੇ ਵਿੱਚ ਜਾ ਕੇ ਇਹ ਲੋਕ ਬਹਿੰਦੇ ਰਹੇ ਆ, ਹਥਿਆਰ ਲੈ ਕੇ ਰਾਤਾਂ ਰਹਿੰਦੇ ਰਹੇ ਆ, ਔਰ ਕਰੋੜਾਂ ਅਰਬਾਂ ਰੁਪਈਆ ਉਹ ਬੰਦੇ ਦੱਬ ਕੇ ਨੱਪ ਕੇ ਬੈਠੇ ਆ। ਆਲੇ ਦੁਆਲੇ ਪਿੰਡਾਂ ਸਾਰਿਆਂ ਨੂੰ ਪਤਾ। ਹਾਂ, ਬੰਦਾ ਝਿਜਕਦਾ ਹੈ, ਸ਼ਰਮ ਆਉਂਦੀ ਬੰਦੇ ਨੂੰ ਕਿ ਯਾਰ ਸਾਡੀਆਂ ਧੀਆਂ ਭੈਣਾਂ ਚੱਕਦੇ ਆ, ਅਸੀਂ ਇਦਾਂ ਦੇ ਕੰਮ ਨਾ ਕਰੀਏ ਜਿਹੜੇ ਸਾਨੂੰ ਅਲਾਉ ਨਹੀਂ ਹੈਗੇ। ਇਹ ਤਾਂ ਇਹਨਾਂ ਨੇ ਜਾਣ ਕੇ ਤੁਹਾਡੀਆਂ ਨਹੀਂ ਲੱਗਦੀਆਂ, ਇਸ ਕਰਕੇ ਤੁਸੀਂ ਆ ਕੰਮ ਕੀਤਾ। ਤੁਹਾਨੂੰ ਪਤਾ ਕਿ ਤੁਹਾਡੇ ਤੇ ਕੁਛ ਨਹੀਂ, ਤੁਸੀਂ ਤੇ ਬਾਹਰ ਕੱਢ ਦੇਣੀ ਆਪਣੀਆਂ ਨਾ ਵੀ ਇਹਨਾਂ ਦਾ ਕੋਈ ਨਹੀਂ। ਇਹ ਤਾਂ ਇਹ ਬਸ਼ਰਮ ਜਿਹੜੇ ਨਾ ਬੰਦਾ ਜਿਹੜਾ ਲੋਭੀ ਬੰਦਾ ਆ ਉਹਦਾ ਕੋਈ ਦੀਨ ਧਰਮ ਨਹੀਂ ਹੁੰਦਾ, ਠੀਕ ਹੈ। ਉਹ ਤਾਂ ਆਪਣੀਆਂ ਨੂੰ ਵੀ ਬਾਜ਼ਾਰ ਮੰਡੀ ਦੇ ਵਿੱਚ ਖੜੀ ਕਰ ਦਊਗਾ ਇਹ। ਬਿਲਕੁਲ ਠੀਕ ਹੈ। ਜਿਹੜਾ ਬੰਦਾ ਨਹੀਂ ਤਾਂ ਬੰਦਾ ਸੋਚਦਾ ਆ ਵੀ ਜਦੋਂ ਜਿਹੜਾ ਮੈਂ ਕੰਮ ਕਰਨ ਲੱਗਾ ਹਨਾ, ਇਹਦਾ ਜਾਂ ਤਾਂ ਹੋਵੇ ਉਸਾਰੂ ਕੰਮ ਕੋਈ ਫਿਰ ਤਾਂ ਮੰਨਿਆ,
ਠੀਕ ਹੈ। ਹੁਣ ਗੁਰੂ ਸਾਹਿਬ ਵੀ ਸਟੈਪ ਲੈਂਦੇ ਰਹੇ ਆ, ਪਤਾ ਆ ਵੀ ਲੋਕਾਈ ਦੇ ਭਲੇ ਲਈ ਆ। ਜਿੱਥੇ ਪਤਾ ਆ ਵੀ ਤੁਹਾਡਾ ਹੈ ਹੀ ਨਹੀਂ, ਕੁਝ ਬਣਨਾ ਹੀ ਨਹੀਂ ਹਨਾ, ਉੱਥੇ ਤੁਸੀਂ ਕਿੱਦਾਂ ਸੰਭਲੋਗੇ ਆਪਣੇ ਆਪ ਨੂੰ। ਠੀਕ ਹੈ, ਸਾਡੇ ਨਾਲ ਸਰੋਤੇ ਆ ਜੀ, ਸਵਾਗਤ ਹੈ ਜੀ ਤੁਹਾਡਾ। ਹੈਲੋ ਸਤਿ ਸ਼੍ਰੀ ਅਕਾਲ ਭਾਜੀ, ਮੈਂ ਮਨਪ੍ਰੀਤ ਬੋਲ ਰਿਹਾ ਬੈਂਪਟਨ ਤੋਂ। ਹਾਂਜੀ ਭਾਜੀ, ਮੈਂ ਸਿਰਫ 2 ਗੱਲਾਂ ਕਰਨੀਆਂ ਇਹਦੇ ਰਿਗਾਰਡਿੰਗ ਹਨਾ। ਹੁਣ ਜਿੱਦਾਂ ਇਹ ਗੱਲ ਕਰਦਾ ਵੀ ਜੇ ਕੋਈ ਬੰਦਾ ਹੁੰਦਾ ਉਹਨੂੰ ਵੀ ਗੁਰੂ ਕਹਿੰਦੇ ਹਨਾ, ਤੇ ਜਿਹੜਾ ਉਹ ਦਿੰਦਾ ਉਹ ਗਿਆਨ ਹੈ, ਤੇ ਇਹਨੂੰ ਇਸ ਪਾਗਲ ਬੰਦੇ ਨੂੰ ਇਹ ਨਹੀਂ ਪਤਾ ਵੀ ਗੁਰੂ ਦੀ ਕੋਈ ਅਹਿਮੀਅਤ ਨਹੀਂ ਹੈ, ਅਹਿਮੀਅਤ ਤਾਂ ਗਿਆਨ ਦੀ ਹੈ। ਨਹੀਂ ਬਸ ਜੇ ਕੋਈ ਤੇਰਾ ਜੇ ਕੋਈ ਕੋਚ ਹੈ ਆਪਾਂ ਨੂੰ ਮੰਨ ਲਓ ਸੌਕਰ ਸਿਖਾਉਂਦਾ ਹੈ, ਉਹਦੀ ਵੈਲਿਊ ਤਾਂ ਸੌਕਰ ਦੀ ਹੈ ਜਿਹੜਾ ਆਪਾਂ ਸਿੱਖਾਂਗੇ। ਬਿਲਕੁਲ ਹਾਂ, ਜਿਹੜਾ ਤੁਸੀਂ ਤੋਂ ਗਿਆਨ ਕਰਨਾ ਉਹ ਬੰਦੇ ਦੀ ਕੀ ਵੈਲਿਊ ਹੈ। ਸੌਕਰ ਮੈਨੂੰ ਖੇਲਣੀ ਨਾ ਆਵੇ ਤਾਂ ਮੈਂ ਉਹਦੀ ਪੂਜਾ ਕਰੀ ਜਾਵਾਂ, ਉਹਦਾ ਕੀ ਫਾਇਦਾ ਜੀ। ਅੱਛਾ, ਦੂਜੀ ਗੱਲ ਕਿ ਮੈਂ ਤੁਹਾਨੂੰ ਇੱਕ ਹੋਰ ਹੱਸ ਵਾਲੀ ਗੱਲ ਦੱਸਦਾ। ਇੱਕ ਨਾ ਜੀ ਬੰਦਾ ਹੁੰਦਾ ਗੁਜੰਟਰ ਦਾ, ਉਹ ਕਹਿੰਦਾ ਜੀ ਮੈਨੂੰ ਨਾ ਏਦਾਂ ਬੰਦੇ ਬੈਠੇ 4-5 ਉਹਦੇ ਕਹਿੰਦਾ ਮੈਨੂੰ ਨਾ ਜੀ ਮਿਊਜ਼ਿਕ ਦੀ ਬੜੀ ਨੌਲੇਜ ਹੈ। ਕਹਿੰਦਾ ਬੰਦੇ ਕਹਿੰਦੇ ਜੀ ਉਹਨਾਂ ਚ ਇੱਕ ਬੰਦਾ ਹੁੰਦਾ ਬੈਠਿਆਂ ਚ, ਉਹਨੂੰ ਚਲੋ ਮਾੜੀ ਮੋਟੀ ਨੌਲੇਜ ਹੁੰਦੀ ਹੈ ਮਿਊਜ਼ਿਕ ਦੀ। ਕਹਿੰਦਾ ਅੱਛਾ ਉਹ ਕਿਵੇਂ? ਕਹਿੰਦਾ ਦੇਖੋ ਜੀ ਸੁਰ ਹੁੰਦੇ ਆ ਸਾਰੇ ਗਾ ਮਾ ਪਾ ਦਾ ਨੀ ਸਾ। ਕਹਿੰਦਾ ਹਾਂ ਬਹੁਤ ਵਧੀਆ ਗੱਲ ਠੀਕ ਹੈ ਜੀ। ਕਹਿੰਦਾ ਚਲ ਅੱਛਾ ਮੈਨੂੰ ਫਿਰ ਇਹ ਏਦਾਂ, ਕਹਿੰਦਾ ਮੈਨੂੰ ਨਾ ਕੋਈ ਰਾਗ ਭੈਰਵੀ ਜਾਂ ਕੋਈ ਅਲਾਪ ਸੁਣਾ। ਉਹ ਕਹਿੰਦਾ ਜੀ ਸਾਰੇ ਗਾ ਮਾ ਪਾ ਦਾ ਨੀ ਸਾ। ਉਹ ਕਹਿੰਦਾ ਇਹ ਤੂੰ ਗਾਂ ਵੀ ਵੱਜ ਜਾ ਵੀ ਕੋਈ ਹੋਰ ਚੀਜ਼ ਦੱਸ ਲੈ। ਕਹਿੰਦਾ ਸਾਰੇ ਗਾ ਮਾ ਪਾ ਦਾ ਨੀ ਸਾ। ਉਹ ਹਾਲ ਹੈ ਜੀ ਇਹਦਾ, ਬਸ ਇਹਨੂੰ ਇਹੀ ਆਉਂਦਾ ਸਾਰੇ ਗਾ ਮਾ ਪਾ ਦਾ ਨੀ ਸਾ, ਹੋਰ ਇਹਨੂੰ ਇਹ ਨੀ ਪਤਾ ਵੀ ਉਹਦੇ ਮਾਇਨੇ ਕੀ ਹੈ ਮਿਊਜ਼ਿਕ ਦੇ, ਉਹ ਹੈ ਕੀ ਚੀਜ਼, ਇਹਨੂੰ ਕੱਖ ਨਹੀਂ ਪਤਾ। ਐਵੇਂ ਡੰਗਰ ਮਾਰਦਾ ਟੱਕਰਾਂ ਆ ਕੇ ਨਾ ਇਹ ਨਸਲਾ ਜਿਹੜਾ ਨਾ ਇੱਕ ਸੱਤਾ ਪ੍ਰੀਤ ਕਰਕੇ ਹੈਗਾ, ਉਹ ਸਾਈਆਂ ਸੂਈਆਂ ਦੇ ਜਾਂਦਾ, ਉਹਨੂੰ ਪਤਾ ਨਹੀਂ। ਉਹ ਕਹੀ ਜਾਂਦਾ ਮੈਂ ਇੱਕ ਹੱਥ ਤੇ ਅੱਲਾ ਲਿਖਿਆ ਆ, ਇੱਕ ਤੇ ਰਾਮ ਲਿਖਿਆ, ਨਸਲ ਪਤਾ ਨਹੀਂ ਕਿਹੜੀ ਆ। ਰਾਮ ਰਹੀਮ ਦੀ ਹੋਣੀ ਆ। ਹੁਣ ਉਹ 3-4 ਵੀਡੀਓ ਨੇ ਏਦਾਂ ਕੀਤੀਆਂ, ਨੇਕੀ ਦੇ ਬੰਦੇ ਮੈਨੂੰ ਧਮਕੀਆਂ ਦਿੰਦੇ ਆ ਜੀ, ਏਦਾਂ ਆ ਕਈ ਕੁਛ ਕੀਤਾ। ਉਹਨੇ ਨਾ ਕੱਲ ਇੱਥੇ ਗਰਜੰਟ ਦੇ ਫੋਨ ਕਰਨ ਤੋਂ ਘੰਟਾ ਕੁ ਪਹਿਲਾਂ ਦੀ ਪੋਸਟ ਕਿਤੇ ਪਾ ਦਿੱਤੀ ਹੋ ਸੀ ਇੰਡੀਆ ਦੇ ਟਾਈਮ ਨਾਲ, ਵੀ ਅੱਜ 11 ਵਜੇ ਪ੍ਰੋਗਰਾਮ ਆਪਣਾ ਕਿੰਨੇ ਵਜੇ ਸ਼ੁਰੂ ਹੁੰਦਾ ਹੈ ਇੱਥੇ, ਕਿੰਨੇ ਵਜੇ? ਉਦੋਂ 3 ਵਜੇ ਇੰਡੀਆ 'ਚ 7:30 ਕੱਲ ਦੇ ਹਿਸਾਬ ਨਾਲ। ਹਾਂ ਨਹੀਂ 8:30 ਹਾਂ ਆਹੋ 7:30 ਆ ਠੀਕ ਹੈ ਕੁਛ ਆਹੋ ਪਤਾ ਨਹੀਂ। ਉਹਨੇ ਜਾਣੀ ਉਹ ਪਹਿਲਾਂ ਦਾ ਟਾਈਮ ਉਹਨੂੰ ਪਹਿਲਾਂ ਪਾਇਆ ਸੀਗਾ ਵੀ ਇੰਨੇ ਵਜੇ ਅੱਜ ਰੇਡੀਓ ਤੇ ਗੱਲਬਾਤ ਹੋਣੀ ਆ, ਉਹ ਸੁਣਿਓ। ਠੀਕ ਹੈ ਠੀਕ ਹੈ। ਤੇ ਉਹ ਜਾਣੀ ਏਦਾਂ ਇਹ ਵੀ ਕਿੰਨਾ ਬੇਸ਼ਰਮ ਬੰਦਾ ਹਨਾ, ਵੀ ਤੂੰ ਪੋਸਟ ਕਿੱਦਾਂ ਦੀ ਕੱਲ ਇੱਥੋਂ ਫੋਨ ਕੱਟ ਕੇ ਗਿਆ ਰਾਈਟ ਅਵੇ ਤੂੰ ਪੋਸਟ ਪਾਤੀ ਹਨਾ, ਵੀ ਦੇਖੋ ਜੀ ਮੈਂ ਏਦਾਂ ਕਰਦਾ, ਤੇ ਹੁਣ ਆ ਕੇ ਫਿਰ ਤੂੰ ਜੀ ਕਰਨ ਲੱਗਿਆ ਹੋਇਆ। ਤੇ ਇਹਦਾ ਮਤਲਬ ਭਾਜੀ ਫਿਰ KPS ਕਹਿਣ ਲੱਗੇ ਏਦਾਂ ਹੀ ਕਰਦੇ ਹੋਣੇ ਆ ਇਹ। ਨਹੀਂ ਮੂੰਹ ਤੇ ਆਉਂਦਾ ਹੋਣਾ, ਜਦੋਂ ਮੂੰਹ ਤੇ ਆ ਜਾਂਦਾ ਸੀ ਉਦੋਂ ਤਾਂ ਜੀ ਉਹਦੇ ਪੈਰ ਫੜ ਲੈਂਦੇ ਹੋਣੇ ਆ, ਜਦੋਂ ਮਾੜਾ ਮੋਟਾ ਹਨਾ ਇੱਧਰ ਉੱਧਰ ਮੂੰਹ ਕਰਦਾ ਹੋਣਾ ਉਦੋਂ ਲੋਕਾਂ ਅੱਗੇ ਜਾ ਕੇ ਉਹਨੂੰ ਗਾਲਾਂ ਕੱਢਦੇ ਹੋਣੇ ਆ। ਨਹੀਂ ਏਦਾਂ ਹੀ ਆ ਨਾ, ਤੇ ਭਰੋਸਾ ਇਹਨਾਂ ਤੇ ਭਰੋਸਾ ਕੀਤਾ ਹੀ ਨਹੀਂ ਜਾ ਸਕਦਾ। ਮੇਰਾ ਤਾਂ ਨਿਊਜ਼ੀਲੈਂਡ ਦਾ ਤਜਰਬਾ ਆ ਨਾ, ਜਦੋਂ ਗੱਲ ਹੁੰਦੀ ਆ ਬੰਦੇ ਗੱਲ ਹੋਰ ਤਰ੍ਹਾਂ ਕਰਦੇ ਆ ਤੇ ਮੁੜ ਕੇ ਪੇਸ਼ ਜਾ ਕੇ ਹੋਰ ਤਰ੍ਹਾਂ ਕਰਦੇ ਆ ਫਿਰ। ਅੱਛਾ ਭਾਜੀ, ਮੈਨੂੰ ਅੱਜ ਉਹ ਤੁਹਾਡੀ ਗੱਲ ਸਮਝ ਆਈ ਹੈ ਵੀ ਇਹ ਜਿਹੜੇ ਇਦਾਂ ਦੇ ਬੰਦੇ ਆ ਜੀਤੇ ਵਰਗੇ ਤੇ ਇਹਦੇ ਵਰਗੇ ਗਰੰਡਰ ਕੇ, ਇਹ ਸਾਡਾ ਕੰਮ ਸੌਖਾ ਕਰ ਰਹੇ ਆ। ਮੈਨੂੰ ਅੱਜ ਸਮਝ ਆਈ ਜੀ ਇਹ ਕੰਮ ਸੌਖਾ ਕਿੱਦਾਂ ਕਰਦੇ ਆ। ਇਹ ਨਾ ਸਾਰੀ ਜਿਹੜੀ ਪੁਰਾਣੀ ਪਿਕਚਰ ਹੈ 84 ਵਾਲੀ 90 ਵਾਲੀ, ਉਹ ਕਲੀਅਰ ਕਰਦੇ ਪਏ ਆ ਵੀ ਜਿੱਦਾਂ ਦੇ ਅਸੀਂ ਆ ਸਾਡੇ ਉਸਤਾਦ ਵੀ ਇਦਾਂ ਦੇ ਸੀ। ਹਾਂ, ਇਦੋਂ ਅੱਜ ਸਾਧਨ ਜਿਹੜੇ ਆ ਨਾ ਸਾਡੇ ਕੋਲ, ਇੰਟਰਨੈਟ ਦੇ ਸਾਧਨ ਜ਼ਿਆਦੇ ਆ ਪਹਿਲਾਂ ਨਾਲੋਂ। ਅੱਜ ਬੰਦਾ ਪਿੱਛੇ ਜੇ ਤੁਸੀਂ 35 ਸਾਲ ਨਾਲੋਂ ਕਹੋ, ਬੱਚਾ ਵਿਕਾਸ ਜ਼ਿਆਦੇ ਕਰ ਗਿਆ ਆ। ਜੇ ਤੁਸੀਂ ਅੱਜ ਦੇ ਮੁਕਾਬਲੇ ਜਿਹੜੇ ਅੱਜ ਤੋਂ 30 ਸਾਲ ਪਹਿਲੇ ਟੀਚਰ ਸੀਗੇ, ਸਕੂਲਾਂ ਦੀ ਗਿਣਤੀ ਦੇਖੋ, ਤੁਸੀਂ ਜਨਰਲ ਨੌਲੇਜ ਦੀ ਉਹਦੀ ਮਿਣਤੀ ਦੇਖੋ, ਪਹਿਲਾਂ ਨਾਲੋਂ ਬਹੁਤ ਜ਼ਿਆਦਾ ਫਰਕ ਆ। ਉਦੋਂ ਇਦਾਂ ਨਹੀਂ ਸੀਗਾ ਕਿਸੇ ਬੰਦੇ ਨੂੰ ਡਰ ਪਈ ਜਿਹੜੀ ਮੈਂ ਗੱਲ ਕਹਿਣੀ ਆ ਉਹ ਰਿਕਾਰਡ ਕਰਕੇ ਕਿਸੇ ਨੇ ਗਾਹਾਂ ਪਾ ਦੇਣੀ ਆ। ਅੱਜ ਤਾਂ ਪਤਾ ਆ। ਹੁਣ ਇਹ ਅੱਜ ਵਾਲੇ ਜਿਹੜੇ ਆ ਇਹ ਇੰਨਾ ਸੰਭਲਣ ਦੇ ਬਾਵਜੂਦ ਇੰਨੇ ਕਮੀਣੇ ਆ। ਅੱਜ ਇਹਨਾਂ ਕੋਲ ਹਥਿਆਰ ਹੈ ਨਹੀਂ, ਤੇ ਉਹਨਾਂ ਕੋਲ ਜਿਹਨਾਂ ਕੋਲ ਹਥਿਆਰ ਸੀਗੇ ਤੇ ਉਦੋਂ ਵੀਡੀਓ ਬਣਨ ਦਾ ਡਰ ਕੋਈ ਨਹੀਂ ਸੀ, ਉਹ ਕਿੰਨੇ ਕਮੀਣੇ ਹੋਣਗੇ। ਮੈਂ ਕਿਹਾ ਜੀ ਕੋਈ ਸ਼ੱਕ ਹੀ ਨਹੀਂ ਭਾਜੀ, ਕੋਈ ਸ਼ੱਕ ਨਹੀਂ। ਆਏ ਤਾਂ ਇਹ ਬੰਦੇ ਬਿਲਕੁਲ ਕ੍ਰਿਸਟਲ ਕਲੀਅਰ ਕਰਦੇ ਪਏ ਪਿਕਚਰ ਨੂੰ ਵੀ ਉਹ ਸਾਡੇ ਨਾਲੋਂ ਕੋਈ 20-30 ਗੁਣਾ ਵੱਧ ਹੀ ਕਮੀਨੇ ਹੋਣੇ, ਸਾਡੇ ਨਾਲੋਂ ਘੱਟ ਨਹੀਂ ਸੀ ਕਿਤੇ ਵੀ। ਠੀਕ ਹੈ ਭਾਜੀ, ਮਿਹਰਬਾਨੀ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਜੀ, ਥੈਂਕ ਯੂ। WhatsApp ਦੇ ਉੱਤੇ ਵਿਕਰਮ ਸਿੰਘ ਜੀ, ਕੀ ਹਾਲ ਜੀ? ਠੀਕ ਠਾਕ ਭਾਜੀ, ਤੁਸੀਂ ਸੁਣਾਓ ਆਪਣਾ? ਵਧੀਆ ਜੀ।
ਭਾਜੀ ਮੈਂ ਇੱਕ ਦੋ ਗੱਲ ਐਡ ਹੀ ਕਰਨੀ ਸੀਗੀ। ਮੈਂ ਕੱਲ ਤੁਹਾਨੂੰ ਯਾਦ ਹੋਣਾ ਮੈਂ ਗੱਲ ਕਰਕੇ ਗਿਆ ਸੀਗਾ, ਜਿਹੜੀ ਤੁਸੀਂ ਦੱਸ ਰਹੇ ਨਾ ਬੰਦੇ ਦੀ ਗੱਲ, ਆਸਟ੍ਰੇਲੀਆ 'ਚ ਜਦੋਂ ਢੱਡਰੀਆਂ ਵਾਲੇ ਗਏ ਸੀ, ਜਿਹੜਾ ਕਹਿੰਦਾ ਸੀਗਾ ਵੀ ਜਿੱਦਾਂ ਬੇਅੰਤਾ ਮਾਰਿਆ ਵਾ, ਇੰਦਰਾ ਗਾਂਧੀ ਮਾਰੀ ਆ, ਮੱਥਾ ਰੰਜਨ ਮਾਰਿਆ, ਫਲਾਣੇ ਏਦਾਂ ਢੱਡਰੀਆਂ ਵਾਲੇ ਦਾ ਸੋਧਾ ਲਾਉਣਾ ਹਨਾ। ਉਹ ਬੰਦੇ ਦਾ ਨਾਮ ਹੈਗਾ ਜਸਕੀਰਤ ਸਿੰਘ ਵਾ ਇੱਕ ਦਾ, ਉਹ ਮੁੰਡੇ ਦਾ ਨਾਮ ਅਨਮੋਲਕ ਸਿੰਘ ਜਿਹਨੇ ਧਮਕੀ ਦਿੱਤੀ ਸੀ ਉੱਥੇ, ਜਿਹੜਾ ਸ਼ਲਾਰੂ ਜਿਹਾ ਸੀਗਾ। ਆਹੋ ਗੁਰਜੰਟ ਸਿੰਘ ਜੇ ਤੁਸੀਂ ਫੋਟੋ ਦੇਖੀ ਆ ਨਾ, ਮੈਂ ਨਾਮ ਦੱਸਣ ਲੱਗਾ, ਵੀਡੀਓ ਦਾ ਇਹਨੇ ਗਾਣਾ ਕੱਢਿਆ ਸੀਗਾ ਅਣਖਾਂ ਦੇ ਰਾਗ। ਇਹਨੂੰ ਕਿਹਾ ਪਿਓ ਦਾ ਪੁੱਤ ਵਾ ਨਾ ਤੇ ਦੱਸੀ ਫੋਨ ਕਰਕੇ। ਉਹਦੇ ਵਿੱਚ ਨੇ ਵੀਡੀਓ ਵਿੱਚ ਸਾਰੇ ਬੰਦੇ ਜਿਹਨੇ ਗੁੰਡੇ ਜਿਹੜੇ ਧਮਕੀਆਂ ਦਿੰਦੇ ਸੀ ਲੈ ਕੇ ਵੀਡੀਓ ਬਣਾਈ ਆ। ਅਨਮੋਲਕ ਸਿੰਘ, ਜਸਕੀਰਤ ਸਿੰਘ, ਸਾਰਿਆਂ ਨੂੰ ਵੀਡੀਓ ਵਿੱਚ ਲੈ ਕੇ ਤੇ ਵੀਡੀਓ ਬਣਾਈਆਂ ਨੇ। ਤੇ ਇੱਥੇ ਦੱਸ ਰਿਹਾ ਕਿ ਮੈਂ ਕਿਹੜਾ ਅੱਜ ਤੱਕ ਕਿਸੇ ਨੂੰ ਭੜਕਾਉਣ ਵਾਲਾ ਕੰਮ ਕੀਤਾ ਵੀ ਗਧਿਆ, ਉਹਨਾਂ ਨੂੰ ਨਾਲ ਲੈ ਕੇ ਤੇ ਵੀਡੀਓ ਬਣਾ ਲਿਆ ਆਪਣੀ। ਨਹੀਂ ਇਹ ਤਾਂ ਪੱਕੇ ਜਾਣੀ ਜੇ ਨਾ ਹਰਾਮਖੋਰਾਂ ਦੀ ਲਿਸਟ ਤੁਸੀਂ ਐਨ ਨਮਕ ਹਰਾਮੀਆਂ ਕ੍ਰਿਤ ਘਣਾ ਦੀ, ਇਹ ਬੰਦੇ ਗੁਰੂ ਦੇ ਪੰਥ ਦੇ ਸਕੇ ਥੋੜੋ ਆ। ਇਹਨਾਂ ਨੂੰ ਤਾਂ ਬਸ ਹੰਕਾਰ ਆ ਵੀ ਅਸੀਂ ਪਤਾ ਨਹੀਂ ਕੀ ਕਰ ਦੇਣਾ। ਇੰਨਾ ਨਹੀਂ ਇਹਨਾਂ ਨੂੰ ਪਤਾ ਵੀ ਤੁਹਾਡੇ ਵਰਗਿਆਂ ਕਰਕੇ ਅੱਗੇ ਹਜ਼ਾਰਾਂ ਜਿਹੜੇ ਆ, ਤੁਹਾਡੇ ਵਰਗੇ ਵੈਸ਼ੀ ਪਸ਼ੂਆਂ ਕਰਕੇ ਹਜ਼ਾਰਾਂ ਕਤਲ ਜਿਹੜੇ ਆ ਕੌਮ ਦੇ। ਤਲਵਿੰਦਰ ਗਰਜੰਟੇ ਵਰਗਾ ਹੋਣਾ, ਤਲਵਿੰਦਰ ਅਸੀਂ ਜਾਣਦੇ, ਤਲਵਿੰਦਰੂ ਪਾਂਸ਼ਟੇ ਦਾ ਸੀ ਉਹ, ਸਾਡੇ ਤਾਂ ਮੁੱਢ ਦਾ ਆਇਆ ਉਹ, ਬਸ ਟੱਕਰਾਂ ਮਾਰਨੇ ਵਾਲੇ ਸੀ ਏਦਾਂ। ਠੀਕ ਹੈ, ਰਹਿੰਦੀ ਹੁੰਦੀ ਹਵਾ ਭਿੰਡਰਾਂ ਵਾਲੇ ਨੇ ਦੇ ਦਿੱਤੀ ਤੇ ਮੋਟਰਸਾਈਕਲ ਰੱਖੋ ਤੇ ਆਹ ਕਰੋ ਆਹ ਕਰੋ। ਇਹ ਉਹਨਾਂ ਗੱਲਾਂ ਦੇ ਸਾਰਾ ਸਮਰਥਨ ਕਰਦਾ ਉਹਨਾਂ ਦਾ। ਜਿਹੜੇ ਅੱਤਵਾਦੀ ਗਤੀਵਿਧੀਆਂ ਵਾਲੇ ਬੰਦੇ ਆ ਸਾਰਾ ਤੇ ਗੱਲਾਂ ਅਕਲਦੀਆਂ ਨੇ। ਕਹਿੰਦੇ ਭਾਜੀ ਟਾਈਟਲ ਪਤਾ ਕੀ ਰੱਖਿਆ ਸੀ, ਤੁਹਾਡੀ ਵੀਡੀਓ ਪਾਈ ਸੀ, ਮੈਂ ਕਿਹਾ ਸੀ ਨਾ ਇਹਨੇ ਕਾਲ ਹੀ ਇਸੇ ਕੰਮ ਨੂੰ ਕੀਤੀ ਆ। ਟਾਈਟਲ ਨੇ ਰੱਖਿਆ ਸੀਗਾ ਗੁਰੂ ਨਿੰਦਕ ਹਰਨੇਕ ਨਿਊਜ਼ੀਲੈਂਡ ਨਾਲ ਫੋਨ ਤੇ ਵਿਚਾਰਾਂ। ਗੁਰੂ ਨਿੰਦਕ ਨਾਲ ਹੁਣ ਫੋਨ ਕਰਕੇ ਵੜੇਵੇਂ ਲੈਣ ਨੂੰ ਫੋਨ ਕਰਨ ਦਾ ਗੁਰੂ ਨਿੰਦਕ ਨਹੀਂ। ਹੁਣ ਤੂੰ ਜੀ ਹਰਨੇਕ ਸਿੰਘ ਜੀ ਕਰੀ ਜਾਣਾ ਵੀ ਜਿਹੜੇ ਔਕਾਤ ਆ ਤੁਹਾਡੀ ਜੋ ਕੁਛ ਏਦਾਂ ਜਿੱਦਾਂ ਉੱਥੇ ਬੋਲਦੇ ਉਦਾਂ ਗੱਲ ਕਰ ਲੱਗਦਾ ਤੂੰ। ਇਹਨੇ ਪੋਸਟ ਪਾ ਦਿੱਤੀ ਹੁਣ ਕੀ ਕਹਿੰਦਾ ਹਰਨੇਕ ਸਿੰਘ, ਕਹਿੰਦਾ ਹਰਨੇਕ ਜੀ ਅੱਜ ਫੋਨ ਤੇ ਕੁਝ ਮਿੰਟਾਂ 'ਚ ਗਾਲਾਂ ਕੱਢ ਕੇ ਦੌੜ ਗਏ। ਇਸ ਤਰ੍ਹਾਂ ਵਿਚਾਰ ਕਰਦੇ ਹਨ ਸੱਭਿਅਕ ਲੋਕ ਕਿ ਇਸ ਨੂੰ ਅਪਗ੍ਰੇਡ ਹੋਣਾ ਕਿਹਾ ਜਾਂਦਾ ਹੈ। ਨਹੀਂ ਉਹਦੀ ਪਰਿਭਾਸ਼ਾ ਤੈਂ ਥੋੜੋ ਦੇਣੀ ਆ, ਤੈਨੂੰ ਤੋਂ ਅਸੀਂ ਕਦੇ ਪੁੱਛਿਆ ਹੀ ਨਹੀਂ ਤੇ ਨਾ ਮੰਨਦੇ ਆ ਤੇਰੀਆਂ ਗੱਲਾਂ ਨੂੰ ਅਸੀਂ। ਤੇਰੀ ਕਾਹਦੀ ਹੈਸੀਅਤ, ਤੇਰੀ ਕੀ ਹੋਗਾ ਨੂੰ ਦੱਸੇਗਾ ਵੀ ਅਪਗ੍ਰੇਡ ਹੋਣਾ ਕੀ ਹੈ। ਤੂੰ ਇੱਥੇ ਗਾਉਣ ਵਾਲਿਆਂ ਨਾਲ ਦਿਆਂ ਮੱਥਾ ਮਾਰਨ, ਤੈਨੂੰ 4-5 ਸਾਲ ਹੋ ਗਏ ਆ ਤੈਨੂੰ ਕਰਦਿਆਂ ਨੂੰ। ਕਿਹੜਾ ਤੂੰ ਇੱਥੇ ਰੋਕਤਾ ਵਾ ਜਿਹੜਾ ਕੰਮ, ਜਿਹੜਾ ਤੂੰ ਮਸਲਾ ਲੈ ਕੇ ਚੱਲਿਆ ਸੀਗਾ ਵੀ ਮੈਂ ਸੱਭਿਆਚਾਰ ਦੇ ਜਿਹੜੇ ਗੰਦ ਪਾਉਂਦੇ ਆ ਲੋਕੀ ਉਹਨਾਂ ਦਾ ਲੱਕ ਤੋੜ ਦੇਣਾ। ਇੱਥੇ ਸਿੱਧੂ ਮੂਸੇ ਵਾਲਾ ਜਾਂ ਮਨਕੀਰ ਤੋਲਕਾ ਜਾਂ ਹੋਰ ਗਾਉਣ ਵਾਲੇ ਤੇ ਕੈਨੇਡਾ ਬੈਠੇ ਹੀ ਉਹ ਜੰਟਾ ਜੇ ਭਾਈ ਜੰਟੇ ਦਾ ਭਾਪਾ ਜੇ ਲੀਗਲ ਤਰੀਕੇ ਨਾਲ ਕੋਈ ਇਹਨਾਂ 'ਚ ਰੋਕ ਨਹੀਂ ਸਕਦਾ। ਤੇ ਜਿੱਦ ਤੱਕ ਗੁੰਡਾਗਰਦੀ ਕਰਨਗੇ ਤੇ ਸਾਰੇ ਫੜ ਕੇ ਜੇਲ੍ਹ 'ਚ ਡੱਕਣੇ ਉਹਨਾਂ ਨੇ। ਤੇ ਖੋਤਿਆਂ ਵਾਲਾ ਰਸਤਾ ਚੁਣ ਕੇ ਬੈਠੇ ਆ ਤੇ ਇੱਥੇ ਫੜਾ ਮਾਰਦੇ ਫਿਰਦੇ ਆ ਵੀ ਪਤਾ ਨਹੀਂ ਕਿਹੜਾ ਇਹਨਾਂ ਨੇ ਲਹਿਰ ਤੋੜ ਲੈਣੀ ਹੈ। ਨਹੀਂ ਸੌਖਾ ਕਰ ਦਿੱਤਾ ਜੀ ਸਾਡੇ ਲਈ ਹਰੇਕ ਗੱਲ। ਮੰਗ ਖਾਣੇ ਜੇ ਬੰਦੇ ਪੱਠੇ ਵੱਢ ਜੇ ਪੰਜਾਬ ਵਿੱਚ ਪਰਮਜੀਤ ਸਿੰਘ ਅਕਾਲੀ ਵਰਗੇ ਇਦਾਂ ਦੇ ਅਨਪੜ੍ਹ ਬੰਦੇ ਉਹਨਾਂ ਦੀ ਬਣਾ ਕੇ ਉੱਥੇ ਜਥੇਬੰਦੀ ਜੀ ਇਹ ਜਥਾ ਸਿਰਲੱਥ ਖਾਲਸਾ ਗੁਰਜੰਟ ਸਿੰਘ ਦੀ ਇਹ ਜਥੇਬੰਦੀ ਆ। ਉਹ ਜਾ ਕੇ ਕਦੀ ਭਈਆਂ ਨੂੰ ਉੱਥੇ ਤਮਾਕੂ ਵੇਚਣ ਕੁੱਟਦੇ ਫਿਰਦੇ ਆ, ਕਦੀ ਕਿਸੇ ਨੂੰ ਕੁੱਟਦੇ ਫਿਰਦੇ ਆ। ਵੀ ਦੁਨੀਆ ਕਿੱਥੇ ਪਹੁੰਚੀ ਪਈ ਆ, ਖੋਤੇ ਪਤਾ ਨਹੀਂ ਕਿਹੜੇ ਪਾਸੇ ਤੁਰੇ ਹੋਏ ਤੇ ਮੱਤਾਂ ਇੱਥੇ ਜਿਹੜੀ ਇੰਨੀਆਂ ਗਾਂਹ ਵਧੂ ਵਿਚਾਰਾਂ ਹੋ ਰਹੀਆਂ ਤੇ ਉਹਦੇ ਵਿੱਚ ਆ ਕੇ ਮੱਤਾਂ ਦੇ ਰਿਹਾ, ਆਪਣੇ ਆਪ ਨੂੰ ਸਿਆਣਾ ਬਣਨ ਨੂੰ ਫਿਰ ਰਿਹਾ। ਵੀ ਇਹ ਸਿਸਟਮ ਤੈਨੂੰ ਏਡਾ ਭੈੜਾ ਲੱਗਦਾ ਵਾ ਜਿਹਨਾਂ ਨੂੰ ਲੈ ਕੇ ਤੂੰ ਆਰਗਿਊ ਕਰਦਾ ਵਾ ਵੀ ਇਹ ਕੱਪੜੇ ਛੋਟੇ ਨਹੀਂ ਪਾਉਣੇ ਚਾਹੀਦੇ ਸਿੱਖਾਂ ਦੀ। ਕੋਈ ਕੰਜਰੀਆਂ ਦੱਸਦਾ ਤੂੰ ਸਿੱਖਾਂ ਦੀ ਕੁੜੀਆਂ ਨੂੰ, ਤੂੰ ਕੰਜਰ ਤੇ ਤੂੰ ਵੱਡਾ ਵੀ ਇਹਨਾਂ ਮੁਲਕਾਂ 'ਚ ਲੈਣ ਕੀ ਆ। ਆਸਟ੍ਰੇਲੀਆ 'ਚ ਜਿੱਥੇ ਟੈਕਸੀ ਚਲਾਉਣਾ ਵਾ ਤੂੰ ਕੰਜਰੀਆਂ ਨੂੰ ਢੋਣਾ ਵਾ ਆਪਣੇ ਤੇ ਗੱਡੀ 'ਚ ਭਾਲ ਕੇ। ਨਹੀਂ ਤਾਂ ਆਪਣਾ ਜਲੂਸ ਕਢਾਉਣਾ ਹੀ ਨਹੀਂ ਜਾਣੀ। ਦੁੱਕੀ ਦੀ ਔਕਾਤ ਨਹੀਂ ਆ ਆਪਣੀ, ਤੂੰ ਬਣਾਉਣੀ ਸੀ ਬੱਲੇ ਕਰਾਉਣੀ ਸੀਗੀ। 2-2.25 ਲੱਖ ਤੂੰ ਲੈ ਲਏ ਫੋਲੋਅਰ, ਉਹ ਤੋਂ ਗਾਂ ਤੈਨੂੰ ਕੋਈ ਪੁੱਛਣ ਨਹੀਂ ਦਿਆ। ਜਿਹੜੇ ਹੈਗੇ ਉਹ ਤੈਨੂੰ ਗਾਲਾਂ ਗੂਲਾਂ ਕੱਢਣ ਲਈ ਲੋਕਾਂ ਨੇ ਤੈਨੂੰ ਫੋਲੋ ਕੀਤਾ ਵਾ ਤੇ ਪਤਾ ਨਹੀਂ ਕੀ ਬਣਿਆ ਫਿਰਦਾ ਆਪਣੇ ਆਪ ਜਿਵੇਂ ਕਿੱਦਾਂ ਤੂੰ ਕਿਹੜੀ ਬਣਾ ਲਈ ਜਥੇਬੰਦੀ। ਕੁਝ ਕੁ ਮਹੀਨੇ 6 ਮਹੀਨੇ ਪਹਿਲਾਂ ਭਾਜੀ ਨੇ ਬੜੀ ਅੱਤ ਚੁੱਕੀ ਸੀਗੀ ਕਿ ਆਖੇ ਜੀ ਮੈਂ ਇਨਵੈਸਟੀਗੇਸ਼ਨ ਕਰਨ ਲੱਗਾ ਵਾਂ ਜਿਹੜਾ ਬੇਅਦਬੀ ਹੋਈ ਹੈ ਉੱਥੇ ਪੰਜਾਬ ਵਿੱਚ। ਤੇ ਇਹ ਇਲਜ਼ਾਮ ਲਾਉਂਦਾ ਸੀਗਾ ਢੱਡਰੀਆਂ ਵਾਲਿਆਂ ਤੇ ਪੰਥਪ੍ਰੀਤ ਤੇ ਹੋਰ ਕਈ ਬੰਦੇ ਜਿਹੜੇ ਆਪਣੇ ਜਾਗਰੂਕ ਪ੍ਰਚਾਰਕ ਆ ਉਹਨਾਂ ਤੇ ਹੁਣ ਇਹ ਬੰਦੇ ਦੀ ਕਿੱਥੇ ਇਨਵੈਸਟੀਗੇਸ਼ਨ ਗਈ ਹੈ। ਕੱਲ ਵੀ ਕਿਸੇ ਨੇ ਸਵਾਲ ਪੁੱਛਿਆ ਕਿੱਥੇ ਪਹੁੰਚੀ ਤੇਰੀ ਇਨਵੈਸਟੀਗੇਸ਼ਨ ਦੱਸ। ਤੇ ਬਾਦਲਾਂ ਦੇ ਇਸ਼ਾਰੇ ਤੇ ਧੁੰਮੇ ਦੇ ਇਸ਼ਾਰੇ ਤੇ ਦਿਆਂ ਤੂੰ ਫੜਾ ਮਾਰਨ ਤੇ ਅੱਜ ਝੱਗ ਵਾਂਗੂ ਬਹਿ ਗਿਆ, ਚੂੰ ਨਹੀਂ ਕਰਦਾ ਉਸ ਮਸਲੇ ਤੇ। ਨਹੀਂ ਪਤਾ ਹੀ ਆ। ਉਹ ਤਾਂ ਇਹਨਾਂ ਦਾ ਉਹ ਤਾਂ ਖੇਤਰ ਹੀ ਵੱਖਰਾ ਆ। ਜਾਣੀ ਇਹ ਤਾਂ ਜੇ ਨਹੀਂ ਗੱਲ ਕਰਨੀ ਆ ਕਿਸੇ ਜ਼ਿੰਮੇਵਾਰ ਬੰਦੇ ਨੂੰ ਲੈ ਕੇ ਆਉਣ ਭਾਈ। ਆ ਕੋਈ ਹੁਣ ਤੁਹਾਡੇ ਵਰਗਿਆਂ ਦੇ ਨਾਲ ਥੋੜੋ ਕੋਈ ਲਿਆਓ ਤੇ ਧੁੰਮੇ ਨੂੰ ਧੁੰਮੇ ਨੂੰ ਫੋਨ ਕਰੇ ਵਿਚਾਰ ਗੁਰੂ ਦੇ ਮਸਲੇ ਤੇ ਹੋਏ ਹੋਣ ਵਿਚਾਰਾਂ ਤੇ। ਤੇਰੀ ਕੀ ਔਕਾਤ ਆ ਤੂੰ ਉੱਥੇ ਸਿੰਗਰਾਂ ਨੂੰ ਕਦੀ ਕਿਸੇ ਨੂੰ ਕਹਿੰਦਾ ਚੂਪੇ ਵਰਗਾ ਮੂੰਹ। ਤੇਰੀ ਸੱਭਿਅਕ ਭਾਸ਼ਾ ਵਾ ਤੈਨੂੰ ਭੁੱਲ ਗਏ ਲੋਕੀ, ਜਾਣਦੇ ਨੀ ਤੈਨੂੰ 2-3 ਸਾਲ ਚ ਕਿੰਨੀ ਬਕਵਾਸ ਕੀਤੀ ਪਿਛਲੇ ਚ ਤੂੰ ਲੋਕਾਂ ਨੂੰ ਤੇ ਗੱਲਾਂ ਮਾਰਨ ਲੱਗਾ ਜੀ। ਕਹਿੰਦਾ ਮੈਨੂੰ ਗਾਲਾਂ ਹੁਣੇ ਰੇਡੀਓ ਤੋਂ ਤੁਸੀਂ ਗੱਲ ਕੀਤੀ, ਕਿਹੜੀ ਗੱਲ ਭਲਾ ਇਹਨੂੰ ਕੱਢੀ ਭਲਾ ਤੁਸੀਂ।
ਨਹੀਂ ਖਾਊਗਾ ਗਾਲਾਂ ਤਾਂ ਜਿੱਦਣ ਕਿਤੇ ਆ ਗਿਆ ਦਾੜ ਥੱਲੇ। ਅਸੀਂ ਤਾਂ ਕਹਿੰਦੇ ਕਾਹਨੂੰ, ਸਾਨੂੰ ਰਹਿਣ ਦਿਓ, ਅਸੀਂ ਲੱਗਿਓ ਕੰਮ ਕਰਨ ਤੁਹਾਡੇ ਵਾਂਗ। ਅਸੀਂ ਘਰ ਘਰ ਛੱਡ ਕੇ ਤੁਰ ਪਏ ਜਿੱਦਣ ਅਸੀਂ ਠਾਣ ਲਈ, ਅਸੀਂ ਕੱਫਣ ਸਿਰ ਤੇ ਬੰਨ ਲਿਆ। ਅਸੀਂ ਤਾਂ ਕਾਹਨੂੰ ਮੇਰੇ ਮੂੰਹ ਸੁਣਨਾ, ਤੁਸੀਂ ਖੁੱਡਾਂ ਚੋਂ ਕੱਢ ਲੈਣੇ ਮੈਂ ਤਾਂ ਜਾ ਕੇ। ਹਾਂ ਤੇ ਆ ਜਿਹੜੀ ਤੁਸੀਂ ਭਾਜੀ ਵੀਡੀਓ ਪਾਈ ਸੀ ਉਹਦੀ ਜਾਗੋ ਵਾਲੇ ਦੀ, ਜਿਹੜਾ ਕਹਿੰਦਾ ਵੀ ਪੁੱਤਰਾ ਬਣ ਜਾ ਸ਼ੇਰ ਜੁਝਾਰੂ ਚੱਕ AK-47 ਨੂੰ, ਤੇ ਖੋਤਿਓ ਜਿਨ੍ਹਾਂ ਨੇ ਪਹਿਲਾਂ AK-47 ਚੱਕੀਆਂ ਵਾ, ਕਿੰਨੇ ਤੁਸੀਂ ਮਰਵਾਏ ਆ ਤੇ ਕਿੰਨੇ ਜੇਲ੍ਹਾਂ 'ਚ ਬੈਠੇ ਤੇ ਅੱਜ ਭੁੱਖ ਹੜਤਾਲਾਂ ਰੱਖਣ ਤੇ ਬੈਠੇ ਜੇ ਵੀ ਸਿੰਘਾਂ ਨੂੰ ਛੱਡ ਦੋ, ਸਿੰਘਾਂ ਨੂੰ ਛੱਡ ਦੋ। ਪਹਿਲਾਂ ਅੱਤਵਾਦੀ ਬਣਵਾ ਕੇ ਤੁਸੀਂ ਕਿੰਨਿਆਂ ਨੂੰ ਮਰਵਾਇਆ, ਜੇਲ੍ਹਾਂ 'ਚ ਬੰਦ ਕਰਾਇਆ ਵਾ, ਤੇ ਅੱਜ ਵੀ ਨਹੀਂ ਅਕਲ ਆ ਰਹੀ ਤੁਹਾਨੂੰ? ਨਹੀਂ ਵਧੀਆ ਆ ਜੀ। ਉਹ ਆਪਣਾ ਜੋ ਵੀ ਜਿੰਨੇ ਜੋਗੇ ਹੈਗੇ ਆ ਯਾਰ ਕੋਈ ਲਾਈਕ ਵੀ ਆਪ ਜਾ ਕੇ ਜਾਓ ਮਰੋ ਉੱਥੇ, ਜੇ ਮੰਗ ਖਾਣਿਆਂ ਵਾਂਗੂ ਪੈਸੇ ਇਕੱਠੇ ਕਰਨ ਲੱਗੇ ਜੇ ਲੋਕਾਂ ਨੂੰ ਭੜਕਾਉਣ। AK-47 ਚੱਕ ਲੈ, AK-47 ਚੱਕ ਲੈ। ਅੱਜ ਕਿਹੜੀ ਦੁਨੀਆ ਸੰਸਾਰ ਭਰ 'ਚ ਕੋਈ ਦੇਸ਼ ਹੈਗਾ ਵਾ ਜਿੱਥੇ ਸਹੀ ਜਾਇਜ਼ ਠਹਿਰਾਇਆ ਜਾ ਰਿਹਾ ਵਾ, ਲਾਈਕ ਜਿੱਥੇ ਵੋਟਾਂ ਮਿਲਦੀਆਂ ਹੁਣ ਸਾਰਾ ਕੁਝ ਸਿਸਟਮ ਏਦਾਂ ਦਾ ਹੋਵੇ, ਹਥਿਆਰ ਚੱਕਣ ਵਾਲੇ ਨੂੰ ਜਾਇਜ਼ ਠਹਿਰਾਇਆ ਜਾਂਦਾ ਹੋਵੇ? ਨਹੀਂ ਇਹ ਤਾਂ ਅੰਦਾਜ਼ਾ ਅਸੀਂ ਲਾ ਸਕਦੇ ਹਾਂ ਵੀ ਜਦੋਂ ਉਸ ਵੇਲੇ ਹਥਿਆਰ ਸੀਗੇ ਪੰਜਾਬ ਦੇ ਵਿੱਚ ਉਦੋਂ ਕੀ ਕਰਦੇ ਹੋਣਗੇ ਜਾਣੀ। ਐਗਜ਼ੈਕਟਲੀ ਜੀ। ਅੱਜ ਆਸਟ੍ਰੇਲੀਆ ਵਰਗੇ ਮੁਲਕ 'ਚ ਜੇ ਕਹਿੰਦਾ ਵੀ ਜਿੱਦਾਂ ਬਿੰਤੇ ਦੀ ਸੋਧਾ ਲਾਇਆ, ਇੰਦਰਾ ਗਾਂਧੀ ਲਾਇਆ, ਹੁਣ ਵਾਰੀ ਢੱਡਦੀ ਤੇਰੀ ਆਈ ਆ, ਦੁੱਕੀ ਦੇ ਔਕਾਤ ਨੇ ਸਟੂਡੈਂਟ ਵੀ ਜੇ ਤਾਂ ਮੁੰਡਾ ਬਾਹਰ ਆਇਆ ਇੱਥੇ ਇਹ ਚੀਜ਼ਾਂ ਕਰ ਸਕਦੇ। ਪੰਜਾਬ 'ਚ ਜਦੋਂ 47 ਇਹਨਾਂ ਦੇ ਕੋਲ ਹੋਣਗੀਆਂ ਤੇ ਇੱਦਾਂ ਹੀ ਕੋਈ ਸਿਸਟਮ ਨਹੀਂ ਉੱਥੇ ਉਹ ਜਿਹਾ ਹੈਗਾ, ਕਿੱਦਾਂ ਕੰਧਾਂ ਟੱਪ ਕੇ ਲੋਕਾਂ ਦੇ ਘਰਾਂ 'ਚ ਜਾ ਕੀ ਕੀਤਾ ਉਹਨਾਂ ਨੇ ਉਹਨਾਂ ਸਮਿਆਂ 'ਚ? ਕਰ ਰਹੇ ਆਪਣਾ ਹੁਣਾਂ ਦਿਖਾ ਰਹੇ ਬਸ। ਵਧੀਆ ਆ ਨਹੀਂ ਬਿਲਕੁਲ ਨੱਥ ਪੈਣੀ ਚਾਹੀਦੀ ਹੈ ਇਹਨਾਂ ਨੂੰ ਚੰਗੀ ਤਰ੍ਹਾਂ। ਇਸੇ ਤਰ੍ਹਾਂ ਤੁਸੀਂ ਖਿੱਚ ਕੇ ਰੱਖੋ ਕੰਮ ਤੇ ਬੜਾ ਵਧੀਆ ਤੁਸੀਂ ਕਰ ਰਹੇ ਜਿਹੜਾ ਵੀ ਤੁਸੀਂ ਕਰ ਰਹੇ ਜੀ ਗੱਲਬਾਤ। ਠੀਕ ਹੈ ਜੀ, ਕੰਟੀਨਿਊ ਕਰੋ ਤੁਸੀਂ ਆਪਣੇ ਪ੍ਰੋਗਰਾਮ ਨੂੰ। ਥੈਂਕ ਯੂ ਜੀ, ਥੈਂਕ ਯੂ। WhatsApp ਦੇ ਉੱਤੇ ਇੱਕ ਹੋਰ ਸਰੋਤੇ ਆ ਜੀ ਸਾਡੇ ਨਾਲ। ਹਾਂਜੀ ਵੀਰੇ, ਤੁਸੀਂ ਜਰਮਨੀ ਤੋਂ ਸ਼ਾਇਦ? ਹਾਂਜੀ ਭਾਜੀ, ਸਤਿ ਸ੍ਰੀ ਅਕਾਲ ਭਾਈ। ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂਜੀ ਭਾਜੀ, ਮੈਂ ਤੁਹਾਨੂੰ ਮੈਸੇਜ ਵੀ ਕੀਤਾ ਸੀ ਕਿ ਏਦਾਂ ਦੇ ਚਵਲ ਬੰਦੇ ਨਾਲ ਗੱਲ ਹੀ ਨਹੀਂ ਕਰਨੀ ਚਾਹੀਦੀ। ਮੈਂ ਤੁਹਾਨੂੰ ਕਿਹਾ ਸੀ ਕਿ ਟਾਈਮ ਖਰਾਬ ਨਹੀਂ ਕਰਨਾ ਆਪਾਂ। ਇਹ ਚਵਲ ਆ, ਇਹ ਪਤਾ ਕੀ ਚਾਹੁੰਦਾ ਸੀਗਾ? ਇਹ ਚਾਹੁੰਦਾ ਸੀਗਾ ਕਿ ਮੈਂ ਥੋੜਾ ਜਿਹਾ ਡਿਸਅਪੀਅਰ ਹੋਇਆ ਲੋਕਾਂ ਦੀਆਂ ਨਜ਼ਰਾਂ ਚੋਂ, ਕਿ ਮੈਂ ਦੁਬਾਰਾ ਥੋੜਾ ਜਿਹਾ ਹਾਈਲਾਈਟ ਹੋਵਾਂ। ਤੇ ਉਹਨੇ ਭਾਜੀ ਤੁਹਾਡੇ ਨਾਲ ਗੱਲ ਕਰਕੇ ਹਟਿਆ, ਉਸੇ ਟਾਈਮ ਹੀ ਉਹਨੇ ਸਾਰੀਆਂ ਰਿਕਾਰਡਿੰਗਾਂ ਚਾੜਦੀਆਂ, ਸਾਰੀ ਜਾਣਦੀਆਂ, ਆਹ ਕਰਤਾ ਉਹ ਕਰਤਾ। ਐਡਾ ਗੰਦ, ਮੈਂ ਕਹਿੰਦਾ ਇਹਨੂੰ ਐਡਾ ਗੰਦ ਆ ਨਾ ਇਹ ਬੰਦਾ। ਮੈਂ ਭਾਜੀ 6 ਮਹੀਨੇ ਇਹਦੇ ਨਾਲ ਟਰਾਈ ਕੀਤੀ ਗੱਲ ਕਰਨ ਨੂੰ। ਇਹਨੂੰ ਕਹਾਂ ਐਡੀ ਹਿੰਮਤ ਆ ਨਾ, ਸੁਣਦਾ ਨਾ ਗਰਜਟ ਅੱਜ ਤੁਹਾਡੇ ਥਰੂ ਮੇਰੀ ਗੱਲ ਹੋਣ ਲੱਗੀ ਇਹਦੇ। ਜੇ ਐਡਾ ਇਹ ਸੂਰਮਾ ਆ ਨਾ, ਇਹਨੂੰ ਕਹਾਂ ਖੋਲ ਰੇਡੀਓ ਸਾਡੇ ਵਾਂਗੂ ਤੇ ਲੋਕਾਂ ਦੀਆਂ ਗੱਲਾਂ ਦੇ ਜਵਾਬ ਦੇ, ਨਾਲ ਤੈਨੂੰ ਪਤਾ ਲੱਗੇ ਕੀ ਭਾਅ ਵਿਕਦੀ ਆ। ਇੰਨੇ ਜੋਗੇ ਇਹ ਤਾਂ ਬਸ ਐਵੇਂ ਲਾਲਾ ਕਰਕੇ ਜਾਣੀ ਜਿੱਥੋਂ 4 ਛਿੱਤਰ ਪੈ ਜਾਂਦੇ ਆ ਉਸ ਮਸਲੇ ਤੇ ਚੁੱਪ ਕਰ ਜਾਂਦੇ, ਜਾਂ ਜਿੱਥੋਂ ਬੁਰਕੀ ਪੈ ਜਾਂਦੀ ਉਹ ਤੇ ਚੁੱਪ ਕਰ ਜਾਂਦੇ ਆ। ਭਾਜੀ ਤੁਸੀਂ ਕਹਿੰਦੇ ਹੋ ਨਾ ਬਾਰ-ਬਾਰ ਟੁੱਕੜ, ਵਾਕਈ ਇਹ ਸਹੀ ਗੱਲ ਆ ਤੁਹਾਡੀ। ਇਹ ਟੁੱਕੜ ਦੇ ਭੁੱਖੇ, ਇਹਨਾਂ ਨੂੰ ਨਾ ਕਿਸੇ ਦੇ ਨਾਲ ਜੜੀ ਦੀ, ਕਿਸੇ ਦੀ ਨਾ ਕਿਸੇ ਦੀ ਲੱਤੀ ਦੀ। ਬੇਸ਼ਰਮ ਬੰਦੇ ਨੇ ਸਿਰੇ ਦੇ, ਬੇਸ਼ਰਮ ਔਰ ਮਸ਼ਟੰਡੇ। ਨਹੀਂ ਟੁੱਕੜਾਂ ਵਾਲੀ ਗੱਲ ਤਾਂ ਜੀ ਜਿਨ੍ਹਾਂ ਨੂੰ ਇਹ ਯੋਧੇ ਕਹਿੰਦੇ ਨਾ, ਜਿਨ੍ਹਾਂ ਨੂੰ ਖਾੜਕੂ ਕਹਿੰਦੇ ਆ, ਉਹ ਸਾਬਤ ਕਰ ਗਏ ਆ ਵੀ ਜਦੋਂ ਛਿੱਤਰ ਪੈਣ ਲੱਗਦੇ ਸੀ ਉੱਥੇ ਹੀ ਸਾਰਾ ਕੁਝ ਹਥਿਆਰ ਸਾਰੇ ਮੂਹਰੇ ਰੱਖ ਕੇ ਪੈਰੀਂ ਪੈ ਜਾਂਦੇ ਸੀ ਮਿੰਟੋ ਮਿੰਟੀ। ਬਿਲਕੁਲ ਭਾਜੀ। ਆ ਮੈਂ ਪਰਸੋਂ ਚੌਥ ਦੇਖਿਆ ਇਹਨੇ ਇੱਕ ਹੋਰ ਲੰਡੂਰੀ ਜਾਂ ਮਸ਼ਹੂਰੀ ਕਰਨ ਲੱਗਾ ਸੀ, ਆਖੇ ਗਾਣੇ ਕਰਾਓ ਜੀ, ਲੋਕੀ $8,000 ਚ ਕਰਦੇ, ਅਸੀਂ 3,000 ਚ ਕਰਾਂਗੇ, ਏਦਾਂ ਕਰਾਂਗੇ। ਇਹ ਜਿੱਧਰੋਂ ਕਿਤੋਂ ਇਹਨੂੰ ਮਿਲਦਾ ਨਾ ਵੀ ਮੇਰੀ ਮਾੜੀ ਜਿਹੀ ਮਸ਼ਹੂਰੀ ਹੋਣ ਦੀ ਗੱਲ ਹੈਗੀ ਆ, ਕਿ ਮੈਂ ਮਾੜਾ ਜਿਹਾ ਹਾਈਲਾਈਟ ਹੁੰਦਾ ਆ, ਬਸ ਉਧਰ ਨੂੰ ਡੰਡੀ ਠੋਰਾ ਚੱਕ ਕੇ ਤੁਰ ਪੈਂਦਾ ਜੀ। ਨਹੀਂ ਵਧੀਆ ਆ, ਕੋਈ ਗੱਲ ਨਹੀਂ। ਉਹਨਾਂ ਨੂੰ ਕਰਨ ਦਿਓ। ਤੁਸੀਂ ਆਪਣਾ ਹੁਣਾ ਦਿਖਾਉਂਦੇ ਆ, ਸਾਨੂੰ ਤਜਰਬਾ ਹੋਈ ਜਾਂਦਾ ਇਹਨਾਂ ਦੇ ਨਾਲ ਭਲਕੇ ਨੂੰ। ਜਿੱਦਣ ਇਦਾਂ ਦੇ ਬੰਦੇ ਗੁੰਡੇ ਇਕੱਠੇ ਹੋ ਕੇ ਕਿਤੇ ਇਦਾਂ ਇਕੱਠੇ ਪੈਣਗੇ ਕਿਸੇ ਨੂੰ, ਉਦੋਂ ਤੱਕ ਤੁਹਾਨੂੰ ਪਤਾ ਹੋਵੇ ਇਹਨਾਂ ਬਾਰੇ। ਜੀ ਭਾਜੀ, ਜੀ ਬਿਲਕੁਲ ਹਨਾ। ਹਾਂਜੀ। ਤੇ ਭਾਜੀ ਬਿਕਰਮ ਭਾਜੀ ਹੁਣੀ ਲਾਉਂਦੇ ਹੁੰਦੇ ਫੋਨ, ਬਹੁਤ ਸੋਹਣੇ ਵਿਚਾਰ ਆ ਉਹਨਾਂ ਦੇ, ਬਹੁਤ ਵਧੀਆ ਗੱਲਾਂ ਕਰਦੇ। ਮੇਰੇ ਵੱਲੋਂ ਸਤਿ ਸ੍ਰੀ ਅਕਾਲ ਉਹਨਾਂ ਨੂੰ ਵੀ। ਤੇ ਤੁਸੀਂ ਜਿਹੜਾ ਕੰਮ ਕਰ ਰਹੇ ਬਹੁਤ ਹੀ ਭਲੇ ਦਾ ਔਰ ਮਨੁੱਖਤਾ ਦੀ ਇੱਕ ਦਿਮਾਗ ਨੂੰ ਖੋਲਣ ਵਾਲੀਆਂ ਗੱਲਾਂ ਜਿਹੜੀਆਂ ਸਾਨੂੰ ਜ਼ਿੰਦਗੀ 'ਚ ਆਮ ਜਿਹੜਾ ਸਾਡਾ ਮਤਲਬ ਵਰਤਾਓ ਆ ਜ਼ਿੰਦਗੀ 'ਚ ਕਿੱਦਾਂ ਦਾ ਹੋਣਾ ਚਾਹੀਦਾ, ਬਹੁਤ ਕੁਝ ਤੁਹਾਡੇ ਤੋਂ ਸਿੱਖਣ ਨੂੰ ਮਿਲਦਾ। ਤੇ ਸਾਰੇ ਸਰੋਤਿਆਂ ਨੂੰ ਵੀ ਤੇ ਸਭ ਨੂੰ ਸਤਿ ਸ੍ਰੀ ਅਕਾਲ। ਤੇ ਇੰਨੀ ਕੀ ਗੱਲ ਮੈਂ ਐਡ ਕਰਨੀ ਚਾਹੁੰਦਾ ਸੀ ਭਾਜੀ। ਥੈਂਕ ਯੂ ਜੀ, ਧੰਨਵਾਦ ਬਹੁਤ। 0107 ਤੇ ਤੁਸੀਂ ਆਉਣੇ ਰਹੋ ਜੀ। ਨਹੀਂ ਜੀ, ਚਲੋ ਫਿਰ 0108 ਦੇ ਉੱਤੇ। ਹੈਲੋ, ਸਤਿ ਸ਼੍ਰੀ ਅਕਾਲ ਜੀ।
ਮੈਨੂੰ ਤੁਹਾਡੇ ਟਾਈਮ ਦਾ ਨਹੀਂ ਸੀਗਾ ਪਤਾ ਜੀ, ਸੌਰੀ ਮਾਫ ਕਰਨਾ। ਤੁਸੀਂ ਨੇਕੀ ਬ੍ਰਦਰ ਬੋਲ ਰਹੇ ਹੋ? ਹਾਂਜੀ, ਪ੍ਰੋਗਰਾਮ ਚੱਲ ਰਿਹਾ ਜੀ ਰੇਡੀਓ ਵਿਰਸਾ ਤੇ, ਤੁਸੀਂ ਆਉਣੇ ਰਿਹਾ। ਠੀਕ ਆ ਵੀਰ ਜੀ, ਸਤਿ ਸ੍ਰੀ ਅਕਾਲ ਜੀ। ਤੁਹਾਨੂੰ ਰੋਜ਼ ਸੁਣੀਦਾ, ਮੈਂ ਵੀਰੇ USA ਤੋਂ ਬੋਲਦਾ। ਮੈਂ ਪਹਿਲਾਂ ਵੀ ਕਾਲ ਕੀਤੀ ਸੀ ਵੀਰ ਜੀ, ਠੀਕ ਹੈ। ਹਾਂਜੀ, ਤੇ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਵੀਰ ਜੀ, ਤੇ ਬਹੁਤ ਚੰਗਾ। ਤੁਸੀਂ ਮਤਲਬ ਮੈਂ ਸੁਣਦਾ ਹੁੰਦਾ, ਤੁਹਾਨੂੰ ਕੁਝ ਬੰਦੇ ਗਲਤ ਵੀ ਬੋਲਦੇ ਨੇ, ਤੇ ਉਹਨਾਂ ਦੀ ਉਹ ਜੀ ਸੋਚ, ਤੁਸੀਂ ਜੋ ਬਿਲਕੁਲ ਕਰ ਰਹੇ ਹੋ ਠੀਕ ਕਰ ਰਹੇ ਹੋ। ਕੋਈ ਨਹੀਂ, ਥੈਂਕ ਯੂ। ਹਾਂਜੀ, ਮੈਂ ਲੁਧਿਆਣੇ ਦੇ ਲਾਗੇ, ਮੇਰਾ ਪਿੰਡ ਦੁਰਾਹੇ ਤੋਂ। ਮੈਂ ਵੀਰ ਜੀ ਲੁਧਿਆਣੇ ਤੋਂ ਮਸ਼ਹੂਰ ਪਿੰਡ ਆ ਭੱਲੇ ਦਾ। ਠੀਕ ਹੈ ਜੀ। ਹਾਂਜੀ, ਤੇ ਇਹ ਜੋ ਇੱਥੇ ਵੀਰ ਜੀ, ਮੈਂ ਤੁਹਾਨੂੰ ਗੱਲ, ਤੁਹਾਡੇ ਕੋਲ ਹੈਗੇ 5 ਮਿੰਟ ਵੀਰ ਜੀ? ਮੈਂ ਤੁਹਾਨੂੰ ਖਰਾਬ ਤਾਂ ਨਹੀਂ ਕਰ ਰਿਹਾ? ਕੋਈ ਨਹੀਂ ਜੀ, ਕੋਈ ਨਹੀਂ, ਕਰ ਲਓ ਗੱਲ। ਹਾਂਜੀ, ਥੈਂਕ ਯੂ ਸਰ ਜੀ। ਮੈਂ ਵੀਰੇ 20 ਸਾਲ ਪਹਿਲਾਂ ਇੱਥੇ ਜਦੋਂ ਆਇਆ ਸੀ, ਮੈਂ ਇੱਥੇ ਕਿਸੇ ਦੇ ਗੈਸ ਸਟੇਸ਼ਨ ਤੇ ਕੰਮ ਕਰਦਾ ਸੀ ਵੀਰ ਜੀ। ਉਹ ਇੰਡੀਆ ਜਾ ਸਕਦੇ, ਉੱਥੋਂ ਬਲੈਕ ਲਿਸਟ ਨੇ। ਹਾਂਜੀ, ਉਹ ਸਾਡੇ ਲੁਧਿਆਣੇ ਕੰਮ ਕਰਦੇ ਸੀ ਕੈਂਪਾ ਕੋਲਰ ਫੈਕਟਰੀ 'ਚ। ਹਾਂਜੀ, ਮੇਰਾ ਵੀ ਇੱਥੇ ਉਦੋਂ ਰਿਸ਼ਤੇਦਾਰ ਲਾਗੇ ਤਾਗੇ ਹੈ ਨਹੀਂ ਸੀ। ਜਦੋਂ ਵੀ ਉਹ ਮੈਨੂੰ ਤਨਖਾਹ ਦਿੰਦੇ ਸੀ ਨਾ, ਮੈਂ ਉਹਨਾਂ ਨੂੰ ਇਹ ਫੜਾ ਦਿੰਦਾ ਸੀ ਵੀ ਅੰਕਲ ਜੀ, ਮੈਂ ਤੁਹਾਤੋਂ ਲੈ, ਜਦੋਂ ਘਰ ਭੇਜਣੇ ਹੋਣਗੇ 4-5 ਮਹੀਨੇ ਦੇ ਪੈਸੇ ਇਕੱਠੇ ਭੇਜ ਦਾਂਗਾ। ਤੇ ਵੀਰ ਜੀ, ਉਹਨਾਂ ਨੇ ਕੀ ਕੀਤਾ ਨਾ, ਜਦੋਂ ਉਹਨਾਂ ਕੋਲ ਕਾਫੀ ਮੇਰੇ ਪੈਸੇ ਹੋ ਗਏ, 4-5 ਮਹੀਨੇ ਦੀ ਤਨਖਾਹ ਹੋ ਗਈ, ਮੇਰੇ ਢੂਈ ਤੇ ਲੱਤ ਮਾਰਤੀ। ਇਲਜ਼ਾਮ ਕੀ ਲਾਇਆ, ਤੂੰ ਇੱਥੇ ਵੀ ਗੋਰੀ ਛੇੜਤੀ ਸਾਡੀ ਕਸਟਮਰ। ਮੈਂ ਕਿਹਾ ਉਹ ਪੁਲਿਸ ਨੂੰ ਕਾਲ ਕਰ ਦੇਵੇ, ਉਹਦੀ ਜੌਬ ਆ। ਕਹਿੰਦੇ ਨਹੀਂ, ਅਸੀਂ ਤੈਨੂੰ ਹੁਣ ਤੇਰੇ ਪੈਸੇ ਨਹੀਂ ਦੇਣੇ। ਬਹਾਨਾ ਮਿਲ ਗਿਆ ਉਹਨੂੰ ਤਾਂ ਫਿਰ। ਹਾਂਜੀ, ਤੁਸੀਂ ਵੀ ਜਾਣਦੇ ਹੋ ਉਹਨਾਂ ਨੂੰ, ਇਹੋ ਜਿਹੀ ਗੱਲ ਹੀ। ਉਹ ਮਸ਼ਹੂਰ ਨੇ। ਉਹਨਾਂ ਦੇ ਮੁੰਡੇ ਨੇ ਪਿਛਲੇ 4 ਮਹੀਨੇ ਹੋ ਗਏ ਇੱਥੇ ਮਿਸ਼ੀਗਨ ਗੁਰਦੁਆਰੇ 'ਚ ਗ੍ਰੰਥ ਸਾਹਿਬ ਦੇ ਅੱਗੇ ਜੋ ਤਲਵਾਰਾਂ ਪਈਆਂ ਹੁੰਦੇ ਨੇ, ਚੱਕ ਕੇ ਉਹਦੇ ਨਾਲ ਕੀਰਤਨ ਸੁਣਦੇ ਬੰਦੇ ਵੱਢ ਤੇ ਉਹਦੇ ਮੁੰਡੇ ਨੇ। ਉਸ ਟਾਈਮ ਉਹ ਛੋਟਾ ਜਿਹਾ ਸੀ, ਮੈਂ ਗੋਦੀ ਚੱਕਦਾ ਹੁੰਦਾ ਸੀ ਉਹਨੂੰ। ਤੇ ਮੈਨੂੰ ਇੱਥੇ ਧਮਕੀ ਦੇਣ ਲੱਗੇ, ਤੈਨੂੰ ਡਿਪੋਰਟ ਕਰਾ ਦੇਗੇ, ਤੂੰ ਸਾਨੂੰ ਜਾਣਦਾ ਨਹੀਂ, ਅਸੀਂ ਤਾਂ ਇੰਡੀਆ ਜਾਂਦੇ ਨਹੀਂ, ਸਾਨੂੰ ਤਾਂ ਲੋੜ ਨਹੀਂ। ਉਹਦਾ ਪਿੰਡ ਵੀਰ ਜੀ ਹੈਗਾ ਮੋਕਮਗੜ੍ਹ, ਤਾਂ ਇੱਧਰ ਆਪਣੇ ਤੁਹਾਡੇ ਫਤਿਹਗੜ੍ਹ ਚੂੜੀਆਂ ਕਨੀ। ਹਾਂਜੀ, ਜਿਹੜਾ ਉਹਦਾ ਪਾਰਟਨਰ ਸੀ ਉਹ ਵੀਰੇ 5 ਦਾ ਦਿਹਾਣਾ 5 ਮੈਂ ਉਹਦੇ ਪਿੰਡ ਵੀ ਜਾ ਕੇ ਆਇਆ ਇੰਡੀਆ ਜਾ ਕੇ। ਹਾਂਜੀ, ਮੈਨੂੰ ਜਦੋਂ ਰੋਜ਼ ਧਮਕੀ ਦਿਆ ਕਰਨਗੇ, ਤੂੰ ਸਾਨੂੰ ਜਾਣਦਾ ਨਹੀਂ, ਸਾਡਾ ਤਾਂ ਪੁਲਿਸ ਨਹੀਂ ਕੁਛ ਕਰ ਸਕੀ, ਫਲਾਨਾ ਟਿਮਕਾਨਾ। ਤੇ ਜਦੋਂ ਮੈਂ ਸੁਣੀ ਗਿਆ ਵੀਰੇ, ਉਦੋਂ ਤਾਂ ਜਿੰਨੇ ਵੀ ਉਹਦੇ ਬੰਦੇ ਆਲੇ ਦੁਆਲੇ ਬੈਠੇ, ਉਹਨੂੰ ਕੋਈ ਨਾ ਕੁਛ ਕਿਹਾ ਕਰਨ ਵੀ ਦੇਖ ਤੂੰ ਇਹਦੇ ਪੈਸੇ ਦੇ ਵਿਚਾਰੇ ਦੇ। ਨਾਲੇ ਤਾਂ ਤੁਸੀਂ ਕਹਿੰਦੇ ਹੋ ਅਸੀਂ ਸਿੱਖਾਂ ਦੇ ਹਾਮੀ ਆ, ਤੇ ਤੁਸੀਂ ਇੱਥੇ ਕਿਸ ਤਰ੍ਹਾਂ ਇਹਨਾਂ ਨੂੰ ਗਾਲਾਂ ਕੱਢਦੇ ਹੋ। ਸਾਲਿਆ ਕਸਟਮਰ ਭਜਾਤਾ, ਇਹਨਾਂ ਨਹੀਂ ਖਾਣਾ, ਇਹ ਸਿੱਖਾਂ ਦੇ ਮੁੰਡੇ ਨਹੀਂ। ਸਾਲਾ ਕਸਟਮਰ ਤੇਰਾ ਨੇੜੇ ਹੋ ਗਿਆ। ਮੈਨੂੰ ਕੋਈ ਪਰਵਾਹ ਨਹੀਂ, ਕੋਈ ਸੁਣਦਾ ਹੋਵੇ ਜੀ। ਮੈਂ ਇੱਥੇ ਪੈਨਸਿਲਵੇਨੀਆ 'ਚ ਰਹਿਣਾ, ਜਿਹਨੇ ਮਰਜ਼ੀ ਜੋ ਮੈਨੂੰ ਕਹਿਣਾ ਕਹਿ ਲਵੇ ਵੀਰ ਜੀ। ਜਦੋਂ ਦੇਖੋ ਉੱਥੋਂ ਇੰਨੇ 15-15 ਲੱਖ ਰੁਪਇਆ ਲਾ ਕੇ ਆਈਦਾ, ਇੱਕ ਪੈਸਾ ਜੋੜ ਕੇ ਘਰ ਭੇਜਣਾ। ਮੈਨੂੰ ਜੀ ਰੋਡ ਤੇ ਖੜਾ ਗਏ, ਮੈਂ ਕਿਸੇ ਨੂੰ ਕਾਲ ਕੀਤੀ, ਮੈਨੂੰ ਚੱਕ ਕੇ ਲੈ ਗਏ। ਤੇ ਮੈਨੂੰ, ਹਾਂਜੀ, ਮੈਂ 2-3 ਬੰਦੇ ਲੈ ਕੇ ਗਿਆ। ਮੈਂ ਕਿਹਾ ਪੈਸੇ ਦੇ ਦੇ। ਕਹਿੰਦਾ ਪੈਸੇ ਦੇ, ਤੇਰੇ 'ਚ ਹਿੰਮਤ ਤਾਂ ਲੈ ਲਾ। ਮੈਂ ਕਿਹਾ ਏਦਾਂ ਨਹੀਂ ਕਹੀਦਾ ਯਾਰ, ਪੈਸੇ ਦੇ ਦੇ। ਤੇ ਮੈਨੂੰ ਕਹਿੰਦਾ ਅਸੀਂ ਇਹ, ਮੈਂ ਕਿਹਾ ਗੱਲ ਸੁਣ, ਮੇਰੇ ਕੋਲ ਭਾਜੀ ਮੇਰਾ ID ਕਾਰਡ, ਮੈਂ ਪੰਜਾਬ ਪੁਲਿਸ 'ਚ ਸੀਗਾ, ਮੈਂ ਕੱਢ ਕੇ ਉਹਦੇ ਮੂਹਰੇ ID ਕਾਰਡ ਰੱਖਦਾ। ਮੈਂ ਕਿਹਾ ਆਹ ਚੱਕ ਮੇਰਾ ਪੰਜਾਬ ਪੁਲਿਸ ਦਾ ID ਕਾਰਡ, ਆਹ ਚੱਕ ਫੋਟੋ, ਆਹ ਅਜੀਤ ਸਿੰਘ ਸੰਧੂ ਨਾਲ ਖੜਾ ਮੈਂ SSP ਨਾਲ। ਨਹੀਂ ਮੈਨੂੰ ਭਰਤੀ ਕੀਤਾ। ਤੇ ਹੁਣ ਦੱਸ ਫਿਰ ਤੂੰ ਇੱਥੋਂ ਮੈਨੂੰ ਡਿਪੋਰਟ ਕਰਾਉਣਾ, ਕਰਾ ਤੇ ਮੈਂ ਇੰਡੀਆ ਦੇਖ ਕੀ ਹੁੰਦਾ ਜਾ ਕੇ। ਵੀਰ ਜੀ, ਜਿੰਨੇ ਆਲੇ ਦੁਆਲੇ ਬੈਠੇ ਉਹਨਾਂ ਦੇ ਮਿਰਚਾਂ ਲੱਗ ਗਿਆ ਚਿੱਤਰਾਂ ਨੂੰ। ਉਹ ਨਹੀਂ, ਉਹਨਾਂ ਦਾ ਕੀ ਕਸੂਰ ਸਾਲਿਓ। ਮੈਂ ਕਿਹਾ ਹੁਣ ਮਿੰਟ ਕੀ ਬਦਲ ਗਏ, ਉਹਨਾਂ ਦਾ ਕੀ ਕਸੂਰ, ਮੇਰਾ ਕੀ ਕਸੂਰ ਸੀਗਾ। ਵੀਰ ਜੀ ਸਾਰੀ ਉਧਰ ਪਲਟ ਗਏ। ਉਹ ਨਹੀਂ, ਉਹਨਾਂ ਦਾ ਕੀ ਕਸੂਰ। ਉਹ ਮੈਂ ਕਿਹਾ ਜੱਦਾ ਮੈਨੂੰ ਧਮਕੇ ਦੇਈ ਜਾਂਦਾ, 2 ਮਹੀਨੇ ਹੋ ਗਏ ਯਾਰ, ਨਾ ਮੈਂ ਕਿਤੇ ਕੰਮ ਤੇ ਜਾਣ ਜੋਗਾ, ਨਾ ਮੈਨੂੰ ਉਰੇ ਦਾ ਪਤਾ ਕਿ ਨਾ ਵੀ। ਤੇ ਮਿੰਟ ਸੀ, ਉਹ ਉਹਨਾਂ ਦਾ ਕੀ ਕਸੂਰ। ਮੈਂ ਕਿਹਾ ਫਿਰ ਹੁਣ ਤੁਸੀਂ ਮਿੰਟ 'ਚ ਯਾਰ ਉੱਧਰ ਹੋ ਗਏ, ਉਹਨਾਂ ਦਾ ਕੀ ਕਸੂਰ। ਜਦੋਂ ਮੈਨੂੰ ਇੱਥੇ ਮੈਂ ਕਰ ਦੂੰ, ਮੈਂ ਪੁਲਿਸ 'ਚ ਵਾਂਟਡ ਆ, ਮੈਨੂੰ ਬੜੇ ਮੈਂ ਭਜਾਏ ਨੇ, ਜਦ ਤਾਂ ਤੁਸੀਂ ਬੋਲੇ ਨਹੀਂ। ਹਾਂਜੀ, ਤੇ ਹੁਣ ਜਦ ਹੀ ਮੇਰੇ ਨਾ ਤੋਂ ਪੈਸੇ ਦਿੰਦਾ, ਮੈਂ ਕਿਹਾ ਚੱਲ ਪੈਸੇ ਛੱਡੇ, ਮੁੱਕ ਦੀ ਗੱਲ ਇਹ ਹੈ ਵੀਰ ਜੀ ਵੀ ਇਹ ਗੱਲਾਂ ਕੁਝ ਹੋਰ ਕਰਦੇ ਨੇ। ਹੁਣ ਇੱਥੇ ਵੀਰ ਜੀ ਮੈਂ ਜਰਸੀ ਵੀ ਦੇਖਿਆ, ਦੇਖੋ ਪੁਲਿਸ ਦੇ ਕੁੱਟੇ ਹੋਏ ਬੰਦੇ ਇੱਥੇ ਨਜਾਇਜ਼, ਉਹ ਰੱਬ ਜਾਣੇ, ਉਹ ਵਿਚਾਰਿਆਂ ਤੋਂ ਨਿਊਜ਼ਲਾਂ ਨਹੀਂ ਚੱਕ ਹੁੰਦੀਆਂ ਜਦੋਂ ਠੰਡ 'ਚੋਂ ਤੇਲ ਪਾਉਂਦੇ ਨੇ। ਜਰਸੀ ਦੇ ਵਿੱਚ ਬਾਈ ਜੀ ਫੁੱਲ ਸਰਵਿਸ ਹੈ, ਇੱਥੇ ਆਪ ਆਉਣਾ ਪੈਂਦਾ ਬਾਹਰ ਨਿਕਲ ਕੇ ਤੇਲ, ਹਨਾ। ਤੇ ਜੇ ਕਿਤੇ ਇੱਕ ਵੀ ਕਸਟਮਰ ਨਾਲ ਕਿਤੇ ਤੂੰ ਮੈਂ ਹੋ ਜਾਵੇ, ਇਹ ਨਹੀਂ ਦੇਖਦੇ ਵੀ ਇਹ ਵੀ ਸਾਡਾ ਸਰਦਾਰਾਂ ਦਾ ਮੁੰਡਾ, ਉਹਨੂੰ ਮਾਮਾ ਭੈਣਾਂ ਦੀਆਂ ਗਾਲਾਂ ਕੱਢਦੇ ਨੇ। ਮੈਂ ਅੱਖੀ ਦੇਖੇ ਨੇ ਵੀਰ ਜੀ। ਤੇ ਗੁਰਦੁਆਰਿਆਂ 'ਚ ਕੀ ਰੌਲਾ ਪਾਉਣਗੇ ਜਾ ਕੇ, ਸਾਡੇ ਨਾਲ ਹਿੰਦੁਸਤਾਨ 'ਚ ਬੜਾ ਧੱਕਾ ਹੁੰਦਾ। ਮਾਮਾ ਜੀ ਨੂੰ ਤੂੰ ਗਾਲਾਂ ਕੱਢ ਉਹ ਕਿਹਨਾਂ ਦਾ, ਯੂਪੀ ਦਾ ਭਈਆ। ਨਹੀਂ, ਜੋਧੇ ਆ, ਜੋਧੇ ਕੌਮ ਦੇ ਭਾਈ। ਇਹ ਤਾਂ ਕੋਈ ਜੋਧੇ ਜਾਦੇ ਨਹੀਂ ਸੀ ਹੈਗੇ ਇੱਥੇ। ਇੰਡੋ ਕੈਨੇਡੀਅਨ ਵਾਲਾ ਦੀ ਚਾਚੇ ਤਾਏ ਦੀ ਕੁੜੀ ਆ, ਉਹ ਮੇਰੇ ਨਾਲ ਮੁੰਡਾ ਰੂਮਮੇਟ ਸੀਗਾ, ਹੁਣੇ ਗਿਆ ਮੇਰੇ ਨਾਲ, ਅਲੱਗ ਹੋ ਕੇ ਇੰਡੀਆ ਤੋਂ ਵਾਪਸ ਆ ਗਈ।
ਇੱਥੇ ਇੱਕ ਸਰਦਾਰ ਉਹਦੇ ਥੱਪੜ ਮਾਰਨ ਤੱਕ ਗਿਆ। ਉਹ ਕਹਿੰਦਾ ਯਾਰ ਮੇਰਾ ਇੰਡੀਆ ਤੋਂ ਫੋਨ ਆ ਗਿਆ ਸੀ, ਮੈਂ ਉਹਨੂੰ ਕਹਿੰਦਾ ਰੁਕ ਜਾ, ਕਸਟਮਰ ਨੇ ਕਾਰ ਤੋੜ ਲਈ। ਕਹਿੰਦਾ ਮੈਂ ਤੈਨੂੰ ਦੇਖਦਾ ਸੀ ਮਗਰ ਮੇਰੀ ਕਾਰ ਖੜੀ ਸੀ, ਮੈਂ ਚੈੱਕ ਕਰਦਾ ਸੀ ਵੀ ਤੂੰ ਉਹਨੂੰ ਗੈਸ ਪਾਉਣਾ, ਤੂੰ ਮੇਰਾ ਕਸਟਮਰ ਭਜਾਤਾ। ਭਾਜੀ ਉਹਦਾ ਥੱਪੜ ਮਾਰਨ ਤੱਕ ਜਾਵੇ, ਉਹਨੂੰ ਗਾਲਾਂ ਗੰਦੀਆਂ ਕੱਢੇ। ਉਹਦੇ ਪਰ ਸਾਨੂੰ ਕਾਲ ਕੀਤੀ, ਕਹਿੰਦਾ ਮੈਨੂੰ ਲੈ ਜਾਓ ਯਾਰ, ਇਹ ਤਾਂ ਮਗਰੇ ਪੈ ਗਿਆ। ਤੇ ਵੀਰ ਜੀ ਬਸ ਬਹੁਤਾ ਨੀ ਤੁਹਾਡਾ ਟਾਈਮ ਲੈਂਦਾ। ਕਦੇ ਤੁਹਾਨੂੰ ਪਹਿਲਾਂ ਦੱਸੋ ਜੀ, ਇਸ ਟਾਈਮ ਕਾਲ ਕਰ ਲਿਆ ਕਿ ਨਹੀਂ, ਹੁਣ ਤੋਂ ਲੈ ਕੇ ਕਿੰਨੀ ਕੁ ਦੇਰ ਤੱਕ? ਪ੍ਰੋਗਰਾਮ ਤਾਂ 4 ਘੰਟੇ ਦਾ ਹੁੰਦਾ, ਪਰ ਗੱਲ ਵਿਸ਼ੇ ਤੇ ਹੁੰਦੀ ਆ ਨਾ, ਵੀ ਵਿਸ਼ਾ ਕਿਦਾਂ ਦਾ ਚੱਲਦਾ। ਅੱਜ ਤਾਂ ਥੋੜਾ ਜਿਹਾ ਖੁੱਲਾ ਹੀ ਸੀਗਾ ਉਹਦਾ, ਪਰ ਕਈ ਵਾਰੀ ਸੀਰੀਅਸ ਗੱਲਬਾਤ ਚੱਲਦੀ ਹੁੰਦੀ ਆ, ਫਿਰ ਖੁੱਲੀਆਂ ਗੱਲਾਂ ਕਰਨੀਆਂ ਔਖੀਆਂ ਹੋ ਜਾਂਦੀਆਂ ਥੋੜ੍ਹੀਆਂ ਜਿਹੀਆਂ। ਕੋਈ ਨਹੀਂ, ਤੁਸੀਂ ਟਰਾਈ ਕਰਕੇ। ਮੈਂ ਤਾਂ ਤੁਹਾਨੂੰ ਬਿਲਕੁਲ ਵੀਰ ਜੀ, ਤੁਸੀਂ ਬਿਲਕੁਲ ਠੀਕ ਕਰ ਰਹੇ। ਇਹ ਸਾਰੇ ਝੂਠਾਂ ਦਾ ਪਲੰਦਾ ਇਹਨਾਂ ਦਾ, ਇਹ ਕੁਝ ਨਹੀਂ ਹੈਗੇ ਵੀਰ ਜੀ। ਨਹੀਂ ਕੋਈ ਨਹੀਂ ਜੀ, ਕੋਈ ਨਹੀਂ, ਕੱਢਾਂਗੇ। ਨੈਕਸਟ ਟਾਈਮ ਵੀ ਤੁਹਾਡੇ ਨਾਲ ਕਰਾਂਗੇ ਗੱਲ ਖੁੱਲੇ ਟਾਈਮ ਚ ਵੀਰ ਜੀ। ਤੇ ਥੈਂਕ ਯੂ, ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਜੀ। ਥੈਂਕ ਯੂ ਸਰ। 0107 ਦੇ ਉੱਤੇ ਤੁਹਾਡਾ ਸਵਾਗਤ ਹੈ ਜੀ। ਹੈਲੋ ਜੀ। ਨਹੀਂ ਜੀ, WhatsApp ਦੇ ਉੱਤੇ ਤੁਸੀਂ ਆਨ 에ਅਰ ਹੋ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ, ਮੈਂ ਸੁਖਵਿੰਦਰ ਸਿੰਘ ਬੋਲ ਰਿਹਾ ਤੇ ਮੈਂ ਤੁਹਾਡੇ ਕੋਲ ਇੱਕ ਇਨਫੋਰਮੇਸ਼ਨ ਲਈ ਕਾਲ ਕੀਤੀ ਸੀ ਵੀ ਤੁਹਾਡਾ ਜਿਹੜਾ ਦਫ਼ਤਰ ਦਾ WhatsApp ਨੰਬਰ ਹੈ ਉਹ ਕਿਹੜਾ ਨੰਬਰ ਹੈ, ਥੋੜਾ ਰਿਪੀਟ ਕਰ ਦਿੰਦੇ ਇੱਕ ਵਾਰੀ। ਨਹੀਂ ਜੀ, ਉਹ ਤਾਂ ਬੰਦੇ ਹੀ ਆ ਕਿ ਸਾਡੇ ਤੋਂ ਤਾਂ ਕਾਲਾਂ ਇੰਨੀਆਂ ਨਹੀਂ ਸਾਂਭੀਆਂ ਜਾਂਦੀਆਂ। WhatsApp ਤੇ ਤਾਂ 90 100 ਕਾਲ ਜਿਹੜੀ ਹੈ ਨਾ ਪ੍ਰੋਗਰਾਮ ਦੇ ਵਿੱਚ ਮਿਸ ਹੋ ਜਾਂਦੀ ਸੀ, ਜਿਹੜੀ ਸਾਡੇ ਤੋਂ ਚੱਕੀ ਨਹੀਂ ਸੀ ਜਾਂਦੀ। ਹਾਂਜੀ, ਕਿਉਂਕਿ ਇਹ ਤੁਹਾਡਾ ਪਰਸਨਲ ਨੰਬਰ ਹੈ ਨਾ, ਜੇ ਤੇ ਮੈਂ ਕਰ ਰਿਹਾ ਤੇ ਕਈ ਵਾਰੀ ਹੁੰਦਾ ਬੰਦਾ ਥੋੜਾ ਮਾਈਂਡ ਕਰਦਾ ਵੀ ਪਰਸਨਲ ਨੰਬਰ ਤੇ ਨਾ ਕੀਤੀ ਜਾਵੇ। ਹਾਂਜੀ, ਪਰ ਉਹਦੇ ਤਾਂ ਉਹੀ ਲੈਂਡਲਾਈਨ ਦੇ ਨੰਬਰ ਹੀ ਆ। WhatsApp ਅਸੀਂ ਕੀਤਾ ਤਾਂ ਸੀਗਾ ਉਦੋਂ, ਚਲੋ ਵੀ ਸੁਵਿਧਾ ਰਹੂਗੀ, ਪਰ ਕਾਲਾਂ ਬਹੁਤ ਜ਼ਿਆਦਾ ਆਉਣ ਲੱਗ ਪਈਆਂ, ਜਿੰਨੀਆਂ ਕਾਲਾਂ ਅਸੀਂ ਲੈ ਹੀ ਨਹੀਂ ਸਕਦੇ। ਹਾਂਜੀ, ਹੁਣ ਮੈਨੂੰ ਲੱਗਦਾ ਹੈ ਵੀ ਜਿਹੜਾ ਵੀਡੀਓ ਪ੍ਰੋਗਰਾਮ ਹੈ ਉਹ ਕਾਲਾਂ ਲਈ ਰੱਖ ਲਿਆ ਕਰੀਏ ਆਪਾਂ, ਨਹੀਂ ਤਾਂ 3 ਘੰਟੇ। ਇੱਕ ਤਾਂ 2 ਜਣੇ ਬੈਠੇ ਉੱਥੇ ਆਈਦਾ ਸੀ ਪ੍ਰੋਗਰਾਮ ਕਰਨ, 2 ਜਣੇ, ਤੇ ਫਿਰ ਕਾਲ ਦੇ ਵਿੱਚ ਕੋਈ ਗੱਲ ਕਰਦਾ। ਹਾਂਜੀ ਤਾਂ ਗਾਹ ਦੇਖਦੇ ਆ ਜੀ ਕਿੱਦਾਂ ਹੁੰਦੀ ਹੈ। ਜੇ ਤਾਂ ਅਜੇ ਕੋਈ ਨਹੀਂ, ਤੁਸੀਂ ਆਇਆ ਨਾ ਪ੍ਰੋਗਰਾਮਾਂ 'ਚ ਇਸੇ ਤੇ ਕਰ ਲਿਓ ਜੇ ਕਿਤੇ ਲੋੜ ਪਵੇ ਤਾਂ। ਸ਼ੁਕਰੀਆ, ਮਿਹਰਬਾਨੀ ਜੀ। ਥੈਂਕ ਯੂ, ਧੰਨਵਾਦ ਜੀ। ਤੇ ਉਹ ਜਿਹੜੀ ਨਾ ਕੱਲ ਅਸੀਂ ਗੱਲ ਕਰਨ ਲੱਗੇ ਸੀਗੇ, ਹਾਂਜੀ, ਪਈ ਪ੍ਰੋਗਰਾਮ ਦੇ ਸ਼ੁਰੂ 'ਚ ਕਾਲ ਇੱਕ ਹੋ ਰਹੀ ਹੈ ਜੀ। ਦੇਖੋ 107 ਦੇ ਉੱਤੇ ਸਵਾਗਤ ਹੈ ਜੀ ਤੁਹਾਡਾ। ਹੈਲੋ। ਹਾਂਜੀ, 107 ਤੇ ਆ ਜੀ। ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ। ਮੈਂ ਜਸਕਰਨ ਸਿੰਘ ਬੋਲ ਰਿਹਾ ਜੀ, ਮੈਲਬਨ ਤੋਂ। ਹਾਂਜੀ, ਮੈਂ ਤਾਂ ਬਸ ਤੁਹਾਨੂੰ ਬੜੇ ਚਿਰ ਤੋਂ ਤੁਹਾਡਾ ਪ੍ਰੋਗਰਾਮ ਸੁਣ ਰਿਹਾ ਸੀ ਤੇ ਬੜਾ ਵਧੀਆ, ਕਈ ਗੱਲਾਂ ਵਧੀਆ ਲੱਗਦੀਆਂ, ਕਈ ਦੇ ਵਿੱਚ ਡਿਫਰੈਂਸਿਸ ਵੀ ਹੁੰਦੇ ਆ। ਤੇ ਮੈਂ ਤਾਂ ਬਸ ਤੁਹਾਨੂੰ ਵਧਾਈ ਦੇਣਾ ਚਾਹੁੰਦਾ ਇੱਕ ਵੀ ਜਿਹੜਾ ਰੇਡੀਓ ਵਿਰਸਾ ਇਹ ਪਹਿਲਾ ਪ੍ਰੋਗਰਾਮ ਹੋਊਗਾ ਦੁਨੀਆ ਦਾ ਜਿਹਨੇ ਭਿੰਡਰਾਂ ਵਾਲੇ ਤੇ ਉਹਦੇ ਸਾਥੀਆਂ ਨੇ ਜੋ ਕੁਛ ਕੀਤਾ ਸੀ ਉਹਦੇ ਖਿਲਾਫ ਆਵਾਜ਼ ਉਠਾਈ ਆ ਨਾ। ਇਹ ਪਬਲਿਕ ਪਲੇਟਫਾਰਮ ਤੇ ਅੱਜ ਤਾਈਂ ਕਿਸੇ ਨੇ ਬੋਲਣ ਦੀ ਹਿੰਮਤ ਨਹੀਂ ਕੀਤੀ, ਤੇ ਜੇ ਕਿਸੇ ਨੇ ਹਿੰਮਤ ਕੀਤੀ ਵੀ ਤਾਂ ਉਹਨੂੰ ਦਬਾਤਾ। ਆਪਣੇ ਜਿਹੜੇ ਚੌਧਰੀ ਸੀਗੇ ਸਿੱਖ ਧਰਮ ਤੇ ਕਬਜ਼ਾ ਕਰੀ ਬੈਠੇ ਆ, ਤੇ ਕਿਸੇ ਦੀ ਇਹਨਾਂ ਨੇ ਸੁਣੀ ਨਹੀਂ। ਤੇ ਤੁਸੀਂ ਚਲੋ ਹਾਲਾਂਕਿ ਇਹਨਾਂ ਨੇ ਧਮਕੀਆਂ ਤੁਹਾਨੂੰ ਦਿੱਤੀਆਂ ਬਹੁਤ, ਪਰ ਤੁਸੀਂ ਲੱਗੇ ਹੋਏ ਹੋ, ਇਹ ਕੰਗ੍ਰੈਚੁਲੇਸ਼ਨ, ਬਹੁਤ ਤੁਸੀਂ ਕਰ ਰਹੇ ਹੋ ਚੰਗਾ ਕੰਮ। ਤੇ ਦੂਜਾ ਮੈਂ ਆਪਣੀ ਕੌਮ ਦਾ ਜੀ। ਹਾਂਜੀ ਬੋਲੋ। ਇੱਕ ਗੱਲ ਖਿਆਲ ਰੱਖਿਓ ਨਾ, ਇੱਥੇ ਕਪੂਰ ਨੇ ਲਿਖਿਆ, ਹਾਂਜੀ, ਉਹ ਕਹਿੰਦਾ ਜ਼ਾਲਮ ਹਾਕਮਾਂ ਦੇ ਜ਼ੁਲਮਾਂ ਵਿੱਚੋਂ ਹੀ ਜ਼ੁਲਮ ਵਿਰੁੱਧ ਲੜਨ ਦੀ ਹਿੰਮਤ ਜਾਗਦੀ ਆ। ਹਾਂਜੀ, ਪਰ ਵੇਖ ਲਓ ਇਹਨੂੰ ਕਿੰਨੇ ਸਾਲ ਲੱਗ ਗਏ ਜੀ। ਸਾਨੂੰ ਸਭ ਕੁਝ ਪਤਾ ਸੀ ਵੀ ਭਿੰਡਰਾਂ ਵਾਲਾ ਤੇ ਉਹਦੇ ਸਾਥੀਆਂ ਨੇ ਜੋ ਕੁਛ ਕੀਤਾ ਨਾ ਨਿਰੰਕਾਰੀ ਕਾਂਡ ਤੋਂ ਬਾਅਦ ਤੋਂ ਲੈ ਕੇ 84 ਤੱਕ, ਉਹ ਬਹੁਤਿਆਂ ਨੂੰ ਪਤਾ ਸੀ, ਪਰ ਬੋਲਣ ਦੀ ਕਿਸੇ ਨੇ ਹਿੰਮਤ ਨਹੀਂ ਕੀਤੀ। ਜੇ ਕੀਤੀ ਤਾਂ ਉਹਨੂੰ ਇਹਨਾਂ ਨੇ ਦਬਾਤਾ ਧੱਕੇ ਨਾਲ। ਇਹ ਬਹੁਤੇ ਲੋਕੀ ਮੇਰੀ ਇਸ ਗੱਲ ਨਾਲ ਸਹਿਮਤ ਹੋਣਗੇ, ਜਿਨ੍ਹਾਂ ਤੇ ਅੱਖਾਂ ਦੇ ਧਰਮ ਦੀ ਪੱਟੀ ਪਈ ਹੋਈ ਹੈ ਜਾਂ ਜਿਨ੍ਹਾਂ ਦੇ ਉੱਤੇ ਭਿੰਡਰਾਂ ਵਾਲੇ ਦੀ ਪੱਟੀ ਪਈ ਹੋਈ, ਉਹ ਭਾਵੇਂ ਨਾ ਸਮਝਣ, ਪਰ ਬਾਹਲੇ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਆ ਤੇ ਉਹਨਾਂ ਨੂੰ ਪਤਾ ਵੀ ਕੀ ਕੁਛ ਹੁੰਦਾ ਸੀ ਉੱਥੇ ਅੰਦਰੋਂ, ਕੀ ਹੁਕਮ ਹੁੰਦੇ ਸੀ ਤੇ ਕੀ ਉਦੋਂ ਦਬਾਇਆ ਕਿਵੇਂ ਜਾ ਰਿਹਾ ਸੀ ਬਾਕੀ ਘੱਟ ਗਿਣਤੀਆਂ ਨੂੰ। ਇਹਦੇ ਬਾਰੇ ਕੋਈ ਕਿਸੇ ਨੂੰ ਸ਼ੱਕ ਨਹੀਂ ਹੋਣਾ ਚਾਹੀਦਾ। ਜਿਹੜਾ ਨਾ ਕੋਈ ਗਰੁੱਪ ਹੋਵੇ, ਚਾਹੇ ਲੀਡਰ ਹੋਵੇ, ਚਾਹੇ ਕੋਈ ਵਿਚਾਰਧਾਰਾ ਆ, ਕੋਈ ਜਥੇਬੰਦੀ ਆ, ਜਿਹਨੂੰ ਅਸੀਂ ਧਰਮ ਵੀ ਕਹਿ ਦਿੰਦੇ ਆ, ਕੁਛ ਵੀ ਹੋਵੇ,
ਜਦੋਂ ਨਾ ਉਹਦੇ ਪ੍ਰਤੀ ਤੁਹਾਡਾ ਦ੍ਰਿਸ਼ਟੀਕੋਣ ਬਦਲਦਾ ਆ, ਹਾਂਜੀ, ਉਦੋਂ ਸਾਰਾ ਕੁਝ ਬਦਲ ਜਾਂਦਾ ਆ। ਹੁਣ ਜਿਹੜਾ ਭਿੰਡਰਾਂ ਵਾਲੇ ਪ੍ਰਤੀ ਦ੍ਰਿਸ਼ਟੀਕੋਣ ਸੀ ਨਾ ਸਾਡਾ, ਹਾਂਜੀ, ਉਹ ਆਪਾਂ ਸਤਿਕਾਰ ਲੈ ਕੇ ਬੈਠੇ ਸੀ ਸਿਰਫ ਇਸ ਕਰਕੇ ਸਾਰੇ ਜਣੇ ਵੀ ਦੇਖੋ ਮਿਲਟਰੀ ਗਈ ਆ, ਮਿਲਟਰੀ ਨੂੰ ਗੁਰਪੁਰਬ ਵਾਲੇ ਦਿਨ ਨਹੀਂ ਸੀ ਜਾਣਾ ਚਾਹੀਦਾ, ਉਹਨਾਂ ਦੀਆਂ ਵੀ ਬਹੁਤ ਖਾਮੀਆਂ ਸੀ। ਮਿਲਟਰੀ ਨੂੰ ਸਰਕਾਰ ਨੂੰ ਉੱਥੇ ਹਥਿਆਰ ਇਕੱਠੇ ਨਹੀਂ ਸੀ ਹੋਣ ਦੇਣੇ ਚਾਹੀਦੇ। ਬਿਲਕੁਲ ਜੀ, ਇਦਾਂ ਬਹੁਤ ਕੁਝ ਸੀਗਾ ਜਿਹੜਾ ਇੱਕ ਬੈਨੀਫਿਟ ਦਾ ਡਾਊਟ ਦਿੰਦਾ ਸੀਗਾ। ਇਹਦੇ ਭਿੰਡਰਾਂ ਵਾਲੇ ਪਾਸੇ ਸੌਫਟ ਕਾਰਨਰ ਬਣਦਾ ਸੀ ਤੁਹਾਡਾ। ਹਾਂਜੀ, ਪਰ ਜੇ ਨਾ ਉਹਦੇ ਪਿੱਛੇ ਚੱਲਣੇ ਵਾਲੇ ਉਸ ਸਤਿਕਾਰ ਨੂੰ ਬਣਿਆ ਰਹਿਣ ਦਿੰਦੇ ਤੇ ਜਿਹੜੇ ਗਾਹਾਂ ਦੇ ਚੈਪਟਰ ਆ ਉਹ ਚੰਗੀ ਤਰ੍ਹਾਂ ਲਿਖੇ ਜਾਂਦੇ, ਕੁਝ ਹੋਰ ਹਾਲਤ ਬਣ ਜਾਣੀ ਸੀ, ਬਦਲ ਜਾਣਾ ਸੀ। ਹੁਣ ਠੀਕ ਹੈ ਜੀ, ਇਹਨਾਂ ਨੇ ਕੀ ਕੀਤਾ, ਉਹ ਤੋਂ ਕ੍ਰੈਡਿਟ ਲੈਣਾ ਚਾਹਿਆ ਨਿਕੰਮੇ ਬੰਦਿਆਂ ਨੇ। ਹੁਣ ਆ ਗਰਜੰਟ ਵਰਗੇ ਬੰਦੇ, ਜਸਕੀਰਤ ਵਰਗੇ ਬੰਦੇ ਸ਼ਰੇਆਮ ਜਿਹੜੇ ਨਾ ਇਹਨਾਂ ਨੂੰ ਜ਼ਿੰਦਗੀ ਦਾ ਤਜਰਬਾ, ਨਾ ਇਹਨੀ ਦੇਖਿਆ ਵੀ ਪੁਲਿਸ ਕੀ ਕਰਦੀ ਆ, ਨਾ ਇਹਨਾਂ ਨੂੰ ਇਹ ਫਿਕਰ ਪਈ ਮਗਰ ਮਾਵਾਂ ਭੈਣਾਂ ਦਾ ਕੀ ਬਣਦਾ, ਇਨੀ ਤਾਂ ਇਹ ਦੇਖਿਆ ਵੀ ਇਦਾਂ ਗੱਲਾਂ ਕਰਨੇ ਨਾਲ TRP ਮਿਲ ਜਾਂਦੀ ਆ। ਹੁਣ ਕੱਲ ਗੱਲ ਕੀਤੀ ਆ, ਵੀਡੀਓ ਪਾਤੀ, ਉਹ ਵੀਡੀਓ ਸ਼ੇਅਰ ਹੋ ਗਈ, ਉਹ ਤੇ ਕਮੈਂਟ ਹੋ ਗਿਆ, ਇਦਾਂ ਹੋ ਗਿਆ ਵੀ ਲਾਲਾ ਵਗੇ ਗਰਜੰਟ ਨੇ ਸ਼ਾਬਾਸ਼ ਵੀ ਇਹ ਚੁੱਪ ਕਰਾਇਆ ਇਹਨੇ, ਹਨਾ। ਇਹ ਜੀ ਸੁਣਦੇ ਹੀ ਨਹੀਂ ਜੀ, ਆ ਜਿਹੜੇ ਇਹਨਾਂ ਦੇ ਸਮਰਥਕ ਆ ਨਾ, ਇਹਨਾਂ ਨੂੰ ਮੈਂ ਇੱਕ ਦੋ ਵਾਰੀ ਕਈ ਸਵਾਲ ਕੀਤੇ, ਉਹ ਇੱਕ ਮੁੰਡਾ ਜਪਜੀ ਸਿੰਘ ਆ ਕਰਕੇ ਤੇ ਇੱਕ ਗੁਰਜੰਟ ਸਿੰਘ ਆ, ਇਹ ਬਲੌਕ ਹੀ ਕਰ ਦਿੰਦੇ ਜੀ ਬੰਦੇ ਨੂੰ। ਇਹਨਾਂ ਨੇ ਥੱਲੇ ਲਿਖਿਆ ਹੁੰਦਾ ਨਾ ਵਾਹਿਗੁਰੂ ਵਾਹਿਗੁਰੂ, ਤੇ ਭਿੰਡਰਾਂ ਵਾਲੇ ਦੀਆਂ ਫੋਟੋ ਸ਼ੇਅਰ ਕੀਤੀਆਂ ਹੁੰਦੀਆਂ, ਉਹਨਾਂ ਨੂੰ ਇਹ ਮਤਲਬ ਉਹਨਾਂ ਦੇ ਕਮੈਂਟ ਇਹਨੇ ਸ਼ੇਅਰ ਕਰ ਦੇਣੇ ਆ, ਮੇਰੇ ਵਰਗਿਆਂ ਦੇ ਡਿਲੀਟ ਕਰ ਦੇਣੇ ਆ। ਤੇ ਬਸ ਜੇ ਕੋਈ ਆਮ ਬੰਦਾ, ਵੇਖੋ ਜੀ ਮੈਂ ਚਲੋ ਆਪਾਂ ਤਾਂ ਸਿੱਖ ਧਰਮ ਨਾਲ ਸੰਬੰਧਿਤ ਆ, ਤੇ ਮੈਂ ਇੱਕ ਗੱਲ ਕਰਨੀ ਚਾਹੁੰਦਾ, ਕਿਸੇ ਆਮ ਤੀਜੇ ਬੰਦੇ ਨੂੰ ਜਿਹਨੂੰ 1% ਉਸ ਚੀਜ਼ ਦੀ ਨੌਲੇਜ ਨਹੀਂ ਨਾ, ਉਹਨੂੰ ਨਾ ਭਿੰਡਰਾਂ ਵਾਲੇ ਦੀਆਂ 10 ਵੀਡੀਓ YouTube ਤੇ ਪਈਆਂ, 10-15, ਉਹਨੂੰ ਕਹਿ ਤੂੰ ਸਾਰੀਆਂ ਵੇਖ ਲਾ, ਤੇ ਉਸ ਤੋਂ ਬਾਅਦ ਤੂੰ ਨਤੀਜਾ ਇਹ ਕੱਢ ਵੀ ਇਹ ਬੰਦਾ ਕਿਸ ਲੈਵਲ ਦੀ ਇਹਦੀ ਸੋਚ ਸੀ ਤੇ ਕਿਹੋ ਜਿਹਾ ਸੀਗਾ ਇਹ। ਤੂੰ ਇੱਕ ਆਮ ਅੰਗਰੇਜ਼ ਨੂੰ ਹੀ ਕਹਿ ਦੋ ਤੇ ਉਹਨੇ 10 ਮਿੰਟ ਨਤੀਜਾ ਕੱਢ ਕੇ ਦੱਸ ਦੇਣਾ ਵੀ ਇਹਦੀ ਫਾਸੀਸਟ ਇੱਕ ਹਿਟਲਰਵਾਦੀ ਸੋਚ ਹੈ ਇਸ ਬੰਦੇ ਦੀ, ਤੇ ਇਹ ਕਿਸੇ ਵੀ ਤਰ੍ਹਾਂ ਨਾਲ ਇੱਕ ਕੌਮ ਦਾ ਲੀਡਰ ਹੋਣ ਦੇ ਹੱਕ ਰੱਖਦਾ ਹੀ ਨਹੀਂ ਜੀ ਇਹ ਬੰਦਾ। ਨਾਲੇ ਚਲੋ ਅਸੀਂ ਦੇਖੋ ਮੰਨ ਲੈਂਦੇ ਆ ਵੀ 20ਵੀਂ ਸਦੀ ਦੇ ਸ਼ੁਰੂ ਦੇ ਵਿੱਚ ਪਹਿਲੇ ਜਿਹੜੇ 3-4 ਦਹਾਕੇ ਆ ਉਹ ਹਿਟਲਰ ਦੇ ਸੀਗੇ, ਹਨਾ। ਆਪਾਂ ਸੰਸਾਰ ਜੰਗ ਹੋਈ ਆ ਦੂਜੀ ਜਿਹੜੀ ਆ ਉਹਦੇ ਸਿੱਟੇ ਸਾਨੂੰ ਪਤਾ ਲੱਗ ਗਏ, ਹਨਾ, ਲੋਕਾਂ ਨੇ ਸੁਧਾਰ ਕਰ ਲਿਆ ਥੋੜਾ ਜਿਹਾ। ਉਹ ਤੋਂ ਬਾਅਦ ਇਹਦਾ ਜਿਹੜਾ ਹੁਣ ਇਦਾਂ ਭਿੰਡਰਾਂ ਵਾਲੇ ਦਾ ਟਾਈਮ ਆ, ਜਿਹੜੇ ਆਖਰੀ 2 ਦਹਾਕੇ ਸੀਗੇ ਉਹ ਟਾਈਮ ਇਹਨਾਂ ਦਾ ਸੀਗਾ, ਉਹਦੇ ਸਿੱਟੇ ਨਿਕਲ ਆਏ, ਉਹਨਾਂ ਨੂੰ ਐਨਾਲਾਈਜ਼ ਕਰਕੇ ਸੁਧਾਰ ਕਰਕੇ ਗਾਹਾਂ ਤੁਰ ਪੈਂਦੇ। ਪਰ ਹੋਇਆ ਕੀ ਆ, ਹੁਣ ਮਨੋਵਿਗਿਆਨਕ ਕਹਿੰਦੇ ਆ ਵੀ ਜੋ ਕੁਛ ਬੀਤ ਜਾਂਦਾ ਨਾ ਤੁਹਾਡੇ ਨਾਲ, ਹਾਂਜੀ, ਉਹਦੇ ਵਿੱਚ ਤੁਸੀਂ ਕੁਛ ਪ੍ਰਾਪਤ ਕੀਤਾ ਜਾਂ ਨੁਕਸਾਨ ਕਰਾਇਆ, ਹਾਂਜੀ, ਜੇ ਉਹਨੂੰ ਫੜ ਕੇ ਬੈਠੇ ਰਹਿੰਦੇ ਆ, ਉਹ ਤੋਂ ਲੈਸਨ ਲੈ ਕੇ ਜਿਹੜੇ ਅਗਲੇਰੇ ਕਾਰਜ ਆ ਉਹਨਾਂ ਨੂੰ ਸੁਧਾਰਦੇ ਨਹੀਂ, ਤੇ ਮਾਨਸਿਕ ਰੋਗਾਂ ਦੇ ਮਰੀਜ਼ ਹੋ ਜਾਂਦੇ ਤੁਸੀਂ। ਹੋਈ ਆ ਜੀ ਆਪਣੀ ਕੌਮ। ਹੁਣ ਅਸੀਂ ਇਹੀ ਪਿੱਤਰਨ ਜਾਣੀ ਅੱਜ ਜਿਹੜੇ ਬੰਦੇ ਦੀ ਕਰਤੂਤ ਇੱਕ ਗਲੀ ਦੇ ਕੁੱਤੇ ਜਿੰਨੀ ਵੀ ਹੈ ਨਹੀਂ ਨਾ, ਤੇ ਉਹਨੂੰ ਕੋਈ ਏਦਾਂ ਬੁਰਕੀ ਪਾ ਦੇਵੇ, ਉਹ ਵੀ ਇੱਕ ਦੂਜੇ ਨੂੰ ਇਹ ਡਰਾ ਰਿਹਾ ਆ ਵੀ ਤੂੰ ਕੌਣ ਹੁੰਨਾ, ਮੈਂ ਭਿੰਡਰਾਂ ਵਾਲੇ ਦਾ ਸਾਥੀ, ਤੂੰ ਕੌਣ ਹੁੰਨਾ ਕਹਿਣੇ ਵਾਲਾ। ਠੀਕ ਹੈ। ਨਿਊਜ਼ੀਲੈਂਡ 'ਚ ਮੈਨੂੰ ਯਾਦ ਆ ਗਿਆਨੀ ਹਰਿੰਦਰ ਸਿੰਘ ਅਲਵਰ ਵਾਲੇ ਆਏ 89 ਵਿੱਚ। ਹਾਂਜੀ, ਹੁਣ ਉਸ ਟਾਈਮ ਦੇ ਵਿੱਚ ਜਦੋਂ ਤੁਸੀਂ ਮਸਕੀਨ ਦਾ ਟਾਈਮ ਸੀ, ਮਿਸ਼ਨਰੀ ਅਜੇ ਨਹੀਂ ਸੀਗੇ, ਜਿਹੜਾ ਆਪਣਾ ਚੌਂਤੇ ਵਾਲਾ ਕਾਲਜ ਆ ਉਹਦੇ ਵਿੱਚੋਂ ਪਿੰਦਰਪਾਲ ਹੁਣੀ ਨਿਕਲੇ, ਉਹ ਸਾਰੇ ਗਰਕ ਗਏ, ਕਥਾਕਾਰ ਪ੍ਰਵਾਨੇ ਹੁਣੀ ਸੀਗੇ, ਤੇ ਉਹਨਾਂ ਦੀ ਵਿਚਾਰਧਾਰਾ ਗੱਲਬਾਤ ਜਿਹੜੀ ਆ ਉਸ ਵੇਲੇ ਦੇ ਹਿਸਾਬ ਨਾਲ ਜਾਣੀ 90ਵਿਆਂ ਦੇ ਵਿੱਚ ਬਹੁਤ ਵਜ਼ਨ ਰੱਖਦੀ ਸੀ। ਠੀਕ ਹੈ ਜੀ। ਤੇ ਉਹ ਇੱਥੇ ਆਏ ਨਿਊਜ਼ੀਲੈਂਡ, ਇੱਥੇ ਬੰਦਾ ਜੇ ਵੀ ਹੈਗਾ ਆ, ਉਹ ਬੰਦੇ ਦੇ ਜਾਣੀ ਇਦਾਂ ਜੇ ਨਾ ਤੁਸੀਂ ਬੰਦਾ ਕਹੇ ਵੀ ਇਹਦੇ ਕਈਆਂ ਦੇ ਹੁੰਦਾ ਨਾ, ਉਹਦੀ ਗੱਲ ਸੁਣ ਕੇ ਚਪੇੜ ਮਾਰਨੇ ਨੂੰ ਜੀ ਕਰਦਾ, ਉਹਦੇ ਚਪੇੜ ਮਾਰਨ ਤੋਂ ਵੀ ਤੁਹਾਨੂੰ ਘਿਣ ਆਉਂਦੀ ਪਈ, ਇੰਨੇ ਨਿਕੰਮੇ ਦੇ ਚਪੇੜ ਵੀ ਕਾਹਨੂੰ ਮਾਰਨੀ ਯਾਰ। ਪਰ ਉਹ ਬੰਦਾ ਜਿੱਦਾਂ ਨਾ ਪਾਥੀਆਂ ਤੇ ਕਾਂ ਤੁਰਿਆ ਹੁੰਦਾ, ਇਦਾਂ ਬਾਹਾਂ ਖਿਲਾਰ ਕੇ ਤੁਰਿਆ, ਮੈਨੂੰ ਅਜੇ ਵੀ ਉਹਦੀ ਸ਼ਕਲ, ਉਹਦੇ ਜੈਸਚਰ ਯਾਦ ਆ ਜਾਣੀ।
ਆਟੋ ਹਾਊਸ ਗੁਰਦੁਆਰਾ ਇੱਥੇ ਡਬਲ ਸਟੋਰੀ ਆ ਤੇ ਉੱਤੇ ਉਤਰਿਆ, ਲੰਗਰ ਹਾਲ ਦੇ ਵਿੱਚ ਤੁਰਿਆ ਆ। ਏਦਾਂ ਕਹੇ ਇਹੋ ਜਿਹੇ ਬੰਦੇ ਨੂੰ ਨੰਗਾ ਕਰਕੇ ਬੱਟੀਆਂ ਵਾਲੇ ਸੜਕ ਤੇ ਘਸੀਟਣਾ ਚਾਹੀਦਾ। ਇਹਨੂੰ ਕਹੋ ਪੰਜਾਬ ਚਲੇ ਜਰਾ ਕਿ ਇਹਨੂੰ ਦੱਸੀਏ। ਮਤਲਬ ਜਦੋਂ ਇਹੋ ਜਿਹੇ ਬੰਦੇ, ਇਹੋ ਜਿਹੇ ਲੋਕਾਂ ਨੇ ਭਿੰਡਰਾਂ ਵਾਲੇ ਦੇ ਨਾਂ ਤੇ ਕ੍ਰੈਡਿਟ ਲੈ ਕੇ ਗੁੰਡਾਗਰਦੀ ਕੀਤੀ ਨਾ, ਫਿਰ ਇਹਨੇ ਦੱਬੀਆਂ ਕੁਲਾਂ ਪਟਵਾਈਆਂ ਔਰ ਅਜੇ ਪਤਾ ਨਹੀਂ ਕੀ ਪਟਵਾਉਣੀਆਂ ਇਹਨੀ ਗਾਹਾਂ ਦੇਖ ਲਿਓ। ਉਹ ਬਾਹਰ ਬੈਠਿਆਂ ਨੂੰ ਜੀ ਇਹਨਾਂ ਨੂੰ ਖੁਰਕ ਹੁੰਦੀ ਆ ਪਤਾ ਨਹੀਂ ਕਾਹਦੀ, ਉੱਥੇ ਇਹਨਾਂ ਨੂੰ ਹਾਲਾਤ ਹੀ ਨਹੀਂ ਪਤਾ ਦੇਸ਼ ਦੇ ਜਾਂ ਕਹਿ ਲਓ ਪੰਜਾਬ ਦੇ ਕਿਵੇਂ ਆ। ਉਹ ਮੇਰੇ ਨਾਲ ਇੱਕ ਮੁੰਡਾ ਜੀ ਪੂਰਾ ਗੁਰਸਿੱਖ ਆ, ਉਹਨਾਂ ਦੇ ਘਰੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆ, ਬੜੀ ਸੋਹਣੀ ਉਹਨਾਂ ਦੀ ਨਾ ਸਿੱਖੀ ਚ ਰਹਿਤ ਮਰਿਆਦਾ ਕਹਿ ਲਓ, ਸ਼ਰਧਾ ਕਹਿ ਲਓ, ਤੇ ਉਹ ਬੰਦੇ ਹੈਗੇ ਨਾਗਪੁਰ ਦੇ। ਤੇ ਮੈਂ ਉਹਨਾਂ ਨਾਲ ਗੱਲਾਂ ਮਤਲਬ ਮੈਂ ਤਾਂ ਹੈਗਾ ਹੀ ਮਤਲਬ ਇਹਨਾਂ ਚੀਜ਼ਾਂ ਤੋਂ ਦੂਰ ਆ, ਤੇ ਉਹਦੇ ਨਾਲ ਕੁਦਰਤੀ ਗੱਲ ਛਿੜ ਗਈ। ਗੁਰੂ ਸਿੱਖ ਬੰਦਾ, ਉਹ ਕਹਿੰਦਾ ਯਾਰ ਵੀ ਇਹ ਲੋਕ ਜਿਹੜੇ ਆ ਬਾਹਰ ਬੈਠੇ ਆ ਭਿੰਡਰਾਂ ਵਾਲਾ ਤੇ ਖਾਲਿਸਤਾਨ ਕਰਦੇ ਆ, ਜਿਹੜੇ ਅਸੀਂ ਪੰਜਾਬੋਂ ਬਾਹਰ ਬੈਠੇ ਆ, ਜੇ ਕੋਈ ਹਲਚਲ ਅੱਗੇ ਵਾਂਗੂ ਹੁੰਦੀ ਆ ਤਾਂ ਇਹਨਾਂ ਨੂੰ ਪਤਾ ਵੀ ਸਾਡੇ ਤੇ ਕਿਹੜੇ ਖਤਰੇ ਮੰਡਰਾਉਣਗੇ, ਇਹਨਾਂ ਨੇ ਕਦੇ ਸੋਚਿਆ? ਉਹ ਗੁਰਸਿੱਖ ਬੰਦਾ ਇੱਕ ਪੂਰਾ ਸਿੱਖੀ ਸਰੂਪ ਦੇ ਵਿੱਚ ਉਹ ਗੱਲ ਇਹ ਬੰਦਾ ਕਹਿ ਰਿਹਾ, ਤੇ ਇਹਨਾਂ ਨੂੰ ਬਾਹਰ ਬੈਠਿਆਂ ਨੂੰ ਪਤਾ ਨਹੀਂ ਕਿਹੜੀ ਅੱਗ ਲੱਗੀ ਆ। ਇਹਨਾਂ ਦੇ ਕੋਲੇ ਪਾਸਪੋਰਟ ਬਗਾਨੇ ਆ, ਇੰਨੇ ਸੁੱਖ ਸਹੂਲਤਾਂ ਜਿਉਂ ਰਹੇ ਆ, ਤੇ ਉੱਥੇ ਬੈਠਿਆਂ ਨੂੰ ਇਹਨਾਂ ਨੇ ਇਹੋ ਜਿਹੀ ਅੱਗ ਲਾਉਣੀ ਹੈ ਵੀ ਜਿਹਦਾ ਬਾਅਦ ਚੋਂ ਇਹਨਾਂ ਨੂੰ ਕੋਈ ਫੇਕ ਨਹੀਂ ਲੱਗਣਾ। ਇਹਨਾਂ ਦੇ ਟੀਵੀ ਉਵੇਂ ਚੱਲਦੇ ਰਹਿਣੇ, ਇਹਨਾਂ ਦੀਆਂ ਫੇਸਬੁੱਕਾਂ ਉਵੇਂ ਚੱਲਦੀਆਂ ਰਹਿਣੀਆਂ, ਤੇ ਬਸ ਉਦੋਂ ਬਾਅਦ ਬਸ ਜੋ ਹੋਣਾ ਉਹ ਆਪਾਂ ਨੂੰ ਪਤਾ, ਜਿਹੜਾ ਪੰਜਾਬ ਵਾਲਿਆਂ ਨਾਲ ਹੋਣਾ ਆਪਾਂ ਨੂੰ ਵੀ ਕੀ ਪਤਾ, ਆਪਾਂ ਵੀ ਇੱਥੇ ਹੀ ਆ, ਆਪਾਂ ਵੀ ਆਹ ਫੋਨ ਤੇ ਹੀ ਗੱਲਾਂ ਕਰਨੀਆਂ ਬਸ। ਨਹੀਂ ਇੱਕ ਚੀਜ਼ ਨਾ, ਜਦੋਂ ਕੋਈ ਸੰਘਰਸ਼ ਹੁੰਦਾ ਆ, ਜਦੋਂ ਕੋਈ ਸੈਕਟਰ, ਕੋਈ ਕੌਮ, ਕੋਈ ਗਰੁੱਪ ਔਖੇ ਟਾਈਮ ਵਿੱਚੋਂ ਲੰਘਦਾ ਆ, ਆਪਣੇ ਭਲੇ ਲਈ, ਬਿਹਤਰੀ ਲਈ, ਕਿਸੇ ਜ਼ੁਲਮ ਦੇ ਨਾਸ਼ ਲਈ, ਉਹਦੇ ਚ ਇੱਕ ਚੀਜ਼ ਬਹੁਤ ਜ਼ਰੂਰੀ ਹੁੰਦੀ ਆ ਵੀ ਜਿਹੜਾ ਤੁਹਾਡਾ ਨਾ ਪ੍ਰੈਜ਼ੈਂਟ ਆ, ਜਿਹੜਾ ਅੱਜ ਜੋ ਜੀ ਰਹੇ ਤੁਸੀਂ, ਉਹ ਕਲੀਅਰ ਹੋਵੇ ਤੁਹਾਨੂੰ। ਜਿੰਨਾ ਗੁੰਝਲਦਾਰ ਬਣਾ ਲੈਂਦੇ ਨਾ ਉਹਨੂੰ ਤੁਸੀਂ, ਉਨਾ ਤੁਹਾਨੂੰ ਭਵਿੱਖ ਬਾਰੇ ਪਲਾਨ ਕਰਨਾ ਔਖਾ ਹੋ ਜਾਂਦਾ। ਬਿਲਕੁਲ। ਹੁਣ ਉਹ ਤੁਸੀਂ ਦੇਖੋ ਕਿ ਭਿੰਡਰਾਂ ਵਾਲੇ ਦੇ ਸਮੇਂ ਦੌਰਾਨ ਜਿਹੜਾ ਵੀ ਤੁਸੀਂ 84 ਤੋਂ ਬਾਅਦ ਕੋਈ 10 ਸਾਲ ਦੇਖ ਲਓ, 84 ਤੋਂ 94 ਤੱਕ ਦੇ, 94 ਤੋਂ 4 ਦੇ, 4 ਤੋਂ 14 ਦੇ, ਕੋਈ 10 ਸਾਲ ਦੇਖ ਲਓ, ਉਹਦੇ ਵਿੱਚ ਜਿਹੜੇ ਬੰਦੇ ਅਗਵਾਈ ਕਰਦੇ ਸੀ, ਤੇ ਜੇ ਅਸੀਂ ਕਹੀਏ 84 ਤੋਂ ਲੈ ਕੇ 94 ਤੱਕ ਖਾੜਕੂ ਰਹੇ ਆ, ਮੁਕਮ ਸਿੰਘ ਹੁਣੀ ਰਹੇ ਆ, ਹਨਾ, ਉਹ ਤੋਂ ਬਾਅਦ ਧੁੰਮਾ ਆ ਗਿਆ, ਬਾਦਲਾਂ ਦੇ ਨਾਲ ਰਲ ਕੇ ਮਹਿਤਾ ਚਾਵਲਾ, ਇਹ ਬੰਦੇ ਜਿਹੜੇ ਸੀਗੇ ਉਹਦੇ ਚ ਖਾੜਕੂ ਠੰਡੇ ਪੈ ਗਏ, ਬਿੱਟੂ ਹੁਣੀ ਮਰ ਗਏ, ਬਿਲਕੁਲ ਥੱਲੇ ਚਲ ਗਏ, ਦੂਜੇ ਬੰਦੇ ਆ ਗਏ, ਹਨਾ, ਤੇ ਗਾਹਾਂ ਉਹ ਬਾਦਲਾਂ ਦਾ ਵੀ ਹੋਰ ਤਰ੍ਹਾਂ ਹੋ ਗਿਆ, ਖਾਲਿਸਤਾਨੀਆਂ ਦਾ ਦੌਰ ਆ ਗਿਆ ਥੋੜਾ ਜਿਹਾ। ਏਦਾਂ ਕੋਈ ਵੀ ਤੁਸੀਂ ਦੇਖ ਲਓ 10 ਸਾਲ ਦਾ ਸਮਾਂ, ਉਹ ਚੋਂ ਬੰਦਿਆਂ ਨੇ ਆਪਣਾ ਪ੍ਰੈਜ਼ੈਂਟ ਜਿਹੜਾ ਇੰਨਾ ਕੁ ਗੁੰਝਲਦਾਰ ਕਰ ਰੱਖਿਆ ਸੀ, ਇੰਨੇ ਕਨਫਿਊਜ਼ ਸੀਗੇ ਉਹ, ਉਹਦੇ ਵਿੱਚ ਤੁਸੀਂ ਆਸੇ ਨਹੀਂ ਕਰ ਸਕਦੇ ਭਵਿੱਖ ਬਾਰੇ ਕੁਝ ਕਰ ਲੈਣ ਉਹ, ਹਨਾ। ਹਾਂਜੀ। ਤੇ ਦੂਜੀ ਭਾਜੀ, ਮੈਂ ਇੱਕ ਨਾ ਤੁਹਾਡੇ ਨਾਲ ਹੋਰ, ਮੈਂ ਤੁਹਾਡੀ 3-4 ਦਿਨ ਪਹਿਲਾਂ ਦੀ ਇੱਕ ਵੀਡੀਓ ਸੀ ਜਿਸ ਚ ਤੁਸੀਂ ਉਹ ਜਟਾਣੇ ਵਾਲੇ ਕੇਸ ਦੀ ਗੱਲ ਕੀਤੀ, ਜਦੋਂ ਉਹਨੇ ਸਮੇਤ ਸੈਣੀ ਤੇ ਹਮਲਾ ਕੀਤਾ ਤੇ ਬਾਅਦ ਚ ਉਹਦਾ ਪਰਿਵਾਰ ਉਹਦਾ ਕੂਲੇ ਨੇ ਮਾਰਤਾ ਸੀ। ਉਹ ਮੈਂ ਪਿੰਕੀ ਦੀ ਇੰਟਰਵਿਊ ਦੇਖੀ ਸੀ ਕੰਵਰ ਸੰਧੂ ਨਾਲ, ਉਹਦੇ ਚ ਉਹ ਦਾਵਾ ਕਰ ਰਿਹਾ ਵੀ ਇਹ ਜਿਹੜਾ ਸਮੇਤ ਸੈਣੀ ਤੇ ਹਮਲਾ ਕੀਤਾ ਸੀ ਨਾ, ਜਟਾਣੇ ਨਹੀਂ ਸੀ ਕੀਤਾ, ਇਹ ਕਿਸੇ ਹੋਰ ਨੇ ਕੀਤਾ ਸੀ। ਉਹ ਤੁਸੀਂ ਦੇਖਿਆ ਜੀ? ਮਸਲਾ ਉਹ ਨਹੀਂ ਸੀਗਾ ਜੀ, ਮਸਲਾ ਤਾਂ ਅਸੀਂ ਜੋ ਮਰਜੀ ਸੀਗਾ ਵੀ ਇੱਕ ਪਾਸੇ ਜਟਾਣੇ ਦੇ ਟੱਬਰ ਨੂੰ ਤਾਂ ਉਹ ਸਾਰੇ ਨੂੰ ਅੱਗ ਲਾ ਕੇ ਸਾੜ ਦਿੰਦੇ ਆ, ਹਾਂਜੀ, ਤੇ ਲਾਭ ਸਿੰਘ ਨੂੰ ਕੁਝ ਵੀ ਨਹੀਂ ਹੁੰਦਾ। ਹਾਂਜੀ ਹਾਂਜੀ, ਉਹ ਮੈਂ ਵੇਖੀ ਸੀ ਤੁਹਾਡੀ ਇੰਟਰਵਿਊ। ਮਸਲਾ ਜਿਹੜਾ ਸਵਾਲ ਸੀ ਸਾਡਾ ਇਹ ਸੀ ਵੀ ਜਿਹੜਾ ਲਾਭ ਸਿੰਘ ਦੇ ਨਾਲ ਇਦਾਂ ਦਾ ਸੌਫਟ ਕਾਰਨਰ ਵਰਤਿਆ ਗਿਆ ਆ, ਉਹ ਕਾਰਨ ਕੀ ਸੀ? ਉਹ ਤਾਂ ਜੀ ਫਿਰ ਉਹਨਾਂ ਨੇ ਬਾਹਰ ਕੱਢਣੇ ਸੀ ਵੀ ਇਹਨਾਂ ਨੂੰ ਖਤਮ ਕਰੋ, ਖਤਮ ਹੀ ਹੋ ਗਏ ਜਦੋਂ ਬਾਹਰ ਨਿਕਲ ਕੇ, ਜਦੋਂ ਪੈਸਾ ਵੇਖਿਆ ਬਾਹਰਲਾ, ਫਿਰ ਇਹਨਾਂ ਨੇ ਆਉਣਾ ਨਹੀਂ, ਉੱਥੋਂ ਬੈਠਿਆਂ ਨੇ ਆ ਹਵਾਈ ਫਾਇਰ ਚਲਾਈ ਜਾਣੇ ਆ। ਉਹਦਾ ਸਾਨੂੰ ਕੋਈ, ਮੈਨੂੰ ਨਹੀਂ ਲੱਗਦਾ ਵੀ ਪੰਜਾਬ ਦੇ ਵਿੱਚ ਕੋਈ ਉਹਨਾਂ ਨੂੰ ਅੱਜ ਖਤਰਾ। ਜਿਵੇਂ KPS ਗਿੱਲ ਵੈਸੇ ਬੜੇ ਦਾਅਵੇ ਨਾਲ ਕਹਿੰਦਾ ਗਿਆ, ਕਹਿੰਦਾ ਹੁਣ ਪੰਜਾਬ 'ਚ ਲਹਿਰ ਵਾਪਸ ਨਹੀਂ ਆ ਸਕਦੀ, ਤੇ ਆ ਵੀ ਨਹੀਂ ਸਕਦੀ, ਉਹਦੀ ਕਈ ਥਾਈਂ ਉਹ ਗੱਲ ਉਹਦੀ ਸਹੀ ਵੀ ਆ। ਨਹੀਂ ਹੋਣਾ ਜੀ, ਹੁਣ ਨਹੀਂ ਹੋਣਾ। ਹੁਣ ਤਾਂ ਉਹਨੇ ਬੰਦੇ ਬਣਾ ਇਹੋ ਜਿਹਾ ਦਿੱਤੇ, ਇਹਨਾਂ ਨੂੰ ਗਰਜੰਟ ਹੋਣਾ ਨੂੰ ਆਪ ਥੋੜੀ ਕੋ ਤੋਰਦਾ। ਹੁਣ ਜਿਹੜਾ ਇਹ ਜਸਕੀਰਤ ਵੀ ਆ, ਇਹ ਗਰਜੰਟ ਵੀ ਆ, ਜਿਹੜੇ 2-3 ਜਣੇ ਆ, ਇਹਨਾਂ ਨੂੰ ਰੋਡੇ ਹੋਣੀ, ਜਿਹੜਾ ਚੈਨਲ ਆ ਉਹ ਰਘਵੀਰ ਜਿਹੜਾ ਉੱਥੋਂ ਇਹਦੀ ਅੰਮ੍ਰਿਤਪਾਲ ਦੀ ਇੰਟਰਵਿਊ ਲੈ ਰਿਹਾ ਬੈਠਾ,
ਹਾਂਜੀ ਜਸਵੀਰ ਰੋਡੇ ਉਹਨਾਂ ਦਾ ਚੈਨਲ ਆ ਉਹ। ਰਾਈਟ। ਉਹ ਕਿਹਨੂੰ ਨਹੀਂ ਪਤਾ ਪਿਓ, ਉਹ ਕਿਤੇ ਪਿੰਡਾਂ ਵਾਲੇ ਤਾਂ ਕਰਨੇ ਵਾਲੇ ਆ। ਇਹ ਤਾਂ ਇਹਨਾਂ ਨੂੰ ਮੂਰਖਾਂ ਦੀ ਪੂਛ ਨੂੰ ਨਹੀਂ, ਜਿੱਦਾਂ ਪਟਾਕਾ ਨਹੀਂ ਹੁੰਦਾ, ਪਟਾਕੇ ਨੂੰ ਥੋੜੀ ਪਤਾ ਹੁੰਦਾ ਮੈਂ ਕੀ ਕਰਨਾ। ਹੁਣ ਖੋਲ ਦੇ ਵਿੱਚ ਅਗਲੇ ਬਰੂਦ ਭਰਦੇ ਆ, ਪਿੱਛੇ ਫੀਤੇ ਨੂੰ ਅੱਗ ਲਾਉਂਦੇ ਆ, ਹਨਾ। ਹਾਂਜੀ ਹਾਂਜੀ, ਇਹਨਾਂ ਦੇ ਨਹੀਂ ਬਸਤੀ ਗੱਲ। ਚਲੋ ਕੋਈ ਨਹੀਂ, ਥੈਂਕ ਯੂ ਵੀਰੇ। ਇੱਕ ਭਾਜੀ ਮੈਂ ਇੱਕ ਹੋਰ ਗੱਲ ਕਰਨੀ ਸੀ ਤੁਹਾਡੇ ਨਾਲ। ਇੱਕ ਤੁਸੀਂ ਨਾ YouTube ਤੇ ਅਜੀਤ ਡੋਇਆਲ ਦੀ ਇੱਕ ਡਾਕੂਮੈਂਟਰੀ ਹੈ ਛੋਟੀ ਜੀ, ਉਹਦੇ ਬਾਰੇ ਆਪਰੇਸ਼ਨ ਬਲੈਕ ਥੰਡਰ ਦੇ ਬਾਰੇ, ਤੇ ਉਹ ਪਹਿਲੇ 2 ਮਿੰਟਾਂ 'ਚ ਨਾ ਉਹ ਆਪਣੇ ਬਲੂ ਸਟਾਰ ਬਾਰੇ ਜ਼ਿਕਰ ਕਰਦਾ। ਉਹਨੂੰ ਪੋਸਟਿੰਗ ਪਾਕਿਸਤਾਨ ਸੀਗੀ, ਹੁਣ ਉਹ ਆਪਣਾ ਮੇਰੇ ਖਿਆਲ ਚੀਫ ਸੈਕਟਰੀ ਆ ਪ੍ਰਧਾਨ ਮੰਤਰੀ ਦਾ ਸਿਕਿਉਰਿਟੀ ਦੇ ਬਾਰੇ। ਤਾਂ ਉਹ ਖੁਦ ਆਪਣੀ ਸਰਕਾਰ ਦੀਆਂ ਖਾਮੀਆਂ ਉਦੋਂ ਦੱਸਦਾ, ਕਹਿੰਦਾ ਵੀ ਕੀ ਗਲਤੀਆਂ ਹੋਈਆਂ। ਨੰਬਰ 1 ਤੇ ਉਹਨੇ ਪੁਆਇੰਟ ਕੀਤਾ ਵੀ ਜਿਹੜੇ ਉਹਨਾਂ ਨੇ ਗੈਸ ਬੰਬ ਜਿਹੜੇ ਲਿਆਂਦੇ ਸੀਗੇ ਉਹ ਨਕਾਰਾ ਹੋ ਗਏ, ਉਹ ਆਲਰੇਡੀ ਐਕਸਪਾਇਰਡ ਸੀ। ਤੇ ਉਹਨਾਂ ਨੂੰ ਦੂਜੀ ਗੱਲ ਉਹਨੇ ਨਹੀਂ ਉਹਦੇ ਵੀਰਾ ਉਹਦੇ ਚ ਗੱਲ ਪਤਾ ਕੀ ਆ, ਜਿਹੜਾ ਇਹ ਇਸ਼ੂ ਆ ਨਾ ਆਪਣੇ ਆਪ ਦੇ ਵਿੱਚ ਵੀ ਉਹ ਸਰਕਾਰ ਦਾ ਪੱਖ ਜਿਹੜਾ ਆ ਜਾਂ ਇਹਨਾਂ ਦਾ ਪੱਖ ਆ, ਇਹ ਚੋਂ ਠੀਕ ਕੌਣ ਸੀ ਜੇ ਗਲਤ ਕੌਣ ਸੀ, ਇਹ ਨਹੀਂ ਹੈਗਾ ਇੱਥੇ ਡਿਸਕਸ਼ਨ ਜਿਹੜੀ ਸਾਡੀ ਆ। ਸਾਡੀ ਡਿਸਕਸ਼ਨ ਇਹ ਆ ਵੀ ਜਦੋਂ ਸਾਨੂੰ 47 ਚ ਪਤਾ ਲੱਗ ਗਿਆ, ਸਰਦਾਰ ਕਪੂਰ ਸਿੰਘ ਜਿਹੜਾ ਉਸ ਵੇਲੇ DC ਸੀ, ਉਹ ਭਿੰਡਰਾਂ ਵਾਲੇ ਦੇ ਬਹੁਤ ਨੇੜੇ ਰਿਹਾ। ਹਾਂਜੀ, ਉਹਦੀ ਫੋਟੋ ਵੀ ਦੇਖੀ। ਤੁਹਾਨੂੰ ਸਾਨੂੰ ਪਤਾ ਹੋਵੇ ਵੀ ਜਿਹੜਾ ਅਸੀਂ ਆਨੰਦਪੁਰ ਦਾ ਮਤਾ ਕਹਿੰਦੇ ਆ ਨਾ, ਉਹਨੇ ਤਿਆਰ ਕੀਤਾ ਸੀ, ਉਹ ਕਪੂਰ ਸਿੰਘ ਦਾ ਲਿਖਿਆ ਹੋਇਆ ਆ। ਬਿਲਕੁਲ। ਤੇ ਉਹ ਬੰਦਾ ਜਿਹੜਾ ਆਨੰਦਪੁਰ ਦਾ ਮਤਾ ਲਿਖਦਾ ਆ, ਜਿਹੜਾ 47 ਵੇਲੇ DC ਆ, ਜਿਹੜਾ ਇਹ ਆਪ ਆਪਣੀ ਕਿਤਾਬ 'ਚ ਲਿਖ ਰਿਹਾ ਆ ਵੀ 47 ਚ 15 ਅਗਸਤ ਤੋਂ 2-3 ਦਿਨ ਦੇ ਅੰਦਰ ਅੰਦਰ ਸੈਂਟਰ ਸਰਕਾਰ ਨੇ, ਇੰਡੀਆ ਦੇ ਗ੍ਰਹਿ ਮੰਤਰੀ ਨੇ ਸਰਕੂਲਰ ਕੱਢ ਦਿੱਤਾ ਸੀ ਵੀ ਇਹ ਲੋਕ ਜਿਹੜੇ ਲੁੱਟਾਂ ਖੋਹਾਂ ਵਾਲੇ ਜਰਾਇਮ ਪੇਸ਼ ਆਇਆ ਸੀ। ਹੁਣ ਜਦੋਂ ਤੁਹਾਨੂੰ ਪਤਾ ਲੱਗ ਗਿਆ, ਤੁਸੀਂ ਆਸਟ੍ਰੇਲੀਆ ਵਿੱਚ ਆ, ਜੇ ਤੁਹਾਨੂੰ ਪਤਾ ਲੱਗ ਗਿਆ ਵੀ ਜਿਹੜੀ ਇੱਕ ਹੁਣ ਮੰਨ ਲਓ ਮੈਲਬਰਨ ਸਟੇਟ ਆ, ਤੁਹਾਡੇ ਮੈਲਬਰਨ ਦੀ ਵਿਕਟੋਰੀਆ ਸਟੇਟ ਆ, ਹਾਂਜੀ, ਜਾਂ ਨਿਊ ਸਾਊਥ ਵੇਲਜ਼ ਆ, ਕੁਈਨਜ਼ਲੈਂਡ ਆ, ਤੁਹਾਨੂੰ ਪਤਾ ਲੱਗ ਗਿਆ ਵੀ ਜਿਹੜੀ ਇਹ ਸਟੇਟ ਆ ਨਾ, ਇੱਥੇ ਸਿੱਖਾਂ ਨੂੰ ਪੱਕੇ ਨਹੀਂ ਕਰਨਾ ਚਾਹੁੰਦੇ, ਨੌਕਰੀਆਂ ਨਹੀਂ ਦੇਣਾ ਚਾਹੁੰਦੇ, ਇੱਥੇ ਰੇਸਿਸਟ ਲੋਕ ਆ, ਇਹ ਸਾਡਾ ਫਿਊਚਰ ਚੰਗਾ ਨਹੀਂ ਸਮਝਦੇ। ਤੇ ਤੁਸੀਂ ਕਹੋ ਵੀ ਮੈਨੂੰ ਹੁਣ ਇਹ ਬੰਦੇ ਨੇ ਲੈਟਰ ਦਿੱਤਾ ਸੀ ਇਮੀਗ੍ਰੇਸ਼ਨ ਲਈ, ਹੁਣ ਦੇਤਾ ਜਵਾਬ, ਹੁਣ ਮੈਂ ਹਥਿਆਰ ਚੱਕ ਕੇ ਇਹਦੇ ਵਿਰੁੱਧ ਲੜਨਾ, ਇਹ ਸਮਝਦਾਰੀ ਹੋਊਗੀ? ਪਰ ਭਾਜੀ ਤੁਹਾਨੂੰ ਨਹੀਂ ਲੱਗਦਾ ਵੀ, ਤੁਹਾਨੂੰ ਲੱਗਦਾ ਵੀ ਕਦੇ ਆਪਣੇ ਨਾਲ ਸਰਕਾਰੀ ਤੌਰ ਤੇ ਵਿਤਕਰਾ ਹੋਇਆ ਹੋਵੇ? ਨਹੀਂ ਉਹ ਸਵਾਲ ਮੈਂ ਦੇਖੋ, ਫਿਰ ਅਸੀਂ ਦੂਜੇ ਪਾਸੇ ਚੱਲ ਜਾਂਦੇ ਆ। ਅੱਛਾ ਜੀ, ਉਹ ਡਿਸਕਸ਼ਨ ਬਾਅਦ ਦੀ ਆ। ਮੈਂ ਕਹਿੰਦਾ ਆਪਾਂ ਇਹਨਾਂ ਦੀ ਗੱਲ ਮੰਨ ਲਈਏ, ਨਹੀਂ ਵੀ ਸਾਡੇ ਨਾਲ ਧੱਕਾ ਹੁੰਦਾ ਸੀ, ਪਰ ਮੈਨੂੰ ਤਾਂ ਕਦੇ ਨਹੀਂ, ਮੈਂ ਥੋੜਾ ਬਹੁਤ ਨਹੀਂ। ਉਹ ਫਿਰ ਤੁਸੀਂ ਡਿਸਕਸ਼ਨ ਖਿਲਾਰ ਰਹੇ ਆ। ਤੁਹਾਡੀ ਗੱਲ ਸੁਣੂਗਾ ਸਰੋਤਾ ਕਨਫਿਊਜ਼ ਹੋ ਜਾਊਗਾ, ਉਹਦੇ ਕੱਖ ਪੱਲੇ ਨਹੀਂ ਪੈਣਾ। ਮੈਂ ਤੁਹਾਨੂੰ ਕਹਿੰਦਾ ਵੀ ਇੰਨਾ ਬੈਨੀਫਿਟ ਦਿਓ ਭਿੰਡਰਾਂ ਵਾਲੇ ਦੇ ਗਰੁੱਪ ਨੂੰ। ਪਰ ਉਹ ਜੀ ਫਿਰ ਗਲਤ ਪਾਸੇ ਜਿਹੜਾ ਸੁਣ ਰਿਹਾ ਬੰਦਾ, ਉਹਨੂੰ ਗਲਤ ਇਨਫੋਰਮੇਸ਼ਨ ਪਹੁੰਚੂਗੀ ਨਾ ਵੀ ਆਪਣੇ ਨਾਲ ਵਿਤਕਰਾ ਹੋ ਰਿਹਾ। ਮੇਰੀ ਗੱਲ ਫੇਰ ਨਹੀਂ ਸਮਝੇ। ਡਿਸਕਸ਼ਨ ਅਸੀਂ ਇਹ ਕਰਦੇ ਆਂ ਵੀ ਇਹਨਾਂ ਦਾ ਸਟੈਪ ਚੱਕਣਾ ਠੀਕ ਸੀ ਜਾਂ ਗਲਤ ਸੀ। ਉਹ ਤਾਂ ਬਿਲਕੁਲ ਹੀ ਗਲਤ ਸੀ, ਪਰ ਜੇ ਆਪਾਂ ਉਹਨਾਂ ਦੇ ਪਿੱਛੇ ਵੀ ਜਿਵੇਂ ਮੰਨ ਲਓ ਵੀ ਇਹਨਾਂ ਦੇ ਸਮਰਥਕ ਕਹਿੰਦੇ ਆ ਨਾ ਜੀ ਸਾਡੇ ਨਾਲ ਤਾਂ 47 ਤੋਂ ਲੈ ਕੇ ਫਿਰ ਧੱਕਾ ਹੁੰਦਾ ਆ, ਫਿਰ ਤਾਂ ਸਾਡਾ 78 ਤੱਕ ਦੀਆਂ ਵੀ ਘਟਨਾਵਾਂ ਵੀਰਾ ਫੇਰ ਤਾਂ ਰੇਡੀਓ ਬੰਦ ਕਰ ਦੇਣਾ ਚਾਹੀਦਾ ਨਾ ਸਾਨੂੰ, ਫੇਰ ਤਾਂ ਕੋਈ ਗੱਲ ਹੀ ਨਹੀਂ ਬਚਦੀ। ਨਹੀਂ ਆਪਾਂ ਨੂੰ, ਮੈਨੂੰ ਲੱਗਦਾ ਵੀ ਜੇ ਆਪਾਂ ਇਹਨੂੰ ਵਿਚਾਰ ਨੂੰ ਹੋਰ ਖੁੱਲਾ ਕਰ ਲਈਏ, ਨਹੀਂ ਤੈਨੂੰ ਰੇਡੀਓ ਜੇ ਆਪਾਂ ਘਟਨਾਵਾਂ ਦੇ ਵਿੱਚੋਂ ਕੋਈ 2-4 ਹੀ ਦੱਸਣ ਵੀ ਜਿੱਥੇ ਆਪਾਂ ਵੀਰਾ ਇੱਕ ਸੈਕਿੰਡ ਕਾਲਾ ਨਾ ਪੈ। ਰੇਡੀਓ ਸੁਣਦੇ ਨੂੰ ਕਿੰਨਾ ਚਿਰ ਹੋਇਆ? ਨਹੀਂ ਪੈ ਰਿਹਾ ਜੀ ਮੈਂ ਜੀ ਬਹੁਤ ਕਾਫੀ ਤੁਹਾਡੀਆਂ, ਹੁਣ ਮੈਂ ਰੀਸੈਂਟਲੀ ਲੱਗਾ, ਪਰ ਮੈਂ ਫੇਸਬੁੱਕ ਤੇ YouTube ਤੇ ਕਾਫੀ ਕੁਝ ਸੁਣਿਆ। ਵੀਰਾ ਕਿੰਨਾ ਚਿਰ ਹੋਇਆ ਰੇਡੀਓ ਸੁਣਦੇ ਨੂੰ? ਕਿੰਨੇ ਕੁ ਮਹੀਨੇ ਹੋਏ ਆ? ਮੈਨੂੰ ਜੀ 2 ਮਹੀਨੇ ਹੋ ਗਏ ਹੋਣੇ। 6 ਸਾਲ ਹੋ ਗਏ ਪ੍ਰੋਗਰਾਮ ਚੱਲਦੇ ਨੂੰ। ਅਸੀਂ ਪਹਿਲੇ 4-4.5 ਸਾਲ ਹਾਹੀ ਗੱਲਾਂ ਡਿਸਕਸ ਕਰਦੇ ਰਹੇ ਹਾਂ। ਠੀਕ ਹੈ ਜੀ। ਹੁਣ ਜੇ ਤੂੰ ਇੱਥੇ ਆ ਕੇ ਅੱਜ 2 ਮਹੀਨੇ ਬਾਅਦ ਕਰਕੇ ਸਾਨੂੰ 6.5 ਸਾਲ ਪਿੱਛੇ ਲੈ ਕੇ ਜਾਣਾ ਚਾਹੀਂ ਤੇ ਤੁਸੀਂ ਸਰੋਤਿਆਂ ਨੂੰ ਗਲਤ ਇਨਫੋਰਮੇਸ਼ਨ ਦੇ ਦੇਣੀ ਆ, ਆਪਾਂ ਆਹ ਗੱਲ ਕਰ ਲਈ, ਉਹ ਗੱਲਾਂ ਕਰ ਹਟੇ ਵੀਰਾ। ਉਹ ਗੱਲਾਂ ਦੇ ਨਾਲ ਸਾਡਾ ਕਾਲਰ ਫੜ ਲਿਆ ਇਹਨਾਂ ਨੇ ਆ ਕੇ।
ਅੱਛਾ ਜੀ। ਜਿਸ ਕਰਕੇ ਸਾਨੂੰ ਉਹਨਾਂ ਨੂੰ ਇਹ ਬੈਨੀਫਿਟ ਦੇ ਕੇ ਨਾ ਵੀ ਮੰਨ ਲਿਆ ਵੀ ਤੁਹਾਡੇ ਨਾਲ ਧੱਕਾ ਹੋਇਆ ਆ, ਫਿਰ ਵੀ ਹੁਣ ਦੱਸੋ ਵੀ ਉਹਦੇ ਜਦੋਂ ਤੁਹਾਨੂੰ ਪਤਾ ਲੱਗ ਗਿਆ ਵੀ ਉਹ ਬਹੁ ਗਿਣਤੀ ਆ, ਉਹ ਤੁਹਾਡੇ ਨਾਲ ਧੱਕਾ ਕਰਨੀ ਚਾਹੁੰਦੀ, ਫੇਰ ਹਥਿਆਰ ਚੱਕਣੇ ਕਿੱਥੇ ਦੀ ਸਮਝਦਾਰੀ ਸੀ? ਠੀਕ ਆ, ਚਲੋ ਜੇ ਤੁਸੀਂ ਉਹਨਾਂ ਨੂੰ ਇਹ ਬੈਨੀਫਿਟ ਆਫ ਡਾਊਟ ਦਿੰਦੇ ਨਹੀਂ ਵੀ, ਜੇ ਨਹੀਂ ਵੀ ਵੀਰਾ ਦੇਣਾ ਨਾ, ਫਿਰ ਵੀ ਜਿਹੜਾ ਆਮ ਬੰਦਾ ਹੈ ਨਾ ਪੰਜਾਬ ਦਾ, ਉਹ ਇਹ ਗੱਲ ਨਹੀਂ ਸਮਝੂਗਾ ਕਦੇ ਵੀ ਤੁਹਾਡੀ ਪਈ ਤੁਸੀਂ ਇਹ ਕਹੀ ਜਾਣੇ ਧੱਕਾ ਨਹੀਂ ਹੋਇਆ। ਉਹਨਾਂ ਨੂੰ ਉਹ ਗੱਲ ਅਪੀਲ ਕਰਦੀ ਆ ਵੀ ਪਾਣੀ ਖੋਲਿਆ ਸਾਡਾ, ਡੈਮ ਸਾਡੇ ਦੀ ਬਿਜਲੀ ਲੈ ਗਏ, ਕੋਲਾ ਲਿਆ ਕੇ ਕੋਲੇ ਦੇ ਪਲਾਂਟ ਇੱਥੇ ਲਾਤੇ, ਕੱਚਾ ਮਾਲ ਸਾਡਾ ਲਈ ਜਾਂਦੇ, ਫੈਕਟਰੀਆਂ ਉਧਰ ਲੱਗੀਆਂ ਆ। ਉਹ ਗੱਲਾਂ ਤੁਹਾਤੋਂ ਕਨਵਿੰਸ ਨਹੀਂ ਕਰਾ ਹੋਣੀਆਂ ਆਮ ਲੋਕਾਂ ਨੂੰ, ਮਾਝੇ ਵਾਲਿਆਂ ਨੂੰ ਤਾਂ ਬਿਲਕੁਲ ਨਹੀਂ ਕਰਾ ਹੋਣੀਆਂ। ਫਿਰ ਤਾਂ ਕੰਨੇ ਹੀ ਬੰਦ ਕਰ ਲੈਣੇ। ਤੁਹਾਨੂੰ ਉਹ ਇੱਕ ਬੈਨੀਫਿਟ ਦੇਣਾ ਪੈਣਾ ਵੀ ਮੰਨ ਲਿਆ ਵੀ ਸਰਕਾਰ ਤੁਹਾਡੇ ਨਾਲ ਧੱਕਾ ਕਰਦੀ ਸੀ। ਬਿਲਕੁਲ ਬਿਲਕੁਲ। ਫਿਰ ਇਹ ਕਿੱਦਾਂ ਤੈਅ ਹੋ ਗਿਆ ਵੀ ਜਿਹੜੀ ਐਡੀ ਵੱਡੀ ਬਹੁ ਗਿਣਤੀ ਉਹਦੇ ਮੂਹਰੇ ਹਥਿਆਰ ਚੱਕ ਕੇ ਅਸੀਂ ਉਹਨਾਂ ਦੇ ਨਾਲ ਅਸੀਂ ਮੁਕਾਬਲਾ ਕਰ ਲਵਾਂਗੇ? ਗੱਲ ਡਿਸਕਸ਼ਨ ਇੱਥੇ ਚਾਹੀਦੀ ਸਾਨੂੰ, ਹਨਾ? ਪਰ ਮੈਂ ਤਾਂ ਭਾਜੀ ਇਸ ਗੱਲ ਦੇ ਹੱਕ 'ਚ ਨਹੀਂ ਵੀ ਉਹਨਾਂ ਦੀ ਇਸ ਗੱਲ ਨਾਲ ਸਹਿਮਤੀ ਭਰੀ ਜਾਵੇ। ਕੋਈ ਨਹੀਂ ਵੀਰਾ, ਤੂੰ ਆਪਣਾ opinion ਆਪਣੇ ਕੋਲ ਰੱਖ, ਸਾਡੀ ਵਿਚਾਰ ਨਹੀਂ ਕਿਸੇ ਪਾਸੇ ਜਾਣੀ ਨਾ। ਅਸੀਂ ਤਾਂ ਕੁਝ ਕਰਨਾ ਚਾਹੁੰਦੇ ਆ, ਨਹੀਂ ਤਾਂ ਮੈਂ ਵੀ ਤੇਰੇ ਘਰੇ ਬੈਠਾ ਹੋਣਾ ਸੀ ਫਿਰ। ਨਾ ਕੰਮ ਤਾਂ ਤੁਸੀਂ ਬਹੁਤ ਵਧੀਆ ਕਰਦੇ। ਨਹੀਂ ਉਹ ਨਹੀਂ ਵਧੀਆ, ਉਹ ਤੁਸੀਂ ਨਹੀਂ ਤੈਅ ਕਰ ਸਕਦੇ, ਤੁਹਾਤੋਂ ਨਹੀਂ ਤੈਅ ਹੋਣਾ। ਉਹ ਵਧੀਆ ਕਰਦੇ ਆ, ਨਹੀਂ ਤਾਂ ਜੇ ਅਸੀਂ ਕੋਈ ਸਟ੍ਰੈਟਜੀ ਬਣਾ ਕੇ ਨਾ ਚੱਲੀਏ ਨਾ ਤੇ ਅਸੀਂ ਪ੍ਰਾਪਤ ਕੀ ਕਰਨਾ ਆ? ਅਸੀਂ ਸਰਦਨ ਤੇ ਬੈਠੇ ਲੋਕਾਂ ਨੂੰ ਖਿੱਚ ਕੇ ਦੂਜੇ ਪਾਸੇ ਕਿੱਦਾਂ ਸਿੱਟਣਾ ਆ? ਠੀਕ ਆ, ਫਿਰ ਮੈਂ ਏਦਾਂ ਪੜ੍ਹੇ ਲਿਖੇ, ਜਿੱਦਾਂ ਸਾਰਾ ਸਾਡਾ ਪੜ੍ਹਿਆ ਲਿਖਿਆ ਲਾਣਾ ਜਿਹੜਾ ਘਰੇ ਬੈਠਾ ਨਾ, ਮੈਂ ਵੀ ਘਰੇ ਬੈਠਾ ਹੋਣਾ ਸੀ। ਮੈਂ ਏਦਾਂ ਰਿਸਕ ਥੋੜਾ ਲੈਂਦੇ ਹੋਣਾ ਸੀ ਵੀ 4 ਵਕੀਲ ਕੀਤੇ ਹੁੰਦੇ ਇੱਕ ਵਾਰੀ ਮੈਂ। ਠੀਕ ਹੈ, ਇਸ ਕਰਕੇ ਦੂਜੀ ਗੱਲ ਜੀ, ਇੱਕ ਮੈਂ ਭਾਜੀ ਇੱਕ ਨਾ ਹੋਰ ਪੁਆਇੰਟ ਕਹਿਣਾ ਚਾਹੁੰਦਾ ਸੀ ਵੀ ਜਿਹੜੀ ਆਪਾਂ ਇਹ 78 ਤੋਂ ਲੈ ਕੇ 84 ਤੱਕ ਤੇ ਉਸ ਤੋਂ ਬਾਅਦ ਜੋ ਕੁਝ ਹੋਇਆ ਨਾ, ਉਹਨੇ ਇੱਕ ਪੰਜਾਬ ਵਿੱਚ ਵਸਦੇ ਹਿੰਦੂ ਸਿੱਖ ਭਾਈਚਾਰੇ ਦੇ ਵਿੱਚ ਇੱਕ ਇਹੋ ਜਿਹੀ ਦੀਵਾਰ ਖੜੀ ਕਰਤੀ। ਨਹੀਂ ਇਹ ਡਿਸਕਸ਼ਨ ਨਹੀਂ ਅਸੀਂ ਕਰਨੀ ਚਾਹੁੰਦੇ ਉਹਦੇ ਵਿੱਚ। ਮੈਂ ਡਿਸਕਸ਼ਨ ਨਹੀਂ ਕਰਨੀ ਚਾਹੁੰਦਾ, ਮੈਂ ਆਪਣਾ ਵਿਊ ਦੱਸ। ਬਹੁਤ ਪੱਖ ਆ ਉਹਦੇ ਵਿੱਚ, ਉਹਨਾਂ ਨੂੰ ਆਪਾਂ ਹਾਂਜੀ ਪੱਖ ਬਹੁਤ, ਕੋਈ ਉਹਨੇ ਘੱਟ ਨਹੀਂ ਕੀਤੀ, ਹਿੰਦੂ ਲਾਣੇ ਨੇ ਘੱਟ ਨਹੀਂ ਕੀਤੀ ਵੀਰਾ। ਬਹੁਤ ਕੁਝ ਸੀਗਾ ਜਿਹੜਾ ਸੁਧਾਰਿਆ ਜਾ ਸਕਦਾ ਸੀ ਜਦੋਂ ਨਾ ਪੰਜਾਬ ਸੂਬਾ ਬਣਨ ਲੱਗਾ। ਜਿਹੜੇ ਉਹਨਾਂ ਦੇ ਇੱਕ ਦੋ ਜਿਵੇਂ ਆ ਜਗਤ ਨਾਰਾਇਣ ਸੀ ਜਾਂ 2-4 ਬੰਦੇ ਹੋਏ, ਨਹੀਂ ਇਦਾਂ ਨਹੀਂ, ਹਿੰਦੂ ਲਾਣੇ ਨੂੰ ਜਾਂ ਹਰ ਸਿੱਖ ਭਾਈਚਾਰੇ ਨੂੰ ਗਲਤ ਨਹੀਂ ਕਹਿ ਸਕਦੇ। ਨਹੀਂ ਵੀਰਾ, ਜਦੋਂ ਪੰਜਾਬੀ ਸੂਬਾ ਬਣਨ ਲੱਗਾ ਆ, ਜਿਹੜਾ ਪੰਜਾਬ ਦਾ ਹਿੰਦੂ ਪੰਜਾਬੀ ਬੋਲਦਾ ਸੀ ਨਾ, ਹਾਂਜੀ ਬਿਲਕੁਲ, ਉਹਨੇ ਆਪਣੀ ਮਾਤ ਭਾਸ਼ਾ ਹਿੰਦੀ ਲਿਖਾਈ। 65 ਵਿੱਚ ਕੋਈ ਰੌਲਾ ਨਹੀਂ ਸੀਗਾ, ਹਥਿਆਰਾਂ ਦਾ ਕੋਈ ਪੰਗਾ ਨਹੀਂ ਸੀਗਾ। ਅਸਲ ਦੇ ਵਿੱਚ ਉਹ ਜਿਹੜਾ ਨਾ ਮਤਰੇਈ ਮਾਂ ਵਾਲਾ ਵਿਹਾਰ ਆ, ਉਹ ਚੀਜ਼ ਨੇ ਹੁਣ ਚਾਹੀਦਾ ਇਹ ਸੀ ਵੀ ਸਰਕਾਰ ਦੇ ਧੱਕੇ ਨੂੰ ਸਹੀ ਤਰੀਕੇ ਨਾਲ ਪ੍ਰੈਜ਼ੈਂਟ ਕੀਤਾ ਜਾਂਦਾ ਲੋਕਾਂ ਮੂਹਰੇ, ਤੇ ਸਾਡੀ ਸਾਈਡ ਜਿਹੜੀ ਬਹੁਤ ਸਟਰੋਂਗ ਸੀ। ਅਸੀਂ ਇੰਡੀਆ ਨੂੰ, ਪੰਜਾਬ ਜਿਹੜਾ ਆ ਇੰਡੀਆ ਨੂੰ ਲੀਡ ਕਰ ਸਕਦਾ ਸੀ। ਇਹ ਸੈਂਟਰ ਨੂੰ ਵੀ ਪਤਾ ਸੀ ਵੀ ਪੰਜਾਬ ਦੇ ਲੋਕਾਂ ਵਿੱਚ ਮਰਨ ਦੀ, ਤਿਆਗ ਕਰਨ ਦੀ, ਅੱਗੇ ਹੋ ਕੇ ਲੜਨ ਦੀ ਬਾਕੀਆਂ ਦੇ ਨਾਲੋਂ ਸ਼ਮਤਾ ਜ਼ਿਆਦੇ ਆ। ਜੰਮੂ ਕਸ਼ਮੀਰ ਦਾ ਰੌਲਾ ਸੀਗਾ, ਪਾਕਿਸਤਾਨ ਦੇ ਬਾਰਡਰ ਉੱਤੇ ਆ, ਉਧਰੋਂ ਚੀਨ ਦੇ ਨਾਲ ਪੰਗਾ ਆ, ਪੰਜਾਬ ਨੂੰ ਅਹਿਮੀਅਤ ਦੇਣੀ ਹੀ ਪੈਣੀ ਸੀ ਉਹਨਾਂ ਨੂੰ। ਉਹਦੇ ਵਿੱਚ ਜੇ ਪੰਜਾਬ ਦਾ ਹਿੰਦੂ ਕੱਲਾ, ਉਹ ਚ ਪੰਜਾਬ ਦਾ ਭਲਾ ਨਹੀਂ ਸੀਗਾ। ਬਾਕੀ ਸਟੇਟਾਂ ਜਿਹੜੀਆਂ ਆ, ਉਹ ਜਿਹੜੇ ਸੈਂਟਰ ਦੀ ਤਾਕਤ ਆ ਉਹਨੂੰ ਕਮਜ਼ੋਰ ਕਰਕੇ ਫੈਡਰਲ ਢਾਂਚਾ ਵਧੀਆ ਤਰੀਕੇ ਨਾਲ ਆ ਸਕਦਾ ਸੀ ਜੇ ਪੰਜਾਬ ਤੇ ਹਰਿਆਣਾ ਜਿਹੜਾ ਇਹ ਹਿੰਦੂ ਆ ਉਸ ਵੇਲੇ ਜੈਨੂਅਲੀ ਡੀਲ ਕਰਦਾ। ਉਹ ਸਾਡਾ ਬਿਹਾਰ ਕਹਿ ਲਓ, ਜਾਂ ਤਾਂ ਸਾਡਾ ਬਿਹਾਰ ਪੰਜਾਬੀਆਂ ਦਾ ਹਰ ਵੇਲੇ ਇਦਾਂ ਪਹਿਲਾਂ ਤੋਂ ਕਬੀਲੇ ਵਾਲਾ ਰਿਹਾ ਆ। ਠੀਕ ਆ, ਉਹਨੇ ਉਹਨਾਂ ਨੂੰ ਇਨਸਿਕਿਉਰ ਕੀਤਾ ਆ ਕਿ ਜੇ ਇਹਨਾਂ ਦੇ ਹੱਥ ਤਾਕਤ ਆ ਗਈ ਸਾਨੂੰ ਤਾਂ ਰਹਿਣਾ ਹੀ ਨਹੀਂ ਦੇਣਾ, ਇਹ ਨਹੀਂ ਧੱਕਾ ਕਰੂੰਗੇ। ਠੀਕ ਹੈ, ਧੱਕਾ ਕਰਨਗੇ ਇਹ ਬਹੁਤ ਜ਼ਿਆਦਾ। ਕੁਛ ਨਾ ਕੁਛ ਹੋਇਆ ਆ ਤੇ ਉਹ ਆਪਾਂ ਅਜੇ ਉਹ ਚੀਜ਼ ਨੂੰ ਪਾਸੇ ਰਹਿਣ ਦਈਏ, ਕਿਉਂਕਿ ਅਸੀਂ ਬਿਲਕੁਲ ਦੂਜੇ ਪਾਸੇ ਨਹੀਂ ਡਿੱਗਣਾ ਚਾਹੁੰਦੇ। ਜਾਣੀ ਇਹਦਾ ਭੁਲੇਖਾ ਪੈ ਜਾਂਦਾ ਬਹੁਤ ਸਾਰੇ ਲੋਕਾਂ ਨੂੰ ਵੀ ਇਹ ਭਿੰਡਰਾਣੇ ਦੇ ਵਿਰੁੱਧ ਗੱਲ ਕਰਦੇ ਆ, ਖਰਿਆ ਇਹ ਕਾਂਗਰਸ ਨੂੰ ਜਾਂ ਇਹ ਚੀਜ਼ਾਂ ਨੂੰ, ਪੁਲਿਸ ਨੂੰ, ਇਹਨਾਂ ਨੂੰ ਪ੍ਰਮੋਟ ਕਰੂਗੇ। ਉਹ ਮਸਲਾ ਨਹੀਂ ਹੈਗਾ। ਅਸੀਂ ਤਾਂ ਹੋਰ ਗੱਲ ਨੂੰ ਲੈ ਕੇ ਚਲੋ। ਥੈਂਕ ਯੂ ਵੀਰੇ, ਸਾਡਾ ਬ੍ਰੇਕ ਦਾ ਟਾਈਮ ਹੈ, 100 ਤੇ ਹੋ ਰਿਹਾ ਸਾਡੇ। ਥੈਂਕ ਯੂ ਵੈਰੀ ਮਚ। 0108 ਦੇ ਉੱਤੇ ਤੁਸੀਂ ਹੈਗੇ ਆ ਜੀ? ਨਹੀਂ ਜੀ, ਪਰ 2 ਕਾਲਾਂ WhatsApp ਦੇ ਉੱਤੇ ਆ ਜੀ, ਉਹਨਾਂ ਨੂੰ 2-2 ਮਿੰਟ ਦੇ ਵਿੱਚ ਅਸੀਂ ਜਲਦੀ ਨਾਲ ਦੇਖ ਕੇ ਤਾਂ ਬ੍ਰੇਕ ਲੈਣੀ ਆ ਅਸੀਂ। ਅਮਰੀਕਾ ਤੋਂ ਹਾਂਜੀ ਵੀਰੇ, ਤੁਸੀਂ ਆਉਣੇ ਰਹੋ ਜੀ। ਅਮਰੀਕਾ ਤੋਂ, ਕੈਨੇਡਾ ਜਾਂ ਅਮਰੀਕਾ ਤੋਂ? ਨਹੀਂ
ਕਾਫੀ ਚਿਰ ਦੀ ਹੋਲਡ ਕੀਤੀ ਅਸੀਂ ਕਾਲ ਉਹਨਾਂ ਨੇ। ਤੇ ਇੱਕ ਕਾਲ ਜੀ ਆਹ ਇੰਡੀਆ ਤੋਂ ਆ WhatsApp ਦੇ ਉੱਤੇ। ਹਾਂਜੀ ਤੁਸੀਂ ਆਉਣੇ ਰਹੋ ਜੀ ਇੰਡੀਆ ਤੋਂ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਕੀ ਹਾਲ ਹੈ ਭਾਜੀ? ਠੀਕ ਠਾਕ? ਠੀਕ ਹੈ ਜੀ ਠੀਕ ਹੈ। ਪ੍ਰੋਗਰਾਮ ਚੱਲਦਾ ਤੁਸੀਂ? ਹਾਂਜੀ ਹਾਂਜੀ ਪ੍ਰੋਗਰਾਮ ਚੱਲਦਾ ਜੀ। ਪਹਿਲਾਂ ਤਾਂ ਕੱਲ ਇੱਕ MA ਕੀਤੀ ਹਿਸਟਰੀ ਵਾਲੇ ਬੰਦੇ ਦੀਆਂ ਗੱਲਾਂ ਸੁਣੀਆਂ ਸੀਗੀਆਂ। ਅੱਜ ਫੇਰ ਕਰ ਗਿਆ ਜੀ ਉਹ। ਅੱਜ ਵਾਲੀਆਂ ਵੀ ਸੁਣ ਲਿਓ ਥੋੜੀ ਜਿਹੀਆਂ। ਅੱਜ ਵਾਲੀ ਤਾਂ ਨਹੀਂ ਸੁਣ ਹੋਈ ਤੇ ਕੱਲ ਵਾਲੀਆਂ ਜ਼ਰੂਰ ਸੁਣੀਆਂ ਸੀਗੀਆਂ। ਮੈਂ ਚਲੋ ਭਾਜੀ ਨਾਲ ਮਾੜੀ ਜੀ ਡਿਸਕਸ਼ਨ ਕਰੀਏ ਵੀ ਅੱਜ ਕੱਲ ਤਾਂ ਪਹਿਲਾਂ ਮੈਂ ਸੋਚਦਾ ਹੁੰਦਾ ਵੀ ਚੱਲ ਪੜ੍ਹਿਆ ਲਿਖਿਆ ਬੰਦਾ ਸੂਝਵਾਨ ਹੁੰਦਾ ਵਾ, ਤੇ ਕੱਲ ਪਤਾ ਲੱਗਾ ਵੀ ਇਹ ਬੰਦਾ ਪੜ੍ਹਿਆ ਲਿਖਿਆ ਹੋਵੇ ਉਹ ਬੂਝੜ ਵੀ ਹੁੰਦਾ ਵਾ ਵਿੱਚ ਵਿੱਚ। ਪਹਿਲੀ ਗੱਲ ਤਾਂ ਇਹੀ ਆ ਜੀ, ਇਹ ਨੀ ਲੱਗਦਾ ਪਿਓ ਨੇ MA ਕੀਤੀ ਹੋਆ ਕੋਈ ਗਰਜੰਟ ਨੇ 7-8 ਸਾਲ ਆਸਟ੍ਰੇਲੀਆ ਬੈਠੇ ਨੂੰ ਹੋ ਗਿਆ। ਉਹ ਤਾਂ ਏਦਾਂ ਸ਼ੌਕ ਆ ਬੰਦੇ ਨੂੰ ਕਹਿਣ ਦਾ ਵੀ ਇਦਾਂ ਕਹਿ ਦਿਓ ਕਿ ਉਹਨੂੰ ਲੱਗਦਾ ਵੀ PhD MA ਤੋਂ ਘੱਟ ਕਿਸੇ ਨੂੰ ਵਿਦਵਾਨ ਨਹੀਂ ਗਿਣਦੇ। ਸਰਦਾ ਨਹੀਂ ਆ ਹਨਾ। ਨਹੀਂ MA ਦੀ ਤਾਂ ਉਹਨੇ ਭਾਸ਼ਾ ਹੀ ਬਦਲਦੇ। MA ਨੂੰ ਐਵੇਂ ਹੀ ਕਹਿਤਾ, ਉਹਨੂੰ ਸਮਝ ਲਓ ਵੀ ਐਵੇਂ ਹੀ ਕੀਤੀ ਆ। MA ਤਾਂ MA ਦਾ ਵੀ ਨਾਂ ਬਦਨਾਮ ਕਰਤਾ ਉਹਨੇ ਤਾਂ ਕਹਿ ਕੇ ਮੈਂ MA ਕੀਤੀ ਆ, ਨਾਲ 4 ਕਿਤਾਬਾਂ ਵੀ ਲਿਖੀਆਂ ਨੇ। ਉਹਨੂੰ ਕਹਿ ਭਰਾਵਾ ਤੇਰੀਆਂ ਕਿਤਾਬਾਂ ਤੂੰ ਆਪਦੇ ਕੋਲ ਹੀ ਰੱਖਿਆ, ਪੜ੍ਹਿਆ ਕਰ ਆਪ ਹੀ, ਲੋਕਾਂ ਨੇ ਤਾਂ ਪੜ੍ਹਨੀਆਂ ਨਹੀਂ ਹੈਗੀਆਂ ਤੂੰ ਗੱਲਾਂ ਕਰਦਾ। ਦੇਖੋ ਬਾਕੀ ਗਰਜੰਟ ਇੱਕ ਸੈਕਿੰਡ, ਗਰਜੰਟ ਟਕਸਾਲ ਦਾ ਬਹੁਤ ਛੋਟਾ ਜਿਹਾ ਸਪੋਰਟਰ ਆ, ਠੀਕ ਆ, ਤੇ ਇੱਕ ਕਿਤਾਬ ਲਿਖੀ ਆ ਨੇ ਹਨਾ। ਹੁਣ ਛੋਟਾ ਜਿਹਾ ਸਪੋਰਟਰ ਆ, ਸਿਰਫ ਇੱਕ ਕਿਤਾਬ ਲਿਖੀ ਆ, ਤੇ ਬਾਕੀ ਉਹਦੇ ਅਨੁਪਾਤ ਵਿੱਚ ਉਹਦੀ ਮੂਰਖਤਾ ਦੇਖ ਕੇ ਤੁਸੀਂ ਅੰਦਾਜ਼ਾ ਲਾਓ ਵੀ ਜਿਹੜਾ ਟਕਸਾਲ ਦਾ ਮੁਖੀ ਹੋਵੇ ਤੇ ਵੱਡੇ ਵੱਡੇ ਗ੍ਰੰਥ ਲਿਖੇ ਉਹ ਕਿੱਡਾ ਵੱਡਾ ਮੂਰਖ ਹੋਊਗਾ। ਨਹੀਂ ਉਹ ਤਾਂ ਇਹ ਸਿੱਧੀ ਜੇ ਅਨੁਪਾਤ ਕੱਢਣਾ ਤੁਸੀਂ ਏਦਾਂ ਸੰਤੋਖ ਸਿੰਘ ਬਾਰੇ ਕੱਢਣਾ ਵੀ ਉਹ ਏਦਾਂ ਜਿਹੜੀਆਂ ਇਹ ਕਿਤਾਬਾਂ ਆ 100 ਕਿਤਾਬ ਜਿੱਡਾ ਉਹਦਾ ਗ੍ਰੰਥ ਆ, ਇਹਦੇ ਨਾਲ ਘੱਟੋ ਘੱਟ 100 ਗੁਣਾ ਵੱਡਾ ਉਹ ਮੂਰਖ ਹੋਊਗਾ। ਪਰਸੈਂਟੇਜ ਕੱਢ ਕੇ ਇਦਾਂ ਹੀ ਬਣਦੀ ਹੈ। ਹਾਂਜੀ ਇਹ ਤਾਂ ਇਹ ਪੂਰੀ ਆਪਦੀ ਪਰਿਭਾਸ਼ਾ ਨੂੰ ਸਿੱਧ ਕਰਨ ਲੱਗੇ ਪਏ ਆ ਵੀ ਅਸੀਂ ਇਹੋ ਜਿਹੇ ਹੈਗੇ ਆ। ਤੁਸੀਂ ਸਾਨੂੰ ਗਲਤ ਨਹੀਂ ਕਹਿੰਦੇ ਹੈਗੇ, ਤੁਸੀਂ ਸਹੀ ਕਹਿੰਦੇ ਹੋ ਵੀ ਅਸੀਂ ਸਾਬਤ ਕਰ ਰਹੇ ਹਾਂ ਵੀ ਅਸੀਂ ਇਹੋ ਜਿਹੇ ਹੀ ਆ। ਪੱਕੀ ਉਹ ਆਪਦੀ ਆ ਕੇ ਦੱਸ ਰਹੇ ਨੇ ਹਰੇਕ ਜਗ੍ਹਾ ਤੇ ਵੀ ਤੁਸੀਂ ਸਹੀ ਹੋ ਹਰੇਕ ਜਗ੍ਹਾ ਤੇ। ਨਹੀਂ ਨਾਲੇ ਜਿਹੜੀ ਇਹ ਦੋ ਚੀਜ਼ਾਂ ਵੀਰਾ ਇਕੱਠੀਆਂ ਕਰਦੇ ਆ। ਇੱਕ ਪਾਸੇ ਤਾਂ ਕਹਿੰਦੇ ਵੀ ਅਸੀਂ ਏਦਾਂ ਪ੍ਰੈਜ਼ੈਂਟ ਏਦਾਂ ਆਪਣੇ ਆਪ ਨੂੰ ਕਰਦੇ ਵੀ ਨਿਮਰਤਾ ਚ ਬਹੁਤ ਆ ਹਨਾ, ਤੇ ਹਰਨੇਕ ਖਰਵਾ ਆ। ਦੇਖੋ ਭਾਸ਼ਾ ਕਿੱਦਾਂ ਦੀ ਬੋਲਦਾ ਹਨਾ, ਵੀ ਅਸੀਂ ਦੇਖੋ ਅਸੀਂ ਜੀ ਕਰਦੇ ਆ ਏਦਾਂ ਹਨਾ। ਕਪੂਰ ਕਹਿੰਦਾ ਵੀ ਇਹ ਦੋ ਚੀਜ਼ਾਂ ਇਕੱਠੀਆਂ ਕਦੇ ਨਹੀਂ ਆ ਸਕਦੀਆਂ। ਵੀ ਤੁਸੀਂ ਨਿਮਰ ਵੀ ਹੋਵੋ, ਆਪਣੇ ਆਪ ਨੂੰ ਇਹ ਕਹੋ ਵੀ ਮੈਂ ਨਿਮਰਤਾ ਵਿੱਚ ਆ, ਤੇ ਇਹ ਕਹੋ ਵੀ ਮੈਂ ਸਭ ਕੁਝ ਜਾਣਦਾ ਆ। ਨਿਮਰਤਾ ਦੇ ਅਰਥ ਹੀ ਇਹ ਆ ਵੀ ਮੈਂ ਜਾਣਦਾ ਨਹੀਂ ਹੈਗਾ ਤੇ ਮੈਂ ਸਭ ਕੁਝ ਜਾਣ ਨਹੀਂ ਸਕਦਾ। ਹਾਂਜੀ ਹਾਂਜੀ। ਉਹ ਇੱਕ ਭਾਜੀ ਉਹਨਾਂ ਦੀ ਤੁਹਾਡੀ ਪਹਿਲਾਂ ਕਾਲ ਚੱਲਦੀ ਸੀਗੀ, ਤੁਸੀਂ ਉਹਨਾਂ ਨਾਲ ਗੱਲਾਂ ਕਰਦੇ ਸੀ, ਮੈਂ ਗੱਲਾਂ ਸੁਣ ਰਿਹਾ ਸੀ ਉਹਨਾਂ ਦੀਆਂ ਵੀ ਜਦ ਤੁਸੀਂ ਗੱਲਾਂ ਕਰਕੇ ਤੁਸੀਂ ਇੰਨੇ ਸਮਝਦਾਰ ਹੋਣ ਦੇ ਬਾਵਜੂਦ ਫੋਨ ਕਾਲ ਕਰਦੇ ਹੋ, ਡਿਸਕਸ਼ਨ ਦੇ ਉੱਤੇ ਗੱਲ ਕਰਨੀ ਹੁੰਦੀ ਹੈ ਕੋਈ ਵੀ। ਹੁਣ ਤੁਸੀਂ ਕਹਿੰਦੇ ਹੋ ਵੀ ਭਿੰਡਰਾਂ ਨੇ ਇਹ ਕੀਤਾ, ਭਿੰਡਰਾਂ ਨੇ ਤੁਸੀਂ ਨਾਲੇ ਦੱਸੀ ਜਾਂਦੇ ਹੋ ਵੀ ਭਾਈ ਅਸੀਂ ਜਾਇਜ਼ ਵੀ ਠਹਿਰਾਵਾਂਗੇ, ਗੱਲ ਵੀ ਕਰਾਂਗੇ ਵੀ ਉਹ ਜਿਹੜਾ ਕੰਮ ਉਹਨੇ ਕੀਤਾ ਜਾਂ ਉਹਨੇ ਹਥਿਆਰ ਚੁਕਾਏ ਜਾਂ ਲੋਕਾਂ ਨੂੰ ਗੁੰਮਰਾਹ ਕੀਤਾ, ਉਹ ਤਾਂ ਸਮਝ ਰੱਖੋ ਕੁਛ ਨਾ ਕੋਈ ਵੀ ਗੁੰਮਰਾਹ ਕਿਉਂ ਹੋਏ ਨੇ, ਗੱਲਾਂ ਕਿਉਂ ਕੀਤੀਆਂ ਵੀ ਅਸੀਂ ਤੁਸੀਂ ਉਹਨੂੰ ਕਹਿ ਰਹੇ ਹੋ। ਉਹ ਬੰਦਾ ਫੇਰ ਨਹੀਂ ਮੰਨ ਰਿਹਾ, ਕਨਵਿੰਸ ਨਹੀਂ ਹੋ ਰਿਹਾ ਉਹਦੇ ਨਾਲ ਗੱਲ ਨਾਲ। ਉਹ ਕਨਵਿੰਸ ਹੋਣਾ ਚਾਹੀਦਾ ਨਾ ਇਸ ਗੱਲ ਨੂੰ, ਬੰਦੇ ਨੂੰ ਮਾੜਾ ਮੋਟਾ ਦਾ ਸੈਂਸ ਚਾਹੀਦੀ ਆਪਦੇ ਆਪ ਵੀ ਯਾਰ ਗੱਲ ਤਾਂ ਸਹੀ ਕਹਿ ਰਹੇ ਨੇ ਵੀ ਹਾਂ ਵੀ ਉਹ ਗੱਲ ਦਾ ਮੈਨਰ ਆਉਂਦੀ ਹੈ। ਕੋਈ ਮੂਹਰੇ ਰੱਖ ਕੇ ਮੁੜ ਤਾਂ ਹੀ ਤੁਰਾਂਗੇ, ਹਰੇਕ ਗੱਲ ਤੇ ਇਹੀ ਥੋੜ੍ਹੀ ਕਹੀ ਜਾਣਾ ਵੀ ਆਹ ਗਲਤ ਆ ਗਲਤ ਆ। ਕੋਈ ਗੱਲ ਦਾ ਨਹੀਂ ਉਹ ਏਡੀ ਦੂਰ ਤਾਂ ਜਾਏ ਨਹੀਂ ਨਾ ਰਹੇ। ਉਹ ਨਾ ਜਦੋਂ ਤੁਸੀਂ ਕੁਛ ਵੀ ਫੈਸਲਾ ਕਰਨਾ ਨਾ ਉਹਦੇ ਲਈ ਤੁਹਾਨੂੰ, ਤੁਸੀਂ ਹੁਣ ਗੱਡੀ ਠੀਕ ਕਰਾਉਣ ਜਾਂਦੇ ਆ, ਮਕੈਨਿਕ ਕੋ ਗਏ ਆ, ਜਿਹੜਾ ਮਕੈਨਿਕ ਦਾ ਵਿਹਾਰ ਆ ਉਹ ਤੈਅ ਕਰ ਦਿੰਦਾ ਵੀ ਗਾਹਾਂ ਕੀ ਕਰੂਗਾ। ਹਾਂਜੀ ਹਾਂਜੀ। ਇੱਕ ਚੀਜ਼ ਨੋਟ ਕਰੋ ਵੀਰੇ ਆਪਣੇ ਆਲੇ ਦੁਆਲੇ, ਜਿੱਦਾਂ ਆਪਾਂ ਗੱਲ ਕਰੀਏ ਬਾਬਾ ਦੀਪ ਸਿੰਘ ਦੀ ਜਾਂ 10 ਪਾਤਸ਼ਾਹ ਗੁਰੂ ਸਾਹਿਬ ਦੇ ਨਾਲ ਜਿੱਥੇ ਵੀ ਕਰਾਮਾਤ ਜੁੜੀ ਆ ਉਹ ਹਿੱਸਾ ਲੈ ਆਓ। 10ਵੇਂ ਗੁਰੂ ਨਾਨਕ ਦੇਵ ਜੀ ਤੋਂ ਪੱਥਰ ਰੋਕਣ ਦੀ ਗੱਲ ਆ ਹਨਾ, ਜੀ ਉਹ ਪਾਣੀ ਏਦਾਂ ਗਰਮ ਨਿਕਲਿਆ, ਘੋੜੇ ਨੇ ਪੌੜ ਮਾਰਿਆ, ਹੋ ਗਿਆ ਏਦਾਂ ਹਨਾ, ਜਿੰਨੀਆਂ ਸਾਖੀਆਂ ਏਦਾਂ ਦੀਆਂ
ਉਹ ਤੋਂ ਬਾਅਦ ਸਿੱਖ ਇਤਿਹਾਸ ਦੇ ਵਿੱਚੋਂ ਬਾਬਾ ਦੀਪ ਸਿੰਘ ਦੀ ਹਨਾ ਜਿੰਨੇ ਬ੍ਰਹਮ ਗਿਆਨੀ ਹੋਏ ਆ ਉਹ ਸਾਰੀਆਂ ਨੂੰ ਇੱਕ ਥਾਂ ਲਿਖ ਲਓ। ਉਹ ਲਿਖ ਕੇ ਫਿਰ ਦੇਖੋ ਵੀ ਜਿਹੜਾ ਅੱਜ ਦਾ ਸਮਾਂ ਆ, ਅੱਜ ਉਹ ਬੰਦੇ ਕਾਹਤੇ ਨਹੀਂ ਹੋ ਰਹੇ। ਬਿਲਕੁਲ ਇਹੀ ਤਾਂ ਗੱਲਾਂ ਨੇ ਉਹ ਦੇਖਣ ਲਈ ਨਾ, ਉਹ ਦੇਖਣ ਲਈ ਉਹ ਗੱਲਾਂ ਸੱਚੀਆਂ ਜਾਂ ਝੂਠੀਆਂ ਆ। ਸਾਈਕੋਲੋਜਿਸਟ ਕਹਿੰਦੇ ਆ ਵੀ ਜਿਹੜਾ ਤੁਹਾਡੇ ਸਾਹਮਣੇ ਵਿਹਾਰ ਕਰ ਰਿਹਾ ਹੈ ਨਾ ਉਹਦਾ ਅਨੁਪਾਤ ਕੱਢ ਲਓ, ਉਹ ਤੁਹਾਨੂੰ ਦੱਸ ਦੋ। ਅੱਛਾ, ਜਿਹੜੇ ਬੰਦੇ ਬ੍ਰਹਮ ਗਿਆਨੀਆਂ ਦੇ ਜਿੱਦਾਂ ਬਾਬਾ ਦੀਪ ਸਿੰਘ ਹੁਣੀ ਆ ਇਹ ਕਹਿੰਦੇ ਪਏ ਸੀਸ ਤਲੀ ਤੇ ਰੱਖ ਕੇ ਇਦਾਂ ਲੜੇ ਆ, ਜਿਹੜੇ ਉਹਨਾਂ ਦੇ ਦਾਅਵੇਦਾਰ ਆ, ਜਿਹੜੇ ਉਹਨਾਂ ਦੀ ਵਿਰਾਸਤ ਨੂੰ ਸਾਂਭੀ ਬੈਠੇ ਆ, ਜਿਹੜੇ ਕਹਿੰਦੇ ਆ ਵੀ ਅਸੀਂ ਉਹਨਾਂ ਦੇ ਜਾਨਸ਼ੀਨ ਆ, ਸੀਨੇ ਬਸੀਨੇ ਚੱਲੇ ਆਉਨੇ ਆ, ਉਹਨਾਂ ਦਾ ਵਿਹਾਰ ਦੇਖ ਕੇ ਤੁਹਾਨੂੰ ਇਹ ਪਤਾ ਲੱਗ ਜਾਊਗਾ ਵੀ ਅੱਜ ਉਦਾਂ ਦੇ ਕਿਉਂ ਨਹੀਂ ਹੋ ਰਹੇ ਤੇ ਜਿਹੜੇ ਉਹ ਆ ਅਸਲ ਵਿੱਚ ਹੁਣੇ ਕਿੱਦਾਂ ਦੇ ਆ। ਹੈਗੇ ਵੀ ਸੀ ਜਾਂ ਨਹੀਂ। ਇਹਨਾਂ ਦੀਆਂ ਗੱਪਾਂ ਸੁਣ ਕੇ ਤੁਹਾਨੂੰ ਪਤਾ ਲੱਗ ਜਾਣਾ ਵੀ ਅਸਲ 'ਚ ਹੁਣੇ ਕੀ ਆ ਤੇ ਬਣਾਈ ਕੀ ਗਏ। ਸਹੀ ਗੱਲ ਨਹੀਂ, ਰਾਈਟ ਹੈ ਜੀ। ਦੇਖੋ ਸਟਰਗਲ ਹਰੇਕ ਬੰਦੇ ਨੇ ਕੀਤੀ ਆ, ਗੁਰੂ ਸਾਹਿਬ ਨੇ ਸਾਨੂੰ ਸਿੱਖਿਆ ਦਿੱਤੀ ਆ, ਗੁਰੂ ਨਾਨਕ ਦੇਵ ਜੀ ਤੋਂ ਸਿੱਖਿਆ ਲਈ ਆ, ਗੁਰੂ ਗ੍ਰੰਥ ਸਾਹਿਬ ਤੋਂ ਸਿੱਖਿਆ ਲੈਂਦੇ ਆ, ਹੁਣ ਵੀ ਲੈਂਦੇ ਆ। ਸਟਰਗਲ ਹਰੇਕ ਬੰਦਾ ਕਰਦਾ, ਉਹਦਾ ਨਾ ਹੁੰਦਾ। ਤੁਹਾਨੂੰ ਭਗਤ ਸਿੰਘ ਨੇ ਵੀ ਸਟਰਗਲ ਕੀਤੀ, ਉਹ ਵੀ ਤਾਂ ਇੱਕ ਯੋਧਾ ਹੋਇਆ ਜਾਂ ਉਹਦੇ ਕੋਈ ਹੋ ਸਕਦਾ, ਆਪਾਂ ਉਹਨੂੰ ਵੀ ਤਾਂ ਉਸ ਲਾਈਨ ਚ ਰੱਖ ਸਕਦੇ ਹਾਂ। ਹਰੇਕ ਬੰਦੇ ਜਿਹਨੇ ਆਪਦੀ ਲਾਈਫ ਵਿੱਚ ਕੁਛ ਕੀਤਾ ਉਹਨੂੰ ਆਪਾਂ ਚੇਤੇ ਕਰਦੇ ਹਾਂ ਨਾ, ਹਰੇਕ ਚੀਜ਼ ਦਾ ਉਹਦਾ ਆਪਦਾ ਕੋਈ ਏਮ ਸੀ, ਗਰਾਊਂਡ ਉਹਦਾ ਕੋਈ ਆਧਾਰ ਹੋਣਾ ਚਾਹੀਦਾ। ਜਾਣੀ ਇਦਾਂ ਗੱਪ ਮਾਰ ਕੇ ਤੁਸੀਂ ਹੁਣ ਜਦੋਂ ਭਗਤ ਸਿੰਘ ਦੀ ਗੱਲ ਕਰਨੀ ਆ ਨਾ, ਤੁਸੀਂ ਜਿੰਨੀ ਹੈਗੀ ਆ ਉਨੀ ਕਰੋਗੇ ਤਾਂ ਠੀਕ ਆ। ਹੁਣ ਜਦੋਂ ਉਹਦੇ ਨਾਂ ਨਾਲ ਤੁਸੀਂ ਇਦਾਂ ਦੀਆਂ ਜੋੜ ਦੋਗੇ ਪੇ ਜੀ ਆਹ ਕਰਕੇ ਅੰਗਰੇਜ਼ ਸਰਕਾਰ ਹਾਲਾਤ ਦਿੱਤੀ, ਆਹ ਹੋ ਗਿਆ, ਫਿਰ ਉਹ ਗੱਪ ਬਣ ਜਾਂਦੀ ਆ। ਫਿਰ ਗੱਲ ਬਣ ਜਾਂਦੀ ਹੈ, ਉਹ ਤਾਂ ਹੈ ਹੀ ਹੈ। ਹੁਣ ਅਗਲੇ ਦਾ ਮਰਨਾ ਹੁਣ ਬੱਬਰ ਜਿਹੜੀ ਅਕਾਲੀ ਲਹਿਰ ਹੋਈ ਆ ਹਨਾ, ਉਹ ਜਿੰਨੇ ਬੰਦੇ ਉਹਦੇ ਹੋਏ ਆ ਸਾਰੇ ਦੁਆਬੇ ਦੇ ਹੋਏ ਆ। ਉਹਨਾਂ ਨੂੰ ਬਹੁਤੇ ਉਹ ਚੋਂ ਜਾਣੀ ਅਸੀਂ ਪਰਿਵਾਰਕ ਤੌਰ ਤੇ ਇਦਾਂ ਸਾਡੇ ਆਲੇ ਦੁਆਲੇ ਦੇ ਪਿੰਡਾਂ ਦੇ ਸੀ, ਅਸੀਂ ਚੰਗੀ ਤਰ੍ਹਾਂ ਉਦਾਂ ਜਾਣਦੇ ਆ, ਟੱਬਰਾਂ ਚੋਂ ਅਸੀਂ ਬਜ਼ੁਰਗਾਂ ਤੋਂ ਐਨ ਉਹ ਗੱਲਾਂ ਉਹਨਾਂ ਦੇ ਨਾਲ ਰਹਿੰਦਿਆਂ ਤੋਂ ਸੁਣੀਆਂ ਆ ਅਸੀਂ ਵੀ ਉਦਾਂ ਕਿੱਦਾਂ ਦੇ ਸੀ ਬੰਦੇ। ਪਰ ਜਦੋਂ ਕਿਤਾਬਾਂ ਪੜ੍ਹਦੇ ਆ ਉਹਦੇ ਵਿੱਚ ਬਿਲਕੁਲ ਹੁਣ ਖਾੜਕੂ ਲਹਿਰ ਦੇ ਬਾਰੇ ਜਿਹੜੇ ਸਾਡੇ ਜ਼ਿਲ੍ਹੇ ਦੇ ਬੰਦੇ ਅਸੀਂ ਜਾਣਦੇ ਸਾਰਿਆਂ ਨੂੰ। ਤੁਸੀਂ ਤਾਂ ਵੱਧ ਜਾਣਦੇ ਜੀ ਇਹਨਾਂ ਬਾਰੇ, ਸਾਰੀ ਹਿਸਟਰੀ ਤੁਸੀਂ ਤਾਂ ਕਿੱਦਾਂ ਦੇ ਦਬਕੇ ਤੇ ਕੇਸ ਕਟਾ ਕੇ ਬੰਦਾ ਘਰੋਂ ਭੱਜ ਗਿਆ। ਜਾਣੀ ਏਦਾਂ ਇੱਕ ਵਾਰੀ ਥਾਣੇਦਾਰ ਨੇ ਦਬਕਾ ਮਾਰਿਆ, ਏਦਾਂ ਸਾਰਾ ਕੁਝ ਛੱਡ ਕੇ ਭੱਜ ਗਿਆ। ਠੀਕ ਹੈ, ਉਹ ਤਾਂ ਜਦੋਂ ਪੁਲਿਸ ਦੇ ਦਿਮਾਗ ਵਿੱਚ ਸੀਗਾ ਏਦਾਂ, ਉਹਨਾਂ ਨੂੰ ਪਤਾ ਸੀ ਵੀ 20 ਲੱਖ 25 ਲੱਖ ਦਾ ਇਨਾਮ ਹਰੇਕ ਤੇ ਹੀ ਆ। ਠੀਕ ਹੈ, ਉਹਨੇ ਲਿਆ ਕੇ ਜਿੱਥੇ ਲਿਆ ਫੁੰਡ ਕੇ ਕਰਕੇ ਉਹਨੂੰ ਪਰੇ ਮਾਰਿਆ ਹਨਾ। ਬੰਦੇ ਤਾਂ ਮਿੰਨਤਾਂ ਕਰਕੇ ਭੱਜ ਗਏ ਸੀ ਚੁਟਕੀਆਂ ਦੇ ਨਾਲ। ਜਾਣੀ ਇਸ ਕਰਕੇ ਚਲੋ ਵੀਰੇ ਅਸੀਂ ਬ੍ਰੇਕ ਲੈ ਲਈਏ ਹੁਣ ਹਨਾ। ਇੱਕ ਗੱਲ ਮੈਂ ਕਹਿਣੀ ਚਾਹੁੰਦਾ ਤੁਹਾਨੂੰ ਵੀ ਤੁਸੀਂ ਇੰਨਾ ਵਧੀਆ ਕੰਮ ਕੀਤਾ, ਲੋਕਾਂ ਨੂੰ ਇੰਨਾ ਜਾਗਰੂਕ ਕਰਤਾ ਇਹਨਾਂ ਪ੍ਰਤੀ, ਇਹਨਾਂ ਨੇ ਤਾਂ ਲੋਕਾਂ ਦਾ ਦਹਿਲ ਕੀਤਾ ਪਿਆ ਸੀਗਾ। ਤੁਸੀਂ ਇਹ ਡਿਸਕਸ਼ਨ ਛੇੜ ਕੇ ਆਹ ਜਿਹੜਾ ਕੰਮ ਕਰ ਰਹੇ ਹੋ, ਤੁਸੀਂ ਲੋਕਾਂ ਦੇ ਦਿਮਾਗ ਖੋਲ ਕੇ ਰੱਖਤੇ ਵੀ ਹਾਂ ਭਾਈ ਆਹ ਗਲਤ ਹੋਇਆ ਜਾਂ ਇਹਨਾਂ ਨੇ ਗਲਤ ਕੀਤਾ। ਇਹ ਤਾਂ ਰੋਟੀਆਂ ਇਹਨਾਂ ਦੀਆਂ ਬੰਦ ਹੋਣ ਲੱਗ ਗਈਆਂ ਤਾਂ ਇਹ ਰੌਲਾ ਪਾਉਣ ਲੱਗ ਗਏ। ਇਹ ਤਾਂ ਜੀ ਤੁਸੀਂ ਲੋਕਾਂ ਨੂੰ ਜਾਗਰੂਕ ਕੀਤਾ, ਬਹੁਤ ਬਹੁਤ ਧੰਨਵਾਦ ਆ ਤੁਹਾਡਾ, ਸਾਡੇ ਵਰਗਿਆਂ ਲਈ ਵੀ ਬਹੁਤ ਬਹੁਤ ਥੈਂਕ ਯੂ ਵੀਰੇ। ਕੋਈ ਨਹੀਂ, ਅਜੇ ਤਾਂ ਗੱਲਾਂ ਅਜੇ ਤੱਕ ਖੁੱਲਣੀਆਂ ਆ, ਦੂਰ ਤੱਕ ਜਾਣਾ। ਜਿਹੜੀ ਤੁਸੀਂ ਡਿਸਕਸ਼ਨ ਕਰਦੇ ਹੋ ਨਾ, ਇਹ ਤੁਹਾਡੀ ਡਿਸਕਸ਼ਨ ਤੁਹਾਡੀ ਇਕੱਲਿਆਂ ਦੀ ਨਹੀਂ ਹੈਗੀ। ਇਹਦੇ ਨਾਲ ਤੁਹਾਡਾ ਪਤਾ ਨਹੀਂ ਕਿੰਨਾ ਕੁ ਵਰਗ ਜਿਹਦਾ ਦਿਮਾਗ ਖੁੱਲ ਰਿਹਾ ਜਾਂ ਸਮਝ ਆ ਰਹੀ ਆ। ਹਾਂ ਵਿੱਚ ਹੁੰਦੇ ਆ ਬੰਦੇ ਨਹੀਂ ਕਨਵਿੰਸ ਹੁੰਦੇ, ਕਈ ਉਹਨਾਂ ਨੂੰ ਕਨਵਿੰਸ ਕਰਨ ਦੀ ਲੋੜ ਵੀ ਹੈ ਨਹੀਂ, ਕਿਉਂਕਿ ਤੁਸੀਂ ਕਿਹੜਾ ਕਿਸੇ ਨੂੰ ਕਨਵਿੰਸ ਕਰਨ ਲਈ ਬੈਠੇ ਹੋ ਇੱਥੇ। ਤੁਸੀਂ ਆਪਦੀ ਗੱਲ ਰੱਖ ਰਹੇ ਹੋ, ਤੁਸੀਂ ਕਿਸੇ ਨੂੰ ਕਹਿ ਨਹੀਂ ਰਹੇ ਵੀ ਹਾਂ ਜੀ ਮੈਨੂੰ ਸੁਣੋ ਜਾਂ ਮੈਨੂੰ ਇਹ ਕਰੋ। ਵਧੀਆ ਗੱਲ ਆ, ਜਿਹੜਾ ਤੁਹਾਨੂੰ ਸੁਣਦਾ ਉਹਦੇ ਲਈ ਵੀ ਵਧੀਆ, ਜਿਹੜਾ ਤੁਹਾਡਾ ਕਨਵਿੰਸ ਹੁੰਦਾ ਉਹਦੇ ਲਈ ਵਧੀਆ, ਪਰ ਜਿਹੜਾ ਬੰਦਾ ਸੁਣ ਕੇ ਸਮਝ ਲਵੇ ਉਹਦੇ ਲਈ ਬਹੁਤ ਵੱਡੀ ਗੱਲ ਆ। ਵੀ ਤੁਹਾਨੂੰ ਮੁਬਾਰਕ ਹੈ ਇਹ ਗੱਲ ਦੀ, ਤੁਸੀਂ ਗੱਲ ਇੱਥੇ ਬੈਠੇ ਕਰਦੇ ਹੋ। ਤੇ ਦੂਜੀ ਗੱਲ ਇਹ ਆ ਵੀ ਜਿਹੜੇ ਏਡੇ ਬੂਝਟ ਲੋਕ ਨੇ ਨਾ, ਜਿਹੜੇ ਬਾਹਰ ਦੀਆਂ ਕੰਟਰੀ 'ਚ ਬਹਿ ਕੇ ਗੱਲਾਂ ਕਰਦੇ ਆ, ਉਹਨਾਂ ਨੂੰ ਕਹੋ ਭਾਈ ਆਪਦਾ ਇੱਥੇ ਪੰਜਾਬ 'ਚ ਆ ਕੇ ਰੇਡੀਓ ਚਲਾਇਆ ਕਰੋ। ਉਹ ਜੀਤੇ ਵਰਗਿਆਂ ਨੂੰ ਕਿਹਾ ਕਰੋ ਕਿ ਐਵੇਂ ਨਾ ਕਿ ਟਕਸਾਲੀਆਂ ਨੂੰ ਜਾਂ ਹੋਰਾਂ ਨੂੰ 5 6 ਪਿਆਰਿਆਂ ਨੂੰ ਇਕੱਠੇ ਕਰੀ, ਫਿਰ 4 ਬੰਦੇ ਲੈ ਕੇ ਉੱਥੇ ਬਹਿ ਕੇ ਗੱਲ ਕਰਿਆ ਕਰ, ਜਿਹੜੀ ਗੱਲ ਕਰਨੀ ਹੈ। ਕੋਈ ਨਹੀਂ, ਕਰਨ ਦਿਓ ਜੀ ਉਹਨਾਂ ਨੂੰ ਜੋ ਕਰਦੇ ਆ ਹਨਾ, ਦੇਖਦੇ ਹਾਂ। ਚਲੋ ਠੀਕ ਹੈ ਵੀਰੇ, ਚਲੋ ਧੰਨਵਾਦ ਆ ਜੀ, ਥੈਂਕ ਯੂ, ਓਕੇ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਆਪਾਂ ਬ੍ਰੇਕ ਲੈ ਲਈਏ ਜੀ, ਤੇ ਬ੍ਰੇਕ ਤੋਂ ਬਾਅਦ ਫਿਰ ਮਿਲਦੇ ਆ। ਜਿਹੜਾ ਪ੍ਰੋਗਰਾਮ ਆ ਨਾ ਭਾਈ ਰਣਜੀਤ ਸਿੰਘ ਹੋਰਾਂ ਦਾ ਰਾਤ ਵਾਲਾ,
ਨਿਊਜ਼ੀਲੈਂਡ ਦਾ ਸਵੇਰਾ ਸੀਗਾ ਤੇ ਇੰਡੀਆ ਦੇ ਵਿੱਚ ਰਾਤ ਸੀ। ਜਿਨ੍ਹਾਂ ਨੇ ਨਹੀਂ ਸੁਣਿਆ ਉਹਨਾਂ ਨੂੰ ਬੇਨਤੀ ਆ ਸਾਰਾ ਪ੍ਰੋਗਰਾਮ ਜ਼ਰੂਰ ਸੁਣ ਲਿਓ। ਠੀਕ ਹੈ ਜੀ। ਸਵੇਰੇ ਅਸੀਂ ਰੇਡੀਓ ਤੇ ਚਲਾਤਾ ਸੀ ਉਦਾਂ, ਤੇ ਉਹਦੇ ਵਿੱਚ ਥੋੜਾ ਜਿਹਾ ਹਿੱਸਾ ਹੁਣ ਅਸੀਂ ਬ੍ਰੇਕ ਦੇ ਦੌਰਾਨ ਚਲਾ ਦਿੰਨੇ ਆ, ਪਰ ਪੂਰਾ ਪ੍ਰੋਗਰਾਮ ਜਿਹੜਾ ਆ ਉਹ ਜ਼ਰੂਰ ਸੁਣ ਲੈਣ ਜਿਹੜੇ ਸਰੋਤੇ ਹੈਗੇ। ਧੰਨਵਾਦ ਜੀ।